श्री अकाल। हमदर्द टीवी देखने वाले सारे दर्शकों का स्वागत है। प्रोग्राम हमदर्द न्यूज़ एंड व्यूज़ ਵਿੱਚ ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਸ ਪ੍ਰੋਗਰਾਮ ਨੂੰ ਤੁਸੀਂ ਹਮਦਰਦ ਟੀਵੀ ਦੇ ਨਾਲ ਹਮਦਰਦ ਟੀਵੀ ਦੇ ਫੇਸਬੁੱਕ ਪੇਜ ਦੇ ਉੱਤੇ ਵੀ ਦੇਖ ਸਕਦੇ ਹੋ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਦੀ ਕਿ ਜਿਹੜੀਆਂ ਪ੍ਰਮੁੱਖ ਖਬਰਾਂ ਅਸੀਂ ਡਿਸਕਸ ਕਰਨ ਵਾਲੀਆਂ ਉਹਦੇ ਵਿੱਚੋਂ ਜਿਹੜੀਆਂ ਮੇਨ ਖਬਰਾਂ ਨੇ ਉਹ ਨੇ ਜੀ, ਜਦ ਇੱਕ ਕੱਪ ਕੌਫੀ ਦਾ ਬਿੱਲ ਬਣਿਆ $5700 ਤਾਂ ਮਹਿਲਾ ਦੇ ਉੱਡੇ ਹੋਸ਼। $5700 ਆਮ ਅਸੀਂ ਗੱਲ ਕਰੀਏ ਤਾਂ ਤਨਖਾਹ ਨਹੀਂ ਹੋ ਸਕਦੀ। $5700 ਦੇ ਇੱਕ ਕਾਫੀ ਦਾ ਬਿੱਲ ਬਣ ਗਿਆ। ਕਿਉਂ ਬਣਿਆ ਇਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਉਧਰ ਵਿਨੀਪੈਗ ਦੇ ਵਿੱਚ ਇੱਕ ਸਿੱਖ ਡਰਾਈਵਰ ਉੱਤੇ ਗੋਰੀ ਨੇ ਲਾਏ ਪਿੱਛਾ ਕਰਨ ਦੇ ਦੋਸ਼। ਉਹਦਾ ਕਹਿਣਾ ਸੀ ਕਿ ਸ਼ਾਇਦ ਉਹਦਾ ਮਰਡਰ ਵੀ ਹੋ ਸਕਦਾ ਸੀ ਤੇ ਅਜਿਹੀ ਉਹਨੇ ਪੋਸਟ ਦੇ ਜ਼ਰੀਏ ਆਪਣੀ ਗੱਲ ਆਖੀ ਹੈ। ਅੱਜ ਕੱਲ੍ਹ ਸੋਸ਼ਲ ਮੀਡੀਆ ਉੱਤੇ ਇਹ ਪੋਸਟ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਹਦੇ ਬਾਰੇ ਗੱਲਬਾਤ ਕਰਾਂਗੇ। ਇਸ ਤੋਂ ਇਲਾਵਾ ਉਬਰ ਡਰਾਈਵਰ ਉੱਤੇ ਨਸਲੀ ਹਮਲਾ ਕਰਨ ਵਾਲੀ ਮਹਿਲਾ ਨੂੰ ਹੋ ਸਕਦੀ ਹੈ 16 ਸਾਲ ਕੈਦ ਦੀ ਸਜ਼ਾ। ਅਮਰੀਕਾ ਦਾ ਮਾਮਲਾ ਬੀਤੇ ਦਿਨੀ ਆਪਾਂ ਗੱਲਬਾਤ ਕੀਤੀ ਸੀ। ਸੋ ਇਹਦੇ ਬਾਰੇ ਅੱਗੇ ਜਾ ਕੇ ਅਸੀਂ ਗੱਲਬਾਤ ਕਰਾਂਗੇ। ਨਾਲ ਹੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਨੇ ਕਿਉਂ ਕੀਤੀ ਸਿੱਖ ਭਾਈਚਾਰੇ ਦੀ ਸ਼ਲਾਘਾ। ਨਿਊਜ਼ੀਲੈਂਡ ਦੇ ਸਿੱਖਾਂ ਨੇ ਅਜਿਹਾ ਕੀ ਕਰ ਦਿੱਤਾ, ਇਹਦੇ ਬਾਰੇ ਗੱਲ ਕਰਾਂਗੇ। ਤੇ ਨਾਲ ਹੀ ਗੱਲ ਕਰਾਂਗੇ ਓਨਟਾਰੀਓ ਸਰਕਾਰ ਦੇ ਬਜਟ ਦੀ। ਕੀ ਬਰੈਂਪਟਨ ਨੂੰ ਫਾਈਨਲੀ ਮਿਲਣ ਜਾ ਰਿਹਾ ਨਵਾਂ ਹਸਪੀਟਲ ਕਿ ਨਹੀਂ, ਇਹਦੇ ਬਾਰੇ ਗੱਲਬਾਤ ਕਰਾਂਗੇ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਜੁੜ ਲੈਣੇ ਜੀ ਮੇਰੇ ਸਹਿਯੋਗੀ ਮਰਗਿੰਦਰ ਜੀ ਨੂੰ। ਸਵਾਗਤ ਹੈ ਸਰ। ਤੁਹਾਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ ਜੀ। ਅੱਜ 24 ਮਾਰਚ ਹੈ ਜੀ 2021। ਅਰਥ ਨਵੇਂ ਹੁੰਦੇ ਜਲਵਾਗਰ ਪਹਿਲੀ ਵਾਰੀ ਦੇਖੇ ਨੇ, ਮੈਂ ਕਾਗਜ਼ ਤੇ ਬਲਦੇ ਅੱਖਰ ਪਹਿਲੀ ਵਾਰੀ ਵੇਖੇ ਨੇ। ਆਪਣੀ ਮਾਂ ਦਾ ਹੀ ਜਿਨ੍ਹਾਂ ਨੇ ਗਹਿਣਾ ਗੱਟਾ ਵੇਚ ਲਿਆ, ਦੁਨੀਆ ਦੇ ਪਾਗਲ ਸੌਦਾਗਰ ਪਹਿਲੀ ਵਾਰੀ ਵੇਖੇ ਨੇ। ਬੇਇਨਸਾਫੀ, ਧੱਕਾ, ਇੰਨਾ ਕਤਲੇਆਮ ਕਦੇ ਨਾ ਸੀ। ਉਗਰੇ ਰਾਹਾਂ ਵਿੱਚ ਖੰਜਰ ਪਹਿਲੀ ਵਾਰੀ ਦੇਖੇ ਨੇ। ਹਲਵਾਹਾਂ ਨੇ ਧਰਤੀ ਉੱਤੇ ਲਿਖਿਆ ਹੈ ਇਤਿਹਾਸ ਨਵਾਂ। ਹਲਵਾਹਾਂ ਨੇ ਧਰਤੀ ਉੱਤੇ ਲਿਖਿਆ ਹੈ ਇਤਿਹਾਸ ਨਵਾਂ। ਇੱਕ ਥਾਂ ਮੈਂ ਇੰਨੇ ਪੈਗੰਬਰ ਪਹਿਲੀ ਵਾਰੀ ਵੇਖੇ ਨੇ, ਪਹਿਲੀ ਵਾਰੀ ਵੇਖੇ। ਕੀ ਬਾਤ ਹੈ ਸਰ, ਬਹੁਤ ਖੂਬ। ਥੈਂਕ ਯੂ ਜੀ। ਕੀ ਹਾਲ ਹੈ? ਬਹੁਤ ਵਧੀਆ ਸਰ, ਤੁਸੀਂ ਦੱਸੋ ਕੀ ਹਾਲ ਚਾਲ ਨੇ? ਬਹੁਤ ਵਧੀਆ ਜੀ, ਬੜਾ ਵਧੀਆ ਦਿਨ ਲੰਘ ਰਿਹਾ, ਮੌਸਮ ਬੜਾ ਵਧੀਆ ਤਰਨ, ਦਿਨੋਂ ਦਿਨ ਚੰਗਾ ਹੋ ਰਿਹਾ। ਬਿਲਕੁਲ। ਅਗਲੇ ਵੀਕ ਮੈਂ ਨਾਲ ਚੈੱਕ ਕਰ ਰਹੀ ਨਹੀਂ, ਅਗਲੇ ਵੀਕ ਸਨੋ ਵੀ ਹੈ। ਮੈਂ ਜਾਣ ਕੇ ਬੋਲਦਾ ਨਹੀਂ ਸੀ। ਮੈਂ ਕਿਹਾ ਮਰਗੈਂਸਿਆ ਤੂੰ ਰਹਿਣ ਦੇ, ਤੈਤ ਕੀ ਗਲਤ ਹੋ ਜਾਣਾ। ਕਿ ਅਖੀਰ ਦੇ ਵਿੱਚ ਆਮ ਕਹਿੰਦੇ ਹੁੰਦੇ ਆ ਨਾ ਵੀ ਮਾਰਚ ਦੇ ਅਖੀਰ 'ਚ ਅਪ੍ਰੈਲ ਦੇ ਪਹਿਲਾਂ ਇੱਕ ਅੱਧਾ ਸਟਾਰਮ ਆਉਂਦਾ ਹੁੰਦਾ, ਤੇ ਤੁਸੀਂ ਤਾਂ ਪਹਿਲੀ ਗੱਲ ਕਰਤੀ। ਮੈਂ ਪੂਰੇ ਹਫਤੇ ਦਾ ਹੀ ਵੇਖ ਲੈਂਦੀ ਨਹੀਂ ਕਿ ਪੂਰੇ ਹਫਤੇ 'ਚ ਕੀ ਅੱਛਾ ਅੱਗੇ ਕੀ ਹੋਣਾ, ਕਿਵੇਂ ਦਾ ਮੌਸਮ ਰਹੇਗਾ, ਕਦੋਂ ਤੱਕ ਗਰਮੀ ਦੇਖਣ ਨੂੰ ਮਿਲ ਸਕਦੀ ਹੈ। ਹਾਂਜੀ ਸਰ, ਹੁਣ ਜਿਨ੍ਹਾਂ ਨੂੰ ਠੰਡ ਜ਼ਿਆਦਾ ਲੱਗਦੀ ਉਹਨਾਂ ਨੇ ਤਾਂ ਵੇਖਣਾ ਹੀ ਹੈ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਸਰ। ਸਭ ਤੋਂ ਪਹਿਲਾਂ ਓਨਟਾਰੀਓ ਬਜਟ ਦੀ। ਸਭ ਤੋਂ ਪਹਿਲਾ ਸਵਾਲ ਇਹੀ ਹੈ ਹਰੇਕ ਦਾ ਕਿ ਓਨਟਾਰੀਓ ਦੇ ਵਿੱਚ ਜਿਹੜਾ ਅੱਜ ਸਰਕਾਰ ਨੇ ਬਜਟ ਪੇਸ਼ ਕੀਤਾ, ਬਰੈਂਪਟਨ ਵਾਸੀਆਂ ਨੂੰ ਬੜੀਆਂ ਉਮੀਦਾਂ ਸੀ ਕਿ ਬਰੈਂਪਟਨ ਵਾਲਿਆਂ ਨੂੰ ਸ਼ਾਇਦ ਨਵੇਂ ਹਸਪੀਟਲ ਦੀ ਅਨਾਉਂਸਮੈਂਟ ਹੋ ਜਾਏਗੀ। ਸਵੇਰ ਤੋਂ ਬਹੁਤ ਪੋਸਟਾਂ ਪਾਈਆਂ ਜਾ ਰਹੀਆਂ ਸੀ, ਵੱਖ-ਵੱਖ ਅਦਾਰੇ ਪੋਸਟਾਂ ਪਾ ਰਹੇ ਸੀ ਕਿ ਅੱਜ ਨਵੇਂ ਹਸਪੀਟਲ ਦਾ ਐਲਾਨ ਹੋ ਜਾਣਾ ਆ, ਤੇ ਕਈ ਮੀਡੀਆ ਅਦਾਰਿਆਂ ਨੇ ਵੀ ਇਹ ਗੱਲਾਂ ਸਾਂਝੀਆਂ ਕੀਤੀਆਂ ਨੇ। ਸੋ ਫਾਈਨਲੀ ਅੱਜ ਸਰ ਬਰੈਂਪਟਨ ਦਾ ਹਸਪੀਟਲ ਦਾ ਮੁੱਦਾ ਕਿੱਥੇ ਕਿਸ ਵਕਤ ਛਾ ਰਿਹਾ ਵਾ। ਓਨਟਾਰੀਓ ਦਾ ਜਿਹੜਾ ਬਜਟ ਆਇਆ ਵਾ, ਕੀ ਬਜਟ ਦੇ ਵਿੱਚ ਕੋਈ ਲੁਭਾਵਣੀਆਂ ਗੱਲਾਂ ਆਈਆਂ, ਕੀ ਆਇਆ? ਦੇਖੋ ਤਰਨ, ਬਜਟ ਹਮੇਸ਼ਾ ਸਰਕਾਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਆਵਾਮ ਹੈ ਉਹਦੇ ਵਾਸਤੇ ਚੰਗਾ ਕੰਮ ਕੀਤਾ ਜਾਵੇ। ਕੋਸ਼ਿਸ਼ ਹੁੰਦੀ ਹੈ ਕਿਉਂਕਿ ਉਹਨਾਂ ਨੇ ਵੋਟਾਂ ਪਾ ਕੇ ਉਹਨੂੰ ਲੈ ਕੇ ਆਉਂਦਾ, ਉਹਨਾਂ ਨੂੰ ਆਸਾਂ ਵੀ ਹੁੰਦੀਆਂ ਨੇ। ਇਹ ਕੋਵਿਡ ਬਜਟ ਹੈ, ਘਾਟੇ ਤਾਂ ਜਾਣੇ ਜਾਣਾ ਨੈਚੁਰਲੀ ਹੈ, ਕੋਈ ਫਰਕ ਨਹੀਂ। ਸਭ ਨੂੰ ਪਤਾ ਨਹੀਂ ਘਾਟੇ ਜਾਣਾ ਸੀਗਾ। ਤੁਸੀਂ ਗੱਲ ਪਹਿਲਾਂ ਸ਼ੁਰੂ ਕੀਤੀ ਹੈ ਕਿ ਹਸਪੀਟਲ, ਪਹਿਲਾਂ ਆਪਾਂ ਹਸਪੀਟਲ ਦੀ ਗੱਲ ਹੀ ਕਰ ਲੈਂਦੇ ਹਾਂ। ਬਿਲਕੁਲ ਡਿਪੈਂਡ ਕਰਦਾ ਤੁਸੀਂ ਕਿਹੜੇ ਪਾਸੇ ਹੋ, ਕਿਹੜੇ ਨਜ਼ਰੀਏ ਤੋਂ ਦੇਖਦੇ ਹੋ। ਹਾਂਜੀ, ਬਰੈਂਪਟਨ ਨੂੰ ਜੀ ਹਸਪੀਟਲ ਮਿਲ ਵੀ ਗਿਆ ਤੇ ਨਹੀਂ ਵੀ ਮਿਲਿਆ ਜੀ। ਜੋ ਕੁਛ ਬਜਟ ਦੇ ਵਿੱਚ ਆਇਆ ਉਸ ਤੋਂ, ਕਿਉਂਕਿ ਹਲੇ ਡਿਟੇਲਸ ਆਉਣੀਆਂ ਨੇ ਸਾਰੀਆਂ, ਹਲੇ ਇਹਨਾਂ ਤੇ ਪੜਚੋੜ ਕਰਨੀ ਹੈਗੀ ਹੈ। 4 ਵਜੇ ਆਇਆ ਜੀ, 4:30 ਤੱਕ ਆਪਾਂ 5:30 ਤੱਕ ਆਪਾਂ ਦੂਸਰਾ ਪ੍ਰੋਗਰਾਮ ਕੀਤਾ ਬਜਟ ਦੇ ਉੱਤੇ। ਹਲੇ ਪੂਰੀ ਪੜਚੋੜ ਹੋਏਗੀ ਜੀ, ਹੌਲੀ ਹੌਲੀ ਪਤਾ ਲੱਗੇਗਾ। ਪਰ ਜੋ ਕੁਛ ਪਤਾ ਲੱਗ ਰਿਹਾ ਹਸਪੀਟਲ ਬਾਰੇ, ਨਵਾਂ ਹਸਪੀਟਲ ਸ਼ਾਇਦ ਨਹੀਂ ਬਣਨਾ, ਪਰ ਜਿਹੜਾ ਪੀਲ ਮੈਮੋਰੀਅਲ ਆ ਉਹਨੂੰ ਵਿੱਚ ਹੋਰ ਵਾਧਾ ਕਰਕੇ ਹਸਪੀਟਲ ਵੱਡਾ ਕੀਤਾ ਜਾਣ ਦੇ, ਅਪਗ੍ਰੇਡ ਕੀਤਾ ਜਾਊਗਾ ਉਹਨੇ ਬਸ। ਇਹਦਾ ਫਾਇਦਾ ਵੀ ਹੈ ਜੇ ਸੋਚਿਆ ਜਾਵੇ ਤਰਨ। ਜਿਹੜਾ ਨਵਾਂ ਹਸਪੀਟਲ ਆ ਕਿਤੇ ਵੀ ਤਿਆਰ ਕਰਨਾ, ਜਦੋਂ ਵੀ ਹੁੰਦੇ, ਉਹਦੇ ਮਿਨੀਮਮ 10 years ਆ ਮਿਨੀਮਮ। ਬਿਲਕੁਲ। ਅਸਲ ਜਿਹੜਾ ਯਾਰਕ ਵਾਲਾ ਹਸਪੀਟਲ ਹੁਣੇ ਖੋਲਿਆ, ਉਹਨੂੰ 14 ਸਾਲ ਦੇ ਨੇੜੇ ਲੱਗੇ। ਸੋ ਇਟ ਮੀਨਸ ਕਿਹਾ ਦੱਸ ਜਾਂਦਾ, ਟਾਈਮ ਉਦੋਂ ਵੱਧ ਲੱਗ ਜਾਂਦਾ। ਇੱਕ ਆਲਰੇਡੀ ਐਗਜ਼ਿਸਟਿੰਗ ਪਲੇਸ ਹੈਗੀ ਆ, ਜਗ੍ਹਾ ਆਲਰੇਡੀ ਹੈਗੀ ਆ,
ਉੱਥੇ ਅਪਰੂਵਲਸ ਹੋਈਆਂ ਹੋਈਆਂ ਨੇ, ਹਸਪੀਟਲ ਉੱਥੇ ਹੈਗਾ ਸੀਗਾ। ਹੁਣ ਉਹਦੇ ਵਿੱਚ ਜੇ ਹੋਰ ਵਾਧਾ ਕਰਕੇ ਉਹਨੂੰ ਹੀ ਨਵੇਂ ਇਕਵਿਪਮੈਂਟ ਨਾਲ ਲੈਸ ਕਰ ਦਿੱਤਾ ਜਾਂਦਾ। ਮੇਰਾ ਖਿਆਲ ਹੈ ਸਾਨੂੰ ਇਸ ਤੱਕ ਹੀ ਸੋਚਣਾ ਚਾਹੀਦਾ ਕਿ ਸਾਡੇ ਕੋਲ 2 ਹਸਪੀਟਲ ਹੈਗੇ ਨੇ, ਪੁਰਾਣਾ ਹਸਪੀਟਲ ਤੇ ਨਵਾਂ ਹਸਪੀਟਲ ਜੀ, ਠੀਕ ਹੈ। ਪਰ ਹਸਪੀਟਲ ਜੇ ਬਣੇਗਾ ਉਹਦਾ ਨਵਾਂ ਉਹ 'ਚ ਵਾਧਾ ਹੋਏਗਾ। ਹੁਣ ਡਿਪੈਂਡ ਕਰਦਾ, ਜਿਹੜੀ ਕੰਜ਼ਰਵੇਟਿਵ ਸਰਕਾਰ ਹੈਗੀ ਆ ਉਹ ਕਹਿ ਰਹੀ ਵੀ ਹਸਪੀਟਲ ਦੇਤਾ, ਜਿਹੜੀ ਆਪੋਜੀਸ਼ਨ ਹੈ ਗੁਰਰਤਨ ਉਹਨਾਂ ਦਾ ਮੈਸੇਜ ਆ ਗਿਆ ਆਲਰੇਡੀ, ਤੇ ਉਹਨਾਂ ਨੇ ਕਿਹਾ ਵੀ ਬਰੈਂਪਟਨ ਨੂੰ ਹਸਪੀਟਲ ਨਹੀਂ ਮਿਲਿਆ। ਠੀਕ, ਉਹਨਾਂ ਦਾ ਇਹੀ ਮੈਸੇਜ ਹੈ ਨਾ। ਪ੍ਰਭੂ ਸਰਕਾਰੀ ਸਾਹਿਬ ਦਾ ਮੈਸੇਜ ਹੈ ਕਿ ਹਸਪੀਟਲ ਮਿਲ ਗਿਆ। ਸਰਕਾਰੀ ਸਾਹਿਬ ਦਾ ਮੈਸੇਜ ਇਹ ਆਇਆ ਜੀ ਕਿ ਬਰੈਂਪਟਨ ਨੂੰ ਹਸਪੀਟਲ ਮਿਲ ਗਿਆ, ਵਧਾਈਆਂ। ਗੁਰਰਤਨ ਹੁਣੀ ਕਹਿੰਦੇ ਹਸਪੀਟਲ ਨਹੀਂ ਮਿਲਿਆ। ਹੁਣ ਦੋਨਾਂ ਦੀ ਆਪੋ ਆਪਣਾ ਨਜ਼ਰੀਆ ਡਿਪੈਂਡ ਕਰਦਾ। ਸਾਡੀ ਕੀ ਹੈ, ਸਾਨੂੰ ਇਉਂ ਚਾਹੀਦਾ ਵੀ ਸਾਨੂੰ ਹਸਪੀਟਲ ਮਿਲ ਰਿਹਾ ਜੀ, ਨਵਾਂ ਹੋਇਆ ਪੁਰਾਣਾ ਹੋਇਆ, ਜੋ ਉਹਦੇ 'ਚ ਹੋਰ ਵਾਧਾ ਹੁੰਦਾ ਹੈ। ਬਿਲਕੁਲ ਐਗਜ਼ੈਕਟਲੀ ਜਿਹੜੀਆਂ ਨਵੇਂ ਹਸਪੀਟਲ ਦੇ ਵਿੱਚ ਇਕਵਿਪਮੈਂਟਸ ਵਗੈਰਾ ਹੈਗੇ ਨੇ, ਜੋ ਸਹੂਲਤਾਂ ਮਿਲਦੀਆਂ ਨੇ, nothing wrong with that। ਬਿਲਕੁਲ। ਤੇ ਸਰ ਜਿਹੜਾ ਐਨਡੀਪੀ ਦੀ ਇਸ ਵਕਤ ਖਾਸ ਤੌਰ ਤੇ ਸਟੇਟਮੈਂਟ ਆਈ ਹੈ ਜੋ ਹੁਣ ਤੱਕ ਦੇਖਣ ਨੂੰ ਮਿਲੀ, ਉਹਦੇ ਵਿੱਚ ਉਹਨਾਂ ਨੇ ਲਿਖਿਆ ਹੋਇਆ ਕਿ Doug Ford 2021 Ontario's budget, no new hospital or emergency room for Brampton। ਸੋ ਸਰ ਇਹਨਾਂ ਨੇ ਕਿਹਾ ਹੈ ਕਿ ਜਿਹੜਾ ਫੋਰਡਸ ਕੰਜ਼ਰਵੇਟਿਵ ਹੈਵ ਲੈਫਟ ਬ੍ਰੈਂਪਟਨ ਬਿਹਾਈਂਡ ਅਗੇਨ, ਵੀ ਬ੍ਰੈਂਪਟਨ ਨੂੰ ਇੱਕ ਵਾਰ ਫਿਰ ਤੋਂ ਪਿੱਛੇ ਛੱਡ ਦਿੱਤਾ ਗਿਆ। ਬ੍ਰੈਂਪਟਨ ਦੀ ਹੀ ਗੱਲ ਹਮੇਸ਼ਾ ਕਿਉਂ ਕੀਤੀ ਜਾਂਦੀ ਹੈ ਸਰ? ਪਿਛਲੇ ਕਾਫੀ ਸਾਲਾਂ ਤੋਂ ਦੇਖ ਲਈਏ, ਜਦੋਂ ਲਿਬਰਲਸ ਦੀ ਵੀ ਸਰਕਾਰ ਸੀਗੀ ਉਸ ਵੇਲੇ ਵੀ ਇਹ ਮੁੱਦਾ ਕਾਫੀ ਛਾਇਆ ਰਿਹਾ ਵਾ ਇੱਥੇ। ਜਦੋਂ ਲਿਬਰਲਸ ਦੀ ਹੈਗੀ ਸੀਗੀ, ਜੇ ਅਸੀਂ ਗੱਲ ਕਰੀਏ ਪ੍ਰੋਵਿੰਸ਼ੀਅਲ ਗਵਰਨਮੈਂਟ, ਉਦੋਂ ਵੀ ਇਹ ਮੁੱਦਾ ਛਾਇਆ ਰਿਹਾ ਕਿ ਉਦੋਂ ਵੀ ਨਹੀਂ ਕੋਈ ਹਸਪੀਟਲ ਦੀ ਗੱਲ ਹੋਈ। ਹੁਣ ਕੰਜ਼ਰਵੇਟਿਵਸ ਦੀ ਸਰਕਾਰ ਹੋ ਗਈ, ਬ੍ਰੈਂਪਟਨ ਹਜੇ ਵੀ ਪਿੱਛੇ ਚੱਲ ਰਿਹਾ ਵਾ। ਬ੍ਰੈਂਪਟਨ ਦੀ ਸਾਰ ਲਈ ਕਦੋਂ ਜਾਊਗੀ ਫਿਰ? ਇਹ ਜਦੋਂ ਅਸੀਂ ਜਿਹੜੀ ਐਗਜ਼ਿਸਟਿੰਗ ਸਰਕਾਰ ਹੁੰਦੀ ਹੈ, ਜਦੋਂ ਅਸੀਂ ਉਹਨਾਂ ਨੂੰ ਫੋਟੋ ਖਿਚਾਉਣੋਂ ਹਟ ਜਾਵਾਂਗੇ ਤੇ ਸਵਾਲ ਕਰਨ ਲੱਗਾਂਗੇ, ਉਦੋਂ ਹੀ ਸੁਣੀ ਜਾਏਗੀ। ਜਦ ਅਸੀਂ ਸਿਰਫ ਫੋਟੋ ਖਿਚਾ ਕੇ ਪਰੇ ਹੋ ਜਾਂਦੇ ਹਾਂ, ਸਵਾਲ ਨਹੀਂ ਕਰਦੇ, ਅਸੀਂ ਸਮਝਦੇ ਹਾਂ ਬੜਾ ਮਾਣ ਆ ਮੇਰਾ ਕਿਸੇ ਵੀ ਪੋਲੀਟੀਸ਼ੀਅਨ ਨਾਲ ਫੋਟੋ ਖਿੱਚ ਕੇ ਮੈਂ ਲੋਕਾਂ ਨੂੰ ਦਿਖਾਉਣਾ ਵੀ ਹਾਂ ਦੇਖੋ ਜੀ ਮੇਰੀ ਫੋਟੋ ਹੈ, ਉਹ ਕੁਝ ਤੁਹਾਡਾ ਕੰਮ ਨਹੀਂ ਸਾਰਦੀਆਂ। ਜਦ ਤੱਕ ਤੁਸੀਂ ਤਿੱਖੇ ਸਵਾਲ ਨਹੀਂ ਕਰਦੇ, ਮੀਡੀਆ ਦਾ ਕੰਮ ਹੈਗਾ ਸਵਾਲ ਕਰਨਾ, ਅਸੀਂ ਕਰਦੇ ਹਾਂ ਜਿੰਨੇ ਸਾਡੇ ਤੋਂ ਹੁੰਦੇ ਹੈਗੇ ਆ, ਪਰ ਮੀਡੀਆ ਦੀ ਥਾਂ ਤੇ ਜਦੋਂ ਇੰਡੀਵਿਜੂਅਲ ਸਵਾਲ ਕਰਦਾ ਤਾਂ ਉਹਨਾਂ ਨੂੰ ਸੱਚੀ ਲੱਗਦਾ ਕਿ ਹਾਂ ਇਹ ਇੱਥੇ ਜ਼ਰੂਰਤ ਹੈਗੀ ਹੈ, ਇਹਨਾਂ ਗੱਲਾਂ ਲੋਕਾਂ ਦੀ ਗੱਲ ਸੁਣਨੀ ਚਾਹੀਦੀ। ਹੁਣ ਇੱਕ ਗੱਲ ਹੋਰ ਮੈਨੂੰ ਹੁਣੇ ਦਿਮਾਗ 'ਚ ਆਈ ਹੈ, ਜਿੰਨਾ ਕੁ ਮੈਂ ਬਜਟ ਪੜ੍ਹਿਆ ਉਹ 'ਚ ਆਟੋ ਇੰਸ਼ੋਰੈਂਸ ਦੀ ਕੋਈ ਗੱਲ ਨਹੀਂ ਹੈਗੀ, ਕੋਈ ਸਾਹ ਹੈ ਨਹੀਂਗਾ। ਇੱਕ ਗੱਲ ਕੀਤੀ ਆ, ਜਿਹੜੇ ਸਕੂਲ ਏਜ ਕਿਡਸ ਨੇ ਉਹਨਾਂ ਪਰਿਵਾਰਾਂ ਨੂੰ ਪਰ ਬੱਚੇ ਦਾ $400 ਸਰਕਾਰ ਨੇ ਹੋਰ ਦੇਣਾ। ਤੇ ਇੱਕ ਹੋਰ ਹੈ ਜਿਹੜਾ ਉਹਨਾਂ ਨੂੰ ਟੈਕਸ ਕ੍ਰੈਡਿਟ, ਚਾਈਲਡ ਕੇਅਰ ਟੈਕਸ ਕ੍ਰੈਡਿਟ ਮਿਲਦਾ, ਉਹ ਪਹਿਲਾਂ $1200 ਤੇ ਮਿਲਦਾ ਸੀਗਾ, ਹੁਣ 1500 ਦੇ ਉੱਤੇ ਇਹ ਵਧਾ ਦਿੱਤਾ ਗਿਆ। ਕਈ ਗੱਲ ਟੂਰਿਜ਼ਮ ਦੇ ਉੱਤੇ $400 ਮਿਲੀਅਨ ਖਰਚਾ ਕਰਨਾ ਉਹਨਾਂ ਨੇ, $650 ਮਿਲੀਅਨ ਉਹਨਾਂ ਨੇ ਜਿਹੜੇ ਲੌਂਗ ਟਰਮ ਕੇਅਰ ਦੇ ਸਟਾਫਿੰਗਸ ਦੇ ਉੱਤੇ ਕਰਨਾ, ਹਾਲਾਂਕਿ 650 ਮਿਲੀਅਨ ਇੱਕ ਸਾਲ ਦਾ ਕੁਛ ਵੀ ਹੈ ਨਹੀਂਗਾ। ਕਿਉਂ? ਲੌਂਗ ਟਰਮ ਦਾ ਤਾਂ ਬਹੁਤ ਬੁਰਾ ਹਾਲ ਹੈ। ਲੌਂਗ ਟਰਮ ਵਾਸਤੇ ਫੋਰਡ ਸਰਕਾਰ ਨੇ ਆਪ ਹੋਈ ਮਿਲਟਰੀ ਸੱਦੀ ਸੀ ਕੋਵਿਡ-19 ਦੇ ਵਿੱਚ। ਜੇ ਪਤਾ ਤੁਹਾਨੂੰ ਇੰਨਾ ਬੁਰਾ ਹਾਲ ਹੈ ਤੇ ਤੁਸੀਂ $4.9 ਬਿਲੀਅਨ ਕਹਿ ਰਹੇ ਨੇ ਜੀ ਵੀ ਇਹਦੇ ਉੱਤੇ ਚਾਹੀਦੇ ਆ ਅਗਲੇ 4 ਸਾਲਾਂ 'ਚ ਰਲਾ ਮਿਲਾ ਕੇ। ਇਹਨਾਂ ਨੇ ਕਮਿਟ ਕੀਤਾ 650 ਮਿਲੀਅਨ ਇੱਕ ਸਾਲ ਦਾ। ਜੇ 650 ਮਿਲੀਅਨ ਇੱਕ ਦਾ ਹੁੰਦਾ ਤਾਂ 4 ਸਾਲਾਂ ਦੇ ਵਿੱਚ 2.4 ਬਿਲੀਅਨ ਹੀ ਹੁੰਦਾ। ਠੀਕ ਹੈ, 4.9 ਮਿਲੀਅਨ ਦੀ ਗੱਲ ਕਰ ਰਹੇ ਹੋ, ਇਹ ਇੰਨਾ ਘਾਟਾ ਕਿੱਥੋਂ ਪੂਰਾ ਹੋਏਗਾ? ਐਨੀ ਹਾਊ ਓਵਰਆਲ ਜਿਹੜੇ ਹਿਸਾਬ 'ਚ ਬਜਟ ਹੈਗਾ, ਇਹਦੇ ਬਾਰੇ ਹੁਣ ਸਾਰੇ ਆਪਾਂ ਨੂੰ ਦੱਸਣਗੇ ਵੀ ਕੀ ਕਿਵੇਂ ਚੰਗਾ ਲੱਗਿਆ ਜਾਂ ਕੀ ਨਹੀਂ ਲੱਗਿਆ। ਬਟ ਇਟਸ ਗੋਇੰ ਬੀ ਇਹਦੇ ਉੱਤੇ ਡਿਬੇਟ ਅਜੇ ਹੋਵੇਗੀ ਜੀ, ਔਰ ਕਾਫੀ ਹੋਵੇਗੀ। 1-2 ਦਿਨਾਂ ਦੇ ਵਿੱਚ ਜ਼ਰੂਰ ਜਿਹੜੀ ਫੁੱਲੀ ਡਿਟੇਲ ਹੈਗੀ ਹੈ ਅਸੀਂ ਤੁਹਾਡੇ ਨਾਲ ਉਹ ਵੀ ਲੈ ਕੇ ਆਵਾਂ। ਬਿਲਕੁਲ ਜੀ। ਤੇ ਉੱਥੇ ਦੂਜੇ ਪਾਸੇ ਗੱਲ ਕਰੀਏ, ਆਪਾਂ ਹਸਪੀਟਲਸ ਦੀ ਤਾਂ ਗੱਲ ਕਰ ਰਹੇ ਹਾਂ, ਪਰ ਉੱਥੇ ਇਹ ਵੀ ਕਿਹਾ ਜਾ ਰਿਹਾ ਜਿਹੜੇ ਹੁਣ ਕੋਵਿਡ ਦੀਆਂ ਗੱਲਾਂ ਹੋ ਰਹੀਆਂ ਨੇ ਕਿ ਵੈਕਸੀਨ ਸਭ ਨੂੰ ਦਿੱਤੀ ਜਾਵੇ। ਫਰੰਟਲਾਈਨ ਵਰਕਰਸ ਦੇ ਨਾਲ ਸਭ ਤੋਂ ਪਹਿਲਾਂ ਸੀਗਾ ਕਿ ਹਸਪੀਟਲ ਦੇ ਸਟਾਫ ਵਾਲੇ ਖੁਦ ਸਭ ਤੋਂ ਪਹਿਲਾਂ ਕਿ ਉਹਨਾਂ ਨੂੰ ਵੈਕਸੀਨ ਲੱਗਣੀ ਚਾਹੀਦੀ ਹੈ, ਕਿਉਂਕਿ ਇਸ ਵਕਤ ਮਰੀਜ਼ਾਂ ਨੂੰ ਉਹ ਸੰਭਾਲ ਰਹੇ ਨੇ। ਹੈਲਥ ਕੇਅਰ ਵਰਕਰਸ ਦੀ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਪ੍ਰਾਇੋਰਟੀ ਦੇ ਆਧਾਰ ਤੇ ਹੈਲਥ ਕੇਅਰ ਵਰਕਰਸ ਨੂੰ ਜਿਹੜੀਆਂ ਵੈਕਸੀਨ ਦੀਆਂ ਡੋਜ਼ਸ ਮਿਲਣ। ਪਰ ਹੁਣ ਸੁਣਨ ਦੇ ਵਿੱਚ ਆ ਰਿਹਾ ਕਿ ਬਹੁਤੇ ਹੈਲਥ ਕੇਅਰ ਵਰਕਰਸ ਅਜਿਹੇ ਨੇ ਜਿਨ੍ਹਾਂ ਨੇ ਆਪਣੇ ਆਪ ਨੂੰ ਹੀ ਰਜਿਸਟਰ ਨਹੀਂ ਕੀਤਾ ਡੋਜ਼ਸ ਲੈਣ ਲਈ, ਦੂਜਿਆਂ ਦੇ ਡੋਜ਼ ਲਗਾ ਰਹੇ ਨੇ। ਸਰ, ਉਹਨਾਂ ਦੇ ਖੁਦ ਦੇ ਡੋਜ਼ ਜਿਹੜੇ ਉਹ ਕਦੋਂ ਲੱਗਣਗੇ? ਕਰਨ ਇਹ ਤਕਰੀਬਨ 4000 ਤੋਂ ਉੱਪਰ ਹੈਲਥ ਕੇਅਰ ਵਰਕਰਸ ਨੇ ਜਿਨ੍ਹਾਂ ਨੇ ਅਜੇ ਤੱਕ ਆਪਣੀਆਂ ਅਪਾਇੰਟਮੈਂਟਸ ਨਹੀਂ ਬਣਾਈਆਂ ਨੇ, ਔਰ ਉਹਨਾਂ ਦਾ ਲੱਗਦਾ ਹੈਲਥ ਕੇਅਰ ਵਰਕਰ ਨੂੰ ਤਾਂ ਸਭ ਤੋਂ ਜ਼ਿਆਦਾ ਜ਼ਰੂਰਤ ਹੈਗੀ ਹੈ, ਜਾਂ ਤਾਂ ਉਹਨਾਂ ਨੂੰ ਇਸ ਗੱਲ ਤੇ ਯਕੀਨ ਨਹੀਂ ਹੈ, ਇਸ ਵੈਕਸੀਨ ਤੇ ਯਕੀਨ ਨਹੀਂ ਹੈ, ਇਹ ਕਰਕੇ ਨਹੀਂ ਕਰ ਰਹੇ। ਪਰ ਇਹ ਬਹੁਤ ਜਿਹੜਾ ਟ੍ਰੈਂਡ ਹੈ, ਇਹ ਰੁਝਾਨ ਹੈ, ਬਹੁਤ ਮਾੜਾ ਹੈ। ਜਿਹੜੇ ਖਾਸ ਕਰਕੇ ਇੱਕ ਗੱਲ ਆਮ ਕੀਤੀ ਜਾਂਦੀ ਹੈ, ਮੈਂ ਉਹਨਾਂ ਜਿਹੜੇ ਦਰਸ਼ਕਾਂ ਨੂੰ ਇਸ ਵਿਚਾਰ ਬਾਰੇ ਸੋਚਦੇ ਨੇ ਉਹਨਾਂ ਦੇ ਨਾਲ ਵੀ ਇਹ ਗੱਲ ਕਰਨੀ ਚਾਹੁੰਦਾ ਕਿ ਤੁਸੀਂ ਕਹਿੰਦੇ ਮੇਰੀ ਬਾਡੀ ਹੈ, ਮੇਰੀ ਮਰਜ਼ੀ ਹੈ, ਮੈਂ ਲਵਾਵਾਂ ਜਾਂ ਨਾ ਲਵਾਵਾਂ।
ਦੈਟਸ ਫਾਈਨ। ਤੁਸੀਂ ਇਕੱਲੇ ਏਕਾਂਤ 'ਚ ਰਹਿੰਦੇ ਹੋ, ਠੀਕ ਆ, ਨਾਲ ਲਵਾਓ ਜੀ। ਤੁਸੀਂ ਪਲੇਨ ਤੇ ਚੜ੍ਹਦੇ ਹੋ, ਪਲੇਨ ਤੇ ਚੜ੍ਹਨ ਵਾਸਤੇ ਜਾਂਦੇ ਹੋ, ਤੁਸੀਂ ਸਿਕਿਉਰਿਟੀ ਚੈੱਕ ਕਰਾਉਂਦੇ ਹੋ, ਤੁਸੀਂ ਕਹਿੰਦੇ ਮੈਂ ਨਹੀਂ ਸਿਕਿਉਰਿਟੀ ਚੈੱਕ ਕਰਾਉਣਾ ਜੀ, ਮੇਰਾ ਮਰਜ਼ੀ ਆ, ਮੈਂ ਨਹੀਂ ਕਰਾਉਣੀ ਆ। ਉਹ ਕਹਿੰਦੇ ਕਿ ਚੰਗਾ ਭਾਈ ਨਾ ਕਰਾ, ਤੁਸੀਂ ਪਲੇਨ ਤੇ ਨਹੀਂ ਚੜਾਉਂਦੇ। ਇਹੀ ਗੱਲ ਇਹਨਾਂ ਦੀ। ਜਿਹੜਾ ਨਹੀਂ ਲਵਾਉਣ ਨੂੰ ਤਿਆਰ ਹੈਗਾ, ਤੁਸੀਂ, ਤੁਹਾਡਾ ਸੁਸਾਇਟੀ ਬਾਰੇ ਵੀ ਕੋਈ ਫਰਜ਼ ਬਣਦਾ ਜੀ। ਤੁਸੀਂ ਉਸ ਸੁਸਾਇਟੀ 'ਚ ਵਿਚਰਨਾ। ਤੁਹਾਨੂੰ ਹੋ ਸਕਦਾ ਤੁਹਾਡੇ ਤੋਂ ਕਿਸੇ ਹੋਰ ਨੂੰ ਹੋ ਜਾਵੇ, ਸੁਸਾਇਟੀ 'ਚ ਨਹੀਂ ਹੋਣਾ ਚਾਹੁੰਦੇ, ਦੈਟਸ ਫਾਈਨ। ਤੁਸੀਂ ਆਪਦੇ ਘਰੇ ਬੰਦ ਰਹਿਣਾ ਚਾਹੁੰਦੇ ਹੋ, ਠੀਕ ਹੈ। ਪਰ ਜੇ ਸਾਡੀਆਂ ਸਰਕਾਰਾਂ ਇਹ ਕਹਿ ਰਹੀਆਂ ਨੇ ਓਵਰਆਲ ਜੇ ਲਵਾਉਣਾ ਚਾਹੀਦਾ, ਅਨਲੈਸ ਯੂ ਹੈਵ ਸਮ ਪ੍ਰੋਬਲਮ, ਕੋਈ ਮੈਡੀਕਲ ਪ੍ਰੋਬਲਮ ਹੈਗੀ ਹੈ, ਤੁਹਾਨੂੰ ਤੁਹਾਡੇ ਨਾਲ ਰਿਐਕਸ਼ਨ ਕਰਨਾ ਚਾਹੁੰਦੇ ਆ, ਜਦ ਇੰਨੇ ਲੋਕੀ ਲਵਾ ਰਹੇ ਆ, ਹਜੇ ਤੱਕ ਤਾਂ ਕੋਈ ਨੁਕਸਾਨ ਹੋਇਆ ਨਹੀਂ ਹੈ। ਅੱਜ ਜਿਹੜੇ ਬਲੱਡ ਕਲੌਟਸ ਦੀ ਗੱਲ ਹੋਈ ਹੈ, ਇਹ ਜ਼ਰੂਰੀ ਨਹੀਂ ਹੈ ਵੀ ਇਸੇ ਕਰਕੇ ਹੀ ਹੋ, ਕੋਈ ਹੋਰ ਕਾਰਨ ਵੀ ਹੋ ਸਕਦਾ। ਐਂਡ ਪਰਸੈਂਟੇਜ ਜਿਹੜੀ ਹੈ ਇਹ ਤਾਂ 0.0000 ਕਿਤੇ ਜਾ ਕੇ ਫਿਰ ਇੱਕ ਤਾਂ ਹਿੰਸਾ ਲੱਗੇਗਾ। ਤਾਂ ਵੀ ਜਿਹੜੇ ਖਾਸ ਕਰਕੇ ਜਦੋਂ ਹੈਲਥ ਵਾਲੇ ਨਹੀਂ ਲਵਾਉਂਦੇ, ਇਹ ਦੂਜੇ ਲੋਕਾਂ ਵਾਸਤੇ ਸੁਨੇਹਾ ਬੜਾ ਗਲਤ ਜਾਂਦਾ। ਲੱਗਦਾ ਇਹ ਤਾਂ ਆਪ ਤਾਂ ਲਵਾਉਂਦੇ ਨਹੀਂ, ਰਾਈਟ। ਇਹਨਾਂ ਨੂੰ ਤਾਂ ਪਹਿਲਾਂ ਲਾਉਣੇ ਚਾਹੀਦੇ ਸੀਗੇ। ਲੋਕੀ ਰੌਲਾ ਪਾ ਰਹੇ ਆ ਕਿ ਸਾਡੀ ਵਾਰੀ ਪਹਿਲਾਂ ਹੋਣੀ ਚਾਹੀਦੀ ਆ। ਹਾਲਾਂਕਿ ਹੋ ਸਕਦਾ ਇਹ ਵੀ ਰੀਜ਼ਨ ਹੋਵੇ ਕਿ ਸ਼ਾਇਦ ਉਹਨਾਂ ਨੂੰ ਟਾਈਮ ਨਹੀਂ ਮਿਲਿਆ ਜਾਂ ਇੰਨਾ ਬਿਜ਼ੀ ਸਕੈਜੂਲ ਹੋਣਾ। ਪਰ ਇੱਕ ਤਰ੍ਹਾਂ ਨਾਲ ਜੇ ਤੁਸੀਂ ਜੋ ਵੀ ਗੱਲ ਕਹੋ, ਅਸੀਂ ਦੂਜੇ ਪਾਸੇ ਕਹਿ ਰਹੇ ਹਾਂ ਕਿ ਅਦਾਰੇ ਨੇ ਪੇਡ ਆਫ ਦੇ ਰਹੇ ਨੇ ਆਪਣੇ ਕਾਮਿਆਂ ਨੂੰ, EMPLOYERS ਨੂੰ, ਕਿ ਤੁਸੀਂ ਜਾ ਕੇ ਆਪਣੀ ਲਗਵਾ ਕੇ ਆਓ ਵੈਕਸੀਨ, ਤੁਹਾਨੂੰ ਪੇਡ ਆਫ ਦਿੱਤੀ ਜਾਏਗੀ। ਰੈਸਟੋਰੈਂਟਸ ਅਜਿਹੇ ਅਸੀਂ ਕਈ ਨਾਮ ਸੁਣੇ ਨੇ। ਉੱਥੇ ਦੂਜੇ ਪਾਸੇ ਹੈਲਥ ਕੇਅਰ ਵਰਕਰਸ ਜਿਹੜੇ ਦੂਜਿਆਂ ਨੂੰ ਪ੍ਰੋਵਾਈਡ ਕਰਵਾ ਰਹੇ ਹੋ, ਤੁਸੀਂ ਖੁਦ ਲਗਾ ਨਹੀਂ ਰਹੇ ਹੋ। ਬਿਲਕੁਲ ਸਰ, ਇਹ ਬੜਾ ਗਲਤ ਰੁਝਾਨ ਆ। ਔਰ ਮੇਰਾ ਖਿਆਲ ਹੈ ਇਸ ਦੇ ਬਾਅਦ ਇੱਕ ਇੱਥੇ ਬਹੁਤ ਵੱਡੇ ਹਸਪੀਟਲ ਦੇ CEO ਨੇ ਅੱਜ ਮੈਸੇਜ ਦਿੱਤਾ ਆਪਦੇ ਜਿੰਨੇ ਉੱਥੇ ਵਰਕਰਸ ਨੇ ਵੀ ਤੁਸੀਂ ਕਰਾਉਣਾ। ਉਹਦੇ ਨਾਲ ਕੁਝ ਕੁ ਲੋਕਾਂ ਨੇ ਅਪਾਇੰਟਮੈਂਟਸ ਬਣਾ ਲਈਆਂ ਨੇ, ਪਰ ਹਜੇ ਵੀ ਇੰਨੇ ਜਾਣਿਆਂ ਦਾ ਰਹਿ ਜਾਣਾ ਮੇਰੇ ਖਿਆਲ ਕੋਈ ਬਹੁਤਾ ਵਧੀਆ ਗੱਲ ਨਹੀਂ ਹੈ। ਪਰ ਰੈਸਟੋਰੈਂਟ ਵਰਕਰਸ ਉਹਨਾਂ ਲਈ ਥੋੜੀ ਜਿਹੀ ਖੁਸ਼ਖਬਰੀ ਹੈ ਕਿ ਜਿਹੜਾ ਫੇਸ 2 ਹੈ ਉਹਦੇ ਵਿੱਚ ਓਨਟਾਰੀਓ ਦੇ ਰੈਸਟੋਰੈਂਟਸ ਵਰਕਰ ਆ ਚੁੱਕੇ ਨੇ ਤੇ ਉਹਨਾਂ ਨੂੰ ਹੁਣ ਕੋਵਿਡ ਵੈਕਸੀਨ ਮਿਲੇਗੀ। ਸੋ ਜੇਕਰ ਤੁਸੀਂ ਰੈਸਟੋਰੈਂਟ ਦੀ ਕੋਈ ਜੌਬ ਕਰ ਰਹੇ ਹੋ ਤਾਂ ਹੁਣ ਚਾਂਸਸ ਵੱਧ ਗਏ ਨੇ ਫੇਸ 2 ਦੇ ਵਿੱਚ ਸ਼ਾਇਦ ਤੁਸੀਂ ਆ ਸਕਦੇ ਹੋ ਤੇ ਤੁਹਾਨੂੰ ਜਿਹੜੀ ਆ ਵੈਕਸੀਨ ਦੀ ਡੋਜ਼ ਹੁਣ ਮਿਲ ਸਕਦੀ ਹੈ। ਸਰ ਗੁੱਡ ਨਿਊਜ਼ ਹੈ। ਹਾਂ, ਤਰਨ ਨੇ ਬੜੀ ਵਧੀਆ ਗੱਲ ਕੀਤੀ ਹੈਗੀ ਜਿਹੜੀ ਸਰਕਾਰ ਨੇ। ਆਪਾਂ ਪਰਸੋਂ ਚੌਥੇ ਇਹਦੇ ਬਾਰੇ ਮਾੜੀ ਜੀ ਗੱਲ ਕੀਤੀ ਸੀ ਕਿ ਸਰਕਾਰ ਜੀ ਤੁਹਾਡੀ ਜਿਹੜੀਆਂ ਇਹ ਵਿਚਾਰ ਕੀਤਾ ਉਹਨਾਂ ਨੇ ਅਲਾਉ ਕਰ ਦਿੱਤਾ ਹੈ। ਔਰ ਦਲੀਲ ਇਹ ਸੀ ਕਿ ਤਰਨ ਜਿਹੜੇ ਗਰੋਸਰੀ ਵਰਕਰਸ ਨੇ ਉਹਨਾਂ ਨੂੰ ਤਾਂ ਇਹ ਅਲਾਉ ਕਰ ਦਿੱਤਾ ਗਿਆ। ਗਰੋਸਰੀ ਵਰਕਰ ਦੀ ਜਿਹੜੀ ਇੰਟਰੈਕਸ਼ਨ ਹੈਗੀ ਹੈ ਇੰਨੀ ਜ਼ਿਆਦਾ ਇੰਟਰੈਕਸ਼ਨ ਨਹੀਂ ਹੈ ਇਸ ਦੇ ਨਾਲ ਜਿੰਨੀ ਕਿ ਜਿਹੜਾ ਰੈਸਟੋਰੈਂਟ ਦੇ ਵਿੱਚ ਹੈਗਾ EMPLOYE ਕੰਮ ਕਰ ਰਿਹਾ ਉਹਦੀ ਇੰਟਰੈਕਸ਼ਨ ਜ਼ਿਆਦਾ ਹੈ। ਸੋ ਉਹਨਾਂ ਨੇ ਜਿਹੜੀ ਰਿਕੁਐਸਟ ਕੀਤੀ ਸੀਗੀ, ਇਹ ਹੋਪਫੁਲੀ ਚੰਗੀ ਗੱਲ ਕੀਤੀ ਹੈ ਸਰਕਾਰ ਨੇ, ਇਸ ਤੇ ਅਟੈਂਸ਼ਨ ਐਂਡ ਇਹ ਤੋਂ ਇੱਕ ਮੈਸੇਜ ਹੋਰ ਆਉਂਦਾ ਕਾਰਨ ਮੈਨੂੰ ਲੱਗਦਾ ਰੈਸਟੋਰੈਂਟਸ ਬੜੀ ਛੇਤੀ ਖੁੱਲਣ ਜਾ ਰਹੇ। ਜਿਹੜੀ ਸਰਕਾਰ ਨੇ ਇਹਨਾਂ ਨੂੰ ਅਲਾਉ ਕਰ ਦਿੱਤਾ ਨਾ, ਇਹਦੇ ਨਾਲ ਉਹਨਾਂ ਕੋਲੇ ਹੁਣ ਦਲੀਲ ਹੈ ਰੈਸਟੋਰੈਂਟਸ ਉਹਨਾਂ ਕੋਲ ਵੀ ਸਾਡੇ ਸਾਰਿਆਂ ਦੇ ਵੈਕਸੀਨ ਲੱਗਿਆ ਹੈ, ਅਸੀਂ ਸੇਫ ਹੈਗੇ ਹਾਂ ਤੇ ਸਾਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਔਰ ਮੇਰੇ ਖਿਆਲ ਵਿਦਨ ਅ ਵੀਕ ਔਰ ਸੋ ਇਹ ਕੰਮ ਹੋ ਜਾਣਾ। ਪੈਟੀਓਸ ਤਾਂ ਜਿਵੇਂ ਇਜਾਜ਼ਤ ਮਿਲ ਗਈ ਹੈ ਕਿ ਤੁਸੀਂ ਓਪਨ ਦੇ ਵਿੱਚ ਜਿਵੇਂ ਬਾਹਰ ਖੋਲ ਸਕਦੇ ਹੋ। ਟੋਰਾਂਟੋ ਦੇ ਵਿੱਚ ਰੌਣਕਾਂ ਮੁੜ ਤੋਂ ਸ਼ੁਰੂ ਹੋ ਚੁੱਕੀਆਂ ਨੇ। ਸੋ ਹੁਣ ਅਸੀਂ ਦੇਖਦੇ ਹਾਂ ਕਿ ਸ਼ਾਇਦ ਰੈਸਟੋਰੈਂਟ ਦੇ ਅੰਦਰ ਵੀ ਸ਼ਾਇਦ ਕਿਤੇ ਇੱਕ ਕਰਕੇ ਮੇਬੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਸ਼ਾਇਦ ਇਹਦੇ ਬਾਰੇ ਅਨੁਮਾਨ ਲਗਾ ਸਕਦੇ ਹਾਂ। ਬਿਲਕੁਲ ਤਰ੍ਹਾਂ ਗ੍ਰੇ ਜ਼ੋਨ ਹੈ ਸਾਡੀ, ਟੋਰਾਂਟੋ ਗ੍ਰੇ ਜ਼ੋਨ ਦੇ ਵਿੱਚ ਹੈ ਜੀ, ਇਸ ਕਰਕੇ ਅੰਦਰ ਹਲੇ ਅਲਾਉਡ ਹੈ ਨਹੀਂਗਾ। ਪਰ ਜਿਹੜੀਆਂ ਰੈੱਡ ਜ਼ੋਨਸ ਨੇ, ਯੈਲੋ ਜ਼ੋਨਸ ਨੇ, ਉਹਦੇ ਵਿੱਚ ਸਰਟਨ ਪਰਸੈਂਟੇਜ ਆਫ ਦਾ ਏਰੀਆ ਦੇ ਇਨਸਾਈਡ ਇਨਡੋਰ ਡਾਈਨਿੰਗ ਵੀ ਅਲਾਉ ਕੀਤੀ ਗਈ ਹੈ। ਔਰ ਚਾਹੁੰਦਾ ਤਾਂ ਟੋਰਾਂਟੋ ਆ ਤਰਨ, ਹਜ਼ਾਰਾਂ ਦੀ ਗਿਣਤੀ ਵਿੱਚ ਰੈਸਟੋਰੈਂਟਸ ਨੇ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਬੜੀ ਹੈਰਾਨੀ। ਤੁਸੀਂ ਹੈਰਾਨੀ ਦੇਖੋ ਲਗਾਤਾਰ ਰੋ ਰੈਸਟੋਰੈਂਟਸ ਦੀ ਹੋਏਗੀ, ਇੰਨੇ ਜ਼ਿਆਦਾ ਰੈਸਟੋਰੈਂਟ, ਇੰਨੇ ਲੋਕ ਬਾਹਰ ਖਾਂਦੇ ਪੀਂਦੇ ਆ ਔਰ ਸਾਰਾ ਕੰਮ ਬੰਦ ਪਿਆ। ਹੋਪਫੁਲੀ ਜੀ ਰੈਸਟੋਰੈਂਟ ਵਾਲੇ ਤੁਹਾਡੇ ਵਾਸਤੇ ਚੰਗੀ ਖਬਰ ਹੈ ਕਿ ਤਾਂ ਵੈਕਸੀਨ ਦੀ ਗੱਲ ਹੋ ਗਈ ਹੈ ਔਰ ਜੇ ਤੁਹਾਡੇ ਵੈਕਸੀਨ ਲੱਗ ਗਿਆ ਤਾਂ ਟੀਮਸ ਖੁੱਲ ਵੀ ਜਾਣੇ ਚਾਹੀਦੇ ਜੀ। ਬਿਲਕੁਲ, ਪਰ ਵੈਕਸੀਨ ਪਹੁੰਚੇਗੀ ਕੈਨੇਡਾ ਪੂਰੇ ਟਾਈਮ ਦੇ ਉੱਤੇ, ਇਹ ਵੀ ਇੱਕ ਹੁਣ ਇੱਕ ਸਵਾਲੀਆ ਨਿਸ਼ਾਨ ਬਣ ਗਿਆ ਕਿਉਂਕਿ ਯੂਰਪ ਦੀ ਗੱਲ ਕੀਤੀ ਜਾਵੇ ਕੁਝ ਉਹਨੇ ਪਾਬੰਦੀਆਂ ਲਗਾ ਦਿੱਤੀਆਂ ਨੇ। ਯੂਰਪ ਨੂੰ ਵੀ ਹੈ ਕਿ ਸਾਡੇ ਦੇਸ਼ਾਂ ਦੇ ਵਿੱਚ ਸਭ ਤੋਂ ਪਹਿਲਾਂ ਹੁਣ ਵੈਕਸੀਨ ਸਾਨੂੰ ਵੀ ਮਿਲਣੀ ਚਾਹੀਦੀ ਹੈ, ਬਾਕੀ ਦੇਸ਼ਾਂ ਵੱਲ ਜਾਏਗੀ ਤਾਂ ਸ਼ਾਇਦ ਸਾਡੀ ਜਿਹੜੀ ਸ਼ਿਪਮੈਂਟ ਆ ਉਹ ਨਾ ਲੇਟ ਹੋ ਜਾਏ। ਉਧਰੋਂ ਹੁਣ ਕੈਨੇਡਾ ਕਹਿ ਰਿਹਾ ਕਿ ਭਾਰਤ ਵੀ ਜੇਕਰ ਆਪਣੇ ਕੋਲ ਹੋਲਡ ਰੱਖਦਾ ਵੈਕਸੀਨ ਦਾ ਤਾਂ ਕੈਨੇਡਾ ਨੂੰ ਇਸ ਦੀ ਸ਼ਿਪਮੈਂਟ ਦੇ ਉੱਤੇ ਕੋਈ ਵੀ ਅਸਰ ਨਹੀਂ ਪਏਗਾ। ਤਰਨ ਜਿਹੜੀ ਮਿਸਿਸਾਗਾ ਦੀ ਕੰਪਨੀ ਹੈ ਜਿਹਦੇ ਨਾਲ ਇੰਡੀਆ ਵਾਲਿਆਂ ਦਾ ਕੰਟੈਕਟ ਹੋਇਆ, ਜਿਹੜੀ ਇੱਥੇ ਆਉਣੀ ਆ ਜੀ। ਅੱਜ ਸਾਡੀ ਸਰਕਾਰ ਇਹ ਕਹਿ ਰਹੀ ਹੈ ਫੈਡਰਲ ਗਵਰਨਮੈਂਟ ਕਿ ਇਹ ਜਿਹੜਾ ਕੁਝ ਹੈਗਾ ਉਹਦੇ ਤੇ ਜਿਹੜੀ ਸਾਡੀ ਸਪਲਾਈ ਆ ਉਹਦੇ ਅਸਰ ਨਹੀਂ ਹੋ ਗਿਆ। ਜਿਹੜੀਆਂ ਇੰਡੀਆ ਤੋਂ 500,000 ਮਿਲੀਅਨ ਆਉਣਾ ਸੀ ਜੀ ਆ ਗਿਆ, ਅੱਗੇ 1.5 ਮਿਲੀਅਨ ਦੀ ਗੱਲ ਹੋਰ ਚੱਲ ਰਹੀ ਹੈ ਜੀ। ਉਹ ਜਿਹੜਾ ਉਹ ਆਉਣਾ ਕਹਿੰਦੇ ਵਿਦਨ ਸਪਰਿੰਗ ਆ ਜਾਏਗਾ, ਉਹਦੀ ਟਾਈਮਲਾਈਨ ਕੋਈ ਨਹੀਂ ਹੈ। ਪਰ ਸਰਕਾਰ ਕਹਿੰਦੀ ਵੀ ਸਾਨੂੰ ਇਸ 'ਚ ਪੱਕਾ ਇਹਨਾਂ ਦੀ ਆਪਦੀ ਖਬਰ ਹੈ ਕਿ ਇਹਨਾਂ ਨੂੰ ਮਿਲੇਗੀ, ਆਏਗੀ ਜ਼ਰੂਰ। ਯੂਰਪ ਨੇ ਫੇਰ ਪੰਗਾ ਪਾਇਆ ਹੈ। ਯੂਰਪ ਕਹਿੰਦਾ ਸਾਡੀ ਸਪਲਾਈ ਬੰਦ ਨਹੀਂ, ਸਾਡੀ ਨਫ ਹੈ ਨਹੀਂ ਗੀ। ਯੂਰਪੀਅਨ ਯੂਨੀਅਨ ਆਪਦੇ ਕਾਨੂੰਨ ਆਪਦੇ ਵੱਖਰੇ ਬਣਾ ਰਹੀ ਹੈ, ਉਹਨਾਂ ਕੋਲ ਹੱਕ ਹੈਗਾ, ਉਹਨਾਂ ਦੀਆਂ ਦਵਾਈਆਂ ਨੇ ਉੱਥੇ, ਉਹ ਇਸ ਗੱਲ ਦੇ ਨੇ। ਪਰ ਇਸ ਗੱਲ ਦੇ ਉੱਤੇ ਇਸ ਵਾਰੀ ਮੇਰਾ ਖਿਆਲ ਹੈ ਸਾਡੀ ਫੈਡਰਲ ਸਰਕਾਰ ਨੂੰ ਬਹੁਤ ਸੀਰੀਅਸਲੀ ਸੋਚਣਾ ਪਵੇਗਾ। ਜੋ ਹੁਣ ਤੱਕ ਪਿਛਲੀਆਂ ਸਰਕਾਰਾਂ ਨੇ ਕੀਤਾ
ਲਿਬਰਲ ਕੰਜ਼ਰਵੇਟਿਵ ਸਾਰੇ ਵਿੱਚੇ ਨੇ ਜੀ। ਜੋ ਕੁਛ ਇਹਨਾਂ ਨੇ ਕੀਤਾ ਇਹਨਾਂ ਨੂੰ ਉਹ ਰਿਵਰਸ ਕਰਨਾ ਪਵੇਗਾ, ਮੁੜ ਕੇ ਉਸ ਥਾਂ ਤੇ ਜਾਣਾ ਪਵੇਗਾ। ਇੱਥੇ ਇਹਨਾਂ ਨੂੰ ਜਿਹੜੇ ਪੈਸੇ ਆ ਖੋਜ ਵਾਸਤੇ ਯੂਨੀਵਰਸਿਟੀਜ਼ ਨੂੰ ਇਹੋ ਜਿਹੀਆਂ ਥਾਵਾਂ ਨੂੰ ਦੇਣੇ ਪੈਣਗੇ ਕਿ ਅਸੀਂ ਵੈਕਸੀਨ ਆਪ ਦਾ ਬਣਾ ਸਕੀਏ। ਕੱਲ੍ਹ ਨੂੰ ਸਾਨੂੰ ਲੋਕਾਂ ਵੱਲ ਦੇਖਣ, ਕਿਸੇ ਵੇਲੇ ਅਸੀਂ ਸਪਲਾਈ ਕਰਦੇ ਸੀ, ਜਸਟ ਇਮੈਜਿਨ ਤਰਨ, ਕਿਸੇ ਵੇਲੇ ਦੇਸ਼ ਸਪਲਾਈ ਕਰਦਾ ਸੀਗਾ ਤੇ ਅਸੀਂ ਇਸ ਵੇਲੇ ਲੋਕਾਂ ਵੱਲ ਦੇਖਣ ਲੱਗੇ ਹੋਏ, ਸਾਨੂੰ ਪਲੀਜ਼ ਦੇ ਦਿਓ, ਲੋਕਾਂ ਦੀ ਮਿਹਨਤਾਂ ਕਰਨ ਲੱਗੇ ਆ। ਇਹ ਸਾਡੀ ਸਰਕਾਰ ਨੂੰ ਇਸ ਬਾਰੇ ਵੈਰੀ ਸੀਰੀਅਸਲੀ ਸੋਚਣਾ ਪਏਗਾ ਕਿ ਇਹ ਅੱਗੇ ਵਾਸਤੇ ਸਾਨੂੰ ਜੀ ਪੈਂਡੈਮਿਕ ਆਉਣੇ ਆ, ਵੀ ਹੈਵ ਟੂ ਇਹ ਸੋਚ ਕੇ ਚੱਲਣਾ ਪਏਗਾ ਕਿ ਇਹਦੀ ਵੇਰੀਐਂਟਸ ਨਹੀਂ ਹਜੇ ਖਤਮ ਹੋਣ ਜਾ ਰਹੇ। ਕਦੇ ਵੇਰੀਐਂਟ ਯੂਕੇ ਦਾ ਆ ਗਿਆ, ਕਦੇ ਸਾਊਥ ਅਫਰੀਕਾ ਦਾ, ਕਦੇ ਬ੍ਰਾਜ਼ੀਲ ਦਾ। ਇਹਨਾਂ ਦੀ ਹੁਣ ਜਿੰਨੇ ਕੁ ਵੇਰੀਐਂਟਸ ਆਉਣੇ ਸ਼ੁਰੂ ਹੋ ਚੁੱਕੇ ਨੇ, ਇਹ ਨਹੀਂ ਪਤਾ ਕਿ ਇਹ ਕਦੋਂ ਮੁੱਕਣਗੇ। ਕਈ ਐਸੀਆਂ ਬਿਮਾਰੀਆਂ ਜਿਹੜੀਆਂ ਹੁੰਦੀਆਂ ਨਹੀਂ ਸੀ ਉਹ ਦੁਬਾਰੇ ਪਲੇਗ ਆ ਗਈ, ਮੂੰਹ ਖੁਰ ਦੀ ਬਿਮਾਰੀ ਹੈ, ਫੁੱਟ ਐਂਡ ਮਾਊਥ ਦੀ ਉਹਨੂੰ ਬਿਮਾਰੀ ਕਹਿੰਦੇ ਆ। ਇਹ ਮੁੜ ਕੇ ਆ ਰਹੀਆਂ ਨੇ। ਕਿਉਂ ਆ ਰਹੀਆਂ ਨੇ? ਸਾਰੀ ਹੁਣ ਗਲੋਬਲ ਪਿੰਡ ਹੈ। ਅੱਗੇ ਇੱਕ ਥਾਂ ਤੇ ਰਹਿੰਦੀ ਸੀਗੀ, ਅੱਗੇ ਜਾਂਦੀ ਨਹੀਂ ਸੀ, ਉਹਨੇ ਥਾਂ 'ਚ ਰਹਿੰਦੀ ਸੀ, ਲੋਕ ਟਰੈਵਲ ਨਹੀਂ ਸੀ ਕਰਦੇ। ਸਾਰੀ ਦੁਨੀਆ ਸਾਰੇ ਥਾਂ 'ਤੇ ਟਰੈਵਲ ਕਰਦੀ ਹੈ। ਸੋ ਪੈਂਡੈਮਿਕਸ ਆਉਣਗੇ, ਇਹ ਮੁੱਕੇ ਨਹੀਂ ਹੈ, ਹੋ ਸਕਦਾ ਇਦੋਂ ਹੋਰ ਜ਼ਬਰਦਸਤ ਹੋਣ। ਸੋ ਸਾਡੀ ਸਰਕਾਰ ਨੂੰ ਇਸ ਮਾਮਲੇ 'ਚ ਵੈਰੀ ਸੀਰੀਅਸ ਸੋਚਣਾ ਪਵੇਗਾ ਕਿ ਅਸੀਂ ਆਪ ਦੇ ਵੈਕਸੀਨ ਪ੍ਰੋਡਿਊਸ ਕਰ ਸਕੀਏ। ਬਿਲਕੁਲ ਸਰ, ਸੀਰੀਅਸ ਹੀ ਮਾਮਲਾ ਇੱਕ ਅਗਲਾ ਵੀ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਵਿਨੀਪੈਗ ਦਾ ਇਹ ਮਾਮਲਾ ਆ। ਸੋਸ਼ਲ ਮੀਡੀਆ ਉੱਤੇ ਰਾਤ ਦਾ ਇਹ ਮਾਮਲਾ ਕਾਫੀ ਜ਼ਿਆਦਾ ਘੁੰਮ ਰਿਹਾ। ਜਿਹੜੇ ਵੀ ਇਸ ਵਕਤ ਇੰਸਟਾ ਜਾਂ ਫਿਰ ਸੋਸ਼ਲ ਮੀਡੀਆ ਨੂੰ ਫੋਲੋ ਕਰਦੇ ਨੇ, ਉਹਨਾਂ ਨੂੰ ਪਤਾ ਹੋਣਾ ਕਿ ਇਹ ਮਾਮਲਾ ਕੀ ਆ। ਅਸਲ ਦੇ ਵਿੱਚ ਇਹ ਖਬਰ ਲਿਆਉਣ ਦਾ ਮਕਸਦ ਇਹ ਸੀ ਤਾਂ ਕਿ ਨਿਊਜ਼ ਦੇ ਦੋਵੇਂ ਪਹਿਲੂਆਂ ਨੂੰ ਜਾਣਿਆ ਜਾਵੇ, ਕਿਉਂਕਿ ਕੋਈ ਵੀ ਖਬਰ ਹੈ ਇੰਨੀ ਤੇਜ਼ੀ ਨਾਲ ਸਪਰੈਡ ਹੁੰਦੀ ਆ, ਅਸੀਂ ਬਿਨਾਂ ਕੁਝ ਸੋਚੇ ਸਮਝੇ ਉਸ ਚੀਜ਼ ਦੇ ਬਾਰੇ ਵਿੱਚ ਆਪਣੇ ਕਿਆਸ ਲਗਾਉਣੇ ਸ਼ੁਰੂ ਕਰ ਦਿੰਦੇ ਹਾਂ, ਆਪਣੀ ਰਾਏ ਦੇਣੀ ਸ਼ੁਰੂ ਕਰ ਦਿੰਦੇ ਹਾਂ। ਅਸਲ ਦੇ ਵਿੱਚ ਵਿਨੀਪੈਗ ਦੇ ਵਿੱਚ ਇੱਕ ਗੋਰੀ ਮਹਿਲਾ ਨੇ ਇੱਕ ਪੋਸਟ ਪਾਈ ਹੈ ਆਪਣੇ ਸੋਸ਼ਲ ਮੀਡੀਆ ਉੱਤੇ, ਜੋ ਕਿ ਕਾਫੀ ਵਾਇਰਲ ਹੋਈ ਹੈ। ਉਹਦਾ ਕਹਿਣਾ ਕਿ ਉਹ ਸ਼ਾਮ ਦੇ ਵੇਲੇ ਆਪਣੀ ਬੇਟੀ ਦੇ ਨਾਲ ਈਵਨਿੰਗ ਵਾਕ ਦੇ ਉੱਤੇ ਜਾ ਰਹੀ ਸੀ। ਆਪਣੀ ਸਾਈਡ ਤੇ ਉਹ ਜਾ ਰਹੀ ਸੀ ਤਾਂ ਰਾਸਤੇ ਦੇ ਵਿੱਚ ਉਹਨੂੰ ਦੇਖਿਆ ਕਿ ਇੱਕ ਡਰਾਈਵਰ ਜਿਹੜਾ ਗੱਡੀ ਦੇ ਵਿੱਚ ਬੈਠਾ ਉਹਨੂੰ ਫੋਲੋ ਕਰ ਰਿਹਾ। ਉਸੇ ਸਪੀਡ ਦੇ ਵਿੱਚ ਉਹ ਜਾ ਰਹੀ ਸੀ ਤੇ ਗੱਡੀ ਵਾਲਾ ਹੌਲੀ ਹੌਲੀ ਉਹਨੂੰ ਫੋਲੋ ਕਰ ਰਿਹਾ ਸੀ। ਇਸ ਤੋਂ ਬਾਅਦ ਉਹਨੇ ਟਰਨ ਲਿਆ ਤਾਂ ਗੱਡੀ ਵਾਲੇ ਨੇ ਵੀ ਟਰਨ ਲਿਆ। ਉਹਨੇ ਜੋ ਦਿੱਖ ਦੱਸੀ ਹੈ ਡਰਾਈਵਰ ਦੀ, ਕਹਿੰਦੀ ਉਹਦੇ ਵਿੱਚ ਗੱਡੀ ਦੇ ਵਿੱਚ ਡਰਾਈਵਰ ਬੈਠਾ ਸੀ, ਉਹਦੇ ਦਸਤਾਰ ਬੰਨੀ ਹੋਈ ਸੀ ਤੇ ਉਹਦੀ ਗੱਡੀ ਦੇ ਫਰੰਟ ਮਿਰਰ ਦੇ ਉੱਤੇ ਇੱਕ ਸਟੀਲ ਦਾ ਕੁਝ ਲਟਕ ਰਿਹਾ ਸੀ। ਜਦੋਂ ਉਹਨੇ ਜਾ ਕੇ ਸਰਚ ਮਾਰੀ ਤਾਂ ਉਹ ਖੰਡਾ ਸੀ, ਮਤਲਬ ਕਿ ਇੱਕ ਸਰਦਾਰ ਡਰਾਈਵਰ ਉਹਦੇ ਵਿੱਚ ਗੱਡੀ ਵਿੱਚ ਬੈਠਾ ਸੀ ਜੋ ਕਿ ਉਸ ਗੋਰੀ ਮਹਿਲਾ ਦਾ ਪਿੱਛਾ ਕਰ ਰਿਹਾ ਸੀ। ਉਸ ਮਹਿਲਾ ਦੇ ਮੁਤਾਬਿਕ ਉਹਨੇ ਕਿਹਾ ਕਿ ਉਹ ਇੰਨੀ ਜ਼ਿਆਦਾ ਡਰ ਗਈ ਸੀ ਕਿ ਉਹ ਬੰਦਾ ਲਗਾਤਾਰ ਉਸ ਨੂੰ ਫੋਲੋ ਕਰ ਰਿਹਾ ਸੀ ਆਪਣੀ ਗੱਡੀ ਦੇ ਵਿੱਚ। ਸ਼ਾਇਦ ਚਾਰਜਰ ਡੌਜ ਉਹਦੀ ਗੱਡੀ ਸੀਗੀ ਤੇ ਨਾਲ ਉਹਨੇ ਉਹਦਾ ਨੰਬਰ ਪਲੇਟ ਵੀ ਨਾਲ ਆਪਦੀ ਜ਼ਰੂਰ ਲਿਖਿਆ ਕਿ ਇਹ ਨੰਬਰ ਪਲੇਟ ਦਾ ਓਨਟਾਰੀਓ ਦੀ ਇਹ ਨੰਬਰ ਪਲੇਟ ਸੀ ਗੱਡੀ ਦੀ। ਉਹਨੇ ਕਿਹਾ ਕਿ ਜਦੋਂ ਉਹ ਇੰਨੀ ਜ਼ਿਆਦਾ ਡਰ ਗਈ ਕਿ ਕਿਤੇ ਉਹ ਡਰਾਈਵਰ ਉਹਨੂੰ ਜਾਂ ਉਹਦੀ ਬੇਟੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇ, ਸਾਡਾ ਕੋਈ ਕਤਲ ਨਾ ਕਰ ਦੇ ਜਾਂ ਸਾਨੂੰ ਕਿਡਨੈਪ ਨਾ ਕਰ ਲੇ, ਉਹਨੇ ਨਾਲ ਹੀ ਯੂ ਟਰਨ ਲਿਆ ਤੇ ਆਪਣੀ ਗਲੀ ਵੱਲ ਚਲੀ ਗਈ ਤੇ ਉੱਥੇ ਆਪਣੇ ਘਰ ਵਿੱਚ ਅੰਦਰ ਚਲੀ ਗਈ ਜਿੱਥੇ ਉਹਦਾ ਬॉयਫ੍ਰੈਂਡ ਵੀ ਨਾਲ ਸੀ। ਸ਼ੀ ਸੈਡ ਕਿ ਉਹ ਇੰਨੀ ਕੁ ਜ਼ਿਆਦਾ ਡਰ ਗਈ ਸੀ ਕਿ ਡਰਾਈਵਰ ਵੀ ਮਗਰ ਉਹਦੇ ਯੂ ਟਰਨ ਲਿਆ ਤੇ ਡਰਾਈਵਰ ਵੀ ਉਹਦਾ ਪਿੱਛਾ ਕਰਨ ਲੱਗ ਗਿਆ। ਸਰ ਖਬਰ ਇੰਨੀ ਤੱਕ ਜਦੋਂ ਤੱਕ ਤਾਂ ਪਹੁੰਚੀ ਤਾਂ ਲੋਕਾਂ ਨੇ ਬਹੁਤ ਜ਼ਿਆਦਾ ਆਪਣੇ ਰਾਏ ਦਿੱਤੀ ਕਿ ਹੁਣ ਸਰਦਾਰ ਐਦਾਂ ਕਰਨ ਲੱਗ ਗਏ ਨੇ, ਹੁਣ ਮਾਹੌਲ ਖਰਾਬ ਹੋ ਰਿਹਾ ਐਂਡ ਆਲ ਦੈਟ। ਬਟ ਉਸ ਤੋਂ ਬਾਅਦ ਕਈਆਂ ਨੇ ਜਿਹੜੇ ਉਸ ਡਰਾਈਵਰ ਨੂੰ ਜਾਣਦੇ ਸੀ ਉਹਨਾਂ ਨੇ ਕਿਹਾ ਕਿ ਉਹ ਸਕਿਪ ਦਾ ਡਿਸ਼ ਕਰ ਰਿਹਾ ਸੀ। ਸੋ ਹੋ ਸਕਦਾ ਹੈ ਕਿ ਸ਼ਾਇਦ ਉਹ ਕੋਈ ਘਰ ਲੱਭ ਰਿਹਾ ਸੀ, ਉਹਨੂੰ ਨਹੀਂ ਪਤਾ ਲੱਗ ਰਿਹਾ ਸੀ, ਸ਼ਾਇਦ ਉਸ ਤੋਂ ਮਦਦ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਗੱਡੀ ਦੇ ਨੰਬਰ ਵਾਲੇ ਵਿਅਕਤੀ ਦਾ ਵੀ ਨਾਮ ਦੱਸਿਆ ਗਿਆ ਕਿ ਫਲਾਨਾ ਉਹ ਬੰਦਾ ਸੀਗਾ ਤੇ ਉਹਨੇ ਕਿੱਥੋਂ ਲਈ ਆ ਗੱਡੀ ਸਾਨੂੰ ਇਹ ਵੀ ਪਤਾ ਆ ਤੇ ਉਹ ਇੱਕ ਅਜਿਹਾ ਇਨਸਾਨ ਨਹੀਂ ਹੈਗਾ। ਸੋ ਇਸ ਚੀਜ਼ ਨੂੰ ਲੈ ਕੇ ਤੁਸੀਂ ਦੇਖੋ ਕਿੰਨਾ ਮਿਸ ਰਿਪਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਉਹ ਲੇਡੀ ਨੇ ਨਾਲ ਸਿੰਬਲ ਵੀ ਫੋਟੋ ਸ਼ੇਅਰ ਕੀਤੀ ਆ ਕਿ ਇਹ ਉਹ ਸਿੰਬਲ ਹੈ, ਯਾਨੀ ਕਿ ਸਿੱਖਾਂ ਦਾ ਸਿੰਬਲ ਹੈ ਜਿਹੜਾ ਕਿ ਨਿਸ਼ਾਨ ਸਾਹਿਬ ਇਹ ਗੱਡੀ ਦੇ ਉੱਤੇ ਲਗਾਉਂਦੇ ਨੇ। ਸੋ ਤੁਸੀਂ ਦੇਖੋ ਕਿ ਪੂਰੇ ਭਾਈਚਾਰੇ ਵਿੱਚ ਇੱਕ ਬਦਨਾਮੀ ਵੀ ਹੋਈ ਆ। ਦੂਜੀ ਗੱਲ ਆ ਬਿਨਾਂ ਸੋਚੇ ਸਮਝੇ ਅਸੀਂ ਗੱਲ ਨੂੰ ਕਿੱਥੇ ਤੱਕ ਲੈ ਕੇ ਗਏ ਆ। ਕਰਨ ਇਹ ਸੋਸ਼ਲ ਮੀਡੀਆ ਦੀ ਕਰਾਮਾਤ ਆ। ਇਹ ਕੋਈ ਦੋਨੇ ਗੱਲਾਂ ਹੋ ਸਕਦੀਆਂ ਨੇ। ਲੈਟਸ ਸੇ ਦਿਸ ਆਪਾਂ ਇਸ ਨੂੰ ਲੈ ਕੇ ਚਲੋ, ਪਰ ਜੇ ਕਿਸੇ ਨੇ ਇਹ ਗੱਲ ਕਰਨੀ ਹੋਵੇ ਤਾਂ ਉਹ ਲਾਇਸੈਂਸ ਪਲੇਟ ਆਪਦੀ ਕਵਰ ਕਰਕੇ ਆਏਗਾ, ਨਹੀਂ ਲੱਗੀ ਹੋਏਗੀ। ਉਹਦੇ ਟਰੰਕ ਦੇ ਉੱਤੇ ਵੀ ਖੰਡੇ ਦਾ ਨਿਸ਼ਾਨ ਹੈਗਾ, ਲਾਇਸੈਂਸ ਪਲੇਟ ਉਹਦੀ ਜ਼ਾਹਰ ਹੈਗੀ ਆ। ਇੱਕ ਗੱਲ ਜ਼ਰੂਰ ਹੈਗੀ ਆ, ਉਹ ਲੇਡੀ ਆ ਇਸ ਵੇਲੇ ਅਸੀਂ ਸੁਸਾਇਟੀ ਨੂੰ ਕ੍ਰੀਏਟ ਹੀ ਐਸਾ ਕਰ ਰਿਹਾ, ਡਰ ਐਸਾ ਪੈਦਾ ਹੋਇਆ ਹੈ ਵੀ ਅਸੀਂ ਹਰ ਚੀਜ਼ ਨੂੰ ਸ਼ੱਕੀ ਨਿਗਾਹ ਦੇ ਨਾਲ ਦੇਖਦੇ ਹਾਂ। ਉਹ ਲੇਡੀ ਨੂੰ ਸ਼ੱਕ ਹੋਈ ਹੈ, ਜਿਹੜਾ ਡਰਾਈਵਰ ਵੀ ਹੈ। ਮੈਂ ਉਹਦੇ ਬਾਰੇ ਵੀ ਇਹ ਗੱਲ ਜ਼ਰੂਰ ਕਹਾਂਗਾ ਕਿ ਜਦੋਂ ਤੁਸੀਂ ਕਿਸੇ ਦੇ ਐਡਰੈਸਿਸ ਵਗੈਰਾ ਦੇਖਦੇ ਫਿਰਦੇ ਹੋ, ਕਾਰ ਹੌਲੀ ਕਰਦੇ ਹੋ, ਕਿਤੇ ਰੋਕ ਲਈ ਹੈ ਕਿਤੇ ਨਹੀਂ ਰੋਕ ਰਹੀ, ਇਹਦਾ ਖਿਆਲ ਜ਼ਰੂਰ ਕੀਤਾ ਜਾਵੇ। ਸਾਡੇ ਬਹੁਤ ਬੱਚੇ ਇਹ ਕੰਮ ਕਰਦੇ ਨੇ, ਊਬਰ ਚਲਾਉਂਦੇ ਨੇ, ਡਿਸ਼ਸ ਦਾ ਕੰਮ, ਸਕਿਪ ਦ ਡਿਸ਼ਸ, ਜਿਹੜਾ ਉਹ ਇੱਕ ਹੋਰ ਹੈਗਾ ਊਬਰ ਈਟਸ, ਇਹੋ ਜਿਹਾ ਕੁਛ ਕਰਦੇ ਹੈਗੇ ਨੇ। ਉਹਨਾਂ ਨੂੰ ਵੀ ਇਹ ਜ਼ਰੂਰ ਖਿਆਲ ਰੱਖਣਾ ਚਾਹੀਦਾ ਵੀ ਜੇ ਉਸ ਕੋਈ ਨੇੜੇ ਤੇੜੇ ਕੋਈ ਬੰਦਾ ਫਿਰਦਾ ਹੈ, ਉਹ ਇਹ ਨਾ ਸਮਝੇ ਜਿਹੜੀ ਇਹ ਔਰਤ ਨੇ ਸਮਝਿਆ, ਵੀ ਤੁਸੀਂ ਸ਼ੱਕੀ ਨਾ ਹੋ। ਤੁਸੀਂ ਅਗਲੇ ਨੂੰ ਇਹ ਡਰ ਨਾ ਪੈਦਾ ਹੋ ਜਾਏ ਵੀ ਹਾਂ ਇਹ ਬੰਦਾ ਮੇਰੇ ਮਗਰ ਕਿਸੇ ਲੱਭਦਾ ਫਿਰਦਾ। ਤੁਸੀਂ ਇਮੈਜਿਨ ਕਰੋ ਜੇ ਸੱਚੀ ਗੱਲ ਹੁੰਦੀ ਫਿਰ
ਫਿਰ ਕੀ ਗੱਲ ਹੁੰਦੀ, ਰਾਈਟ। ਉਹ ਲੇਡੀ ਨੇ ਆਪਦੇ ਜਾਣੇ ਠੀਕ ਗੱਲ ਕੀਤੀ ਹੈ, ਉਹਨੇ ਫੋਨ ਨੰਬਰ ਵੀ ਨੋਟ ਕੀਤਾ, ਸਭ ਕੁਝ ਕੀਤਾ, ਪਰ ਹੋਪਫੁਲੀ ਜਿਹੜੀ ਦੂਜੀ ਗੱਲ ਹੈਗੀ ਉਹ ਸਹੀ ਹੋਵੇ। ਪਰ ਜਦੋਂ ਮੈਂ ਇਹਨਾਂ ਦੀ ਪ੍ਰੋਫਾਈਲ ਜਾ ਕੇ ਕਿਉਂਕਿ ਮੈਨੂੰ ਇਹ ਸੀਗਾ ਕਿ ਮੈਂ ਪੂਰੀ ਦੇਖਾਂ, ਸੱਚਾਈ ਜਾਣਾ ਕਿ ਕੀ ਚੀਜ਼ ਹੈਗੀ ਆ, ਮੈਂ ਜਿਨ੍ਹਾਂ ਨੇ ਇਹ ਪੋਸਟ ਪਾਈ ਆ ਉਹਨਾਂ ਦੀ ਪ੍ਰੋਫਾਈਲ ਦੇ ਵਿੱਚ ਵੀ ਗਈ ਆ। ਉਸ ਤੋਂ ਬਾਅਦ ਕਾਫੀ ਸੋਸ਼ਲ ਮੀਡੀਆ ਦੇ ਵਿੱਚ ਇਹਨਾਂ ਦੀਆਂ ਪ੍ਰੋਫਾਈਲਸ ਚੈੱਕ ਕੀਤੀਆਂ, ਕਾਫੀ ਨੀਚੇ ਕਮੈਂਟਸ ਵੀ ਮੈਂ ਪੜ੍ਹੇ ਜਿਨ੍ਹਾਂ ਨੇ ਪੋਸਟ ਪਾਈ ਆ, ਉਹਨਾਂ ਦੀ ਵੀ ਫੇਸਬੁੱਕ ਤੇ ਮੈਂ ਜਾ ਕੇ ਉੱਥੇ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿ ਉਸ ਤੋਂ ਬਾਅਦ ਕੀ ਰਿਐਕਸ਼ਨ ਸੀ। ਉਹ ਪੋਸਟ ਜਿਹੜੀ ਆ ਉਹ ਹਾਈਡ ਕੀਤੀ ਗਈ ਆ। ਜੇਕਰ ਸੱਚਾਈ ਸੀਗੀ ਤਾਂ ਉਹਨੂੰ ਹਾਈਡ ਕਰਨ ਦੀ ਲੋੜ ਨਹੀਂ ਸੀ। ਜੇ ਹਾਈਡ ਕਰ ਦਿੱਤੀ ਹੈ ਜਾਂ ਤੁਹਾਨੂੰ ਆਪਦੀ ਗਲਤੀ ਲੱਗਦੀ ਆ, ਉਹ ਤੇ ਕੋਈ ਅਪੋਲੋਜੀ ਵੀ ਨਹੀਂ ਲਿਖੀ ਹੋਈ ਸੀ। ਬਿਲਕੁਲ ਤਰਨ, ਅਪੋਲੋਜੀ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਅੱਗੇ ਨਾ ਵੱਧ ਸਕੇ ਤੇ ਅੱਗੇ ਕਿਸੇ ਹੋਰ ਨੂੰ ਗੱਲ ਨਾ ਹੋ ਸਕੇ। ਪਰ ਫਿਰ ਵੀ ਜਿਹੜੇ ਆਪਣੇ ਦਰਸ਼ਕ ਆ, ਜੇ ਤੁਸੀਂ ਕੋਈ ਐਸਾ ਇੰਸੀਡੈਂਟਸ ਜਾਣਦੇ ਹੋ ਕਿਸੇ ਦੇ ਨਾਲ ਹੋਈ ਹੈ, ਆਪਣਾ ਪਰਸਨਲ ਐਕਸਪੀਰੀਅੰਸ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਯੂ ਆਰ ਵੈਲਕਮ। ਸਾਨੂੰ ਕਾਲ ਕਰ ਸਕਦੇ, ਜਿਹੜਾ ਸਾਡਾ ਨੰਬਰ ਦਿਸਦਾ ਜੀ ਤੁਸੀਂ ਉੱਥੇ ਕਾਲ ਕਰ ਸਕਦੇ ਹੋ। ਪਰ ਸਟਿਲ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਡਰਾਈਵਰਸ ਨੂੰ ਵੀ ਥੋੜੀ ਜਿਹੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਕਿਤੇ ਇਹ ਨਾ ਹੋਵੇ ਵੀ ਸ਼ੱਕ ਹੋਵੇ ਕਿਸੇ ਨੂੰ। ਕਈ ਵਾਰੀ ਉਹ ਹੁੰਦਾ ਤਰਨ, ਸੜਕ ਦੇ ਉੱਤੇ ਆ ਕੇ ਤੁਸੀਂ ਕਾਰ ਖੜੀ ਕਰ ਲੈਂਦੇ ਹੋ, ਤੁਹਾਡੀ ਕਾਰ ਔਨ ਹੈਗੀ ਹੈ, ਤੁਸੀਂ ਵਿੱਚ ਬੈਠੇ ਹੋਏ ਹੋ, ਤੁਸੀਂ ਕਾਰ ਆਫ ਨਹੀਂ ਹੋ ਰਹੀ, ਬੰਦਾ ਬਾਹਰ ਨਿਕਲ ਨਹੀਂ ਰਿਹਾ, ਜਿਹੜਾ ਵੀ ਘਰ ਦੇ ਨੇੜੇ ਉਹ ਕਾਰ ਖੜੀ ਹੈ ਤਾਂ ਉਹ ਬੰਦਾ ਕੇਅਰਫੁਲ ਹੋ ਜਾਂਦਾ ਵੀ ਕਾਰ ਬਾਹਰ ਖੜੀ ਹੈ, ਕਾਰ ਆਫ ਕਰ ਦਿੰਦੇ ਹੋ। ਕਈ ਵਾਰੀ ਆਫ ਕਰਕੇ ਤੁਸੀਂ ਤਾਂ ਫੋਨ ਤੇ ਲੱਗੇ ਹੋਏ ਹੋ, ਜਿਹਨਾਂ ਗੱਲਾਂ ਕਰਨੀਆਂ ਆਉਂਦੀਆਂ ਗੱਲ ਕਰ, ਤੁਹਾਨੂੰ ਪਤਾ ਵੀ ਕੁਝ ਨਹੀਂ ਹੈ, ਪਰ ਤੁਸੀਂ ਜਿਹਦੇ ਘਰ ਦੇ ਮੂਹਰੇ ਜਾ ਕੇ ਖੜ ਗਏ ਹੋ, ਉੱਥੇ 5-7 ਮਿੰਟ ਤੁਹਾਡੀ ਕਾਰ ਦੀ ਕੋਈ ਐਕਟੀਵਿਟੀ ਨਹੀਂ ਹੈ, ਪਰ ਤੁਸੀਂ ਵਿੱਚ ਬੈਠੇ ਹੋ, ਤਾਂ ਆਸੇ-ਪਾਸੇ ਵਾਲੇ ਘਰਾਂ ਨੂੰ ਸ਼ੱਕ ਹੋ ਜਾਂਦੀ ਹੈ ਵੀ ਇਹ ਕਾਰਨ ਕੀ ਹੈ। ਸਿਆਣੇ ਦੀ ਇਸ ਗੱਲ ਤੱਕ ਤੇ ਨਹੀਂ ਜਾਣਾ ਚਾਹੀਦਾ ਕਿ ਤੁਹਾਡੇ ਉੱਥੇ ਫਿਰਨ ਦਾ ਕੋਈ ਕਿਸੇ ਨੂੰ ਸ਼ੱਕ ਹੋਵੇ। ਅਜਿਹੀਆਂ ਗੱਲਾਂ ਕੋਸ਼ਿਸ਼ ਕੀਤੀ ਜਾਵੇ ਕਿ ਸਾਨੂੰ ਲੱਗੇ, ਫਿਰ ਪ੍ਰੋਬਲਮ ਇਹ ਹੈ ਕਿ ਸਾਡੀ ਪਛਾਣ ਬਹੁਤ ਹੈ, ਅਸੀਂ ਪਛਾਣੇ ਜਾਂਦੇ ਹਾਂ, ਚਾਹੇ ਗਲਤ ਕੰਮ ਨਹੀਂ ਵੀ ਕਰਦੇ ਆ, ਗਲਤ ਮੁੰਡੇ ਨੇ ਸ਼ਾਇਦ ਨਹੀਂ ਵੀ ਕੀਤਾ ਹੈ, ਪਰ ਫਿਰ ਵੀ ਗੱਲ ਕੈਸੀ ਬਣ ਗਈ ਹੈ। ਔਨ ਟਾਪ ਆਫ ਦੈਟ ਸੋਸ਼ਲ ਮੀਡੀਆ ਦੀ ਮੈਂ ਅੱਗੇ ਵੀ ਗੱਲ ਕਰਨਾ ਹੁੰਦਾ, ਪਲੀਜ਼ ਉਹਨੂੰ ਕੋਲੇ ਰੱਖੋ, ਉਹਨੂੰ ਰਿੱਝਣ ਦਿਓ, ਉਹਨੂੰ ਪੱਕਣ ਦਿਓ, ਉਸ ਤੋਂ ਬਾਅਦ ਅੱਗੇ ਜਾ ਕੇ ਸ਼ੇਅਰ ਕਰੋ। ਇੰਨੀ ਕਾਹਲ ਨਾ ਕਰਿਆ ਕਰੋ ਕਿਸੇ ਚੀਜ਼ ਨੂੰ ਵੀ ਸ਼ੇਅਰ ਕਰਨ ਦੀ। ਕੋਈ ਐਸੀ ਅੱਗ ਨਹੀਂ ਲੱਗੀ ਹੋਈ, ਉਹ ਗੱਲ ਕਿਸੇ ਕੋਲੇ ਕੱਲ੍ਹ ਨੂੰ ਵੀ ਜਾ ਸਕਦੀ ਹੈ। ਇਸ ਰੇਸ ਵਿੱਚ ਨਾ ਪਾਓ ਕਿ ਸਭ ਤੋਂ ਪਹਿਲਾਂ ਮੈਂ ਜਿਹੜਾ ਮੈਸੇਜ ਆ ਤਰਨ ਨੂੰ ਭੇਜਿਆ, ਤਰਨ ਨੂੰ ਕੋਈ ਹੋਰ ਮੈਸੇਜ ਨਾ ਭੇਜ ਦਿਓ, ਫਿਰ ਕੀ ਹੋ ਗਿਆ, ਕਿਸੇ ਹੋਰ ਪਾਸੇ ਆ ਜਾਏਗਾ। ਗੱਲ ਕਰਾਂਗੇ ਜੀ, ਦਰਸ਼ਕ ਜੁੜ ਗਏ ਨੇ। ਇੱਕ ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਜੀ ਭੈਣ ਜੀ, ਮੈਂ ਗਿਲਗੀ ਤੋਂ ਬੋਲਦਾ ਜੀ, ਸ਼ਿਵਵੀਰ ਸਿੰਘ ਢੱਡ। ਪਹਿਲਾਂ ਤਾਂ ਤੁਹਾਨੂੰ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਡਾਕਟਰ ਸਾਹਿਬ। ਨਕਸ਼ਾ ਮੈਂ ਤੁਹਾਡੀ ਸੁਣ ਰਿਹਾ, ਮੇਰੇ ਕੋਲ ਵੀ ਨਾ ਇੱਥੇ ਕਈ ਖਾਣਾ ਡਿਲੀਵਰ ਕਰਨ ਆਉਂਦੇ ਆ, ਉਹਨਾਂ ਨੂੰ ਕਈ ਕਰਨੇ ਜਾਂਦੇ, ਉਹ ਹੌਲੀ ਹੌਲੀ ਕਿਤੇ ਗਾਂਹ ਚਲੇ ਜਾਂਦੇ, ਕਿਤੇ ਵਿਸ਼ਾਹ ਚਲੇ ਜਾਂਦੇ ਨੇ। ਕਈ ਟੈਕਸੀ ਡਰਾਈਵਰ ਵੀ, ਜਿਵੇਂ ਤੁਸੀਂ ਜ਼ਿਕਰ ਕੀਤਾ, ਮੇਰੇ ਦਿਲ ਨੂੰ ਗੱਲ ਲੱਗਦੀ ਨਹੀਂ। ਸਾਡੇ ਤਰਨ ਭੈਣ ਜੀ ਨੇ ਵੀ ਇਹ ਗੱਲ ਕਹੀ ਆ, ਬਾਕੀ ਤਾਂ ਨਾ ਉਸ ਡਰਾਈਵਰ ਨੂੰ ਵੀ ਅੱਗੇ ਸਪਸ਼ਟੀਕਰਨ ਦੇ ਦੇਣਾ ਚਾਹੀਦਾ, ਕਿਉਂਕਿ ਜਿਹੜਾ ਤੁਸੀਂ ਆਪਣਾ ਜ਼ਿਕਰ ਕੀਤਾ ਨਾ, ਕੋਈ ਪਲੇਟ ਕੋਈ ਹੋਰ ਲਾਉਂਦਾ, ਉਹਦੇ ਵਿੱਚ ਕਈ ਕੁਝ ਹੋ ਸਕਦੇ ਸੀਗੇ, ਕਿਉਂਕਿ ਉਹਨੂੰ ਫੋਲੋ ਕਰਦਾ ਹੋ ਸਕਦਾ ਵੀ ਉਹਨੇ ਪੁੱਛਣਾ ਹੋਵੇ। ਕਿਉਂਕਿ ਮੈਂ ਇੱਥੇ ਬਹੁਤ ਚਿਰ, ਕਿਉਂਕਿ ਮੈਂ ਬਹੁਤ ਲੌਂਗ ਟਾਈਮ ਹੋ ਗਿਆ, ਮੈਂ ਬਹੁਤ ਜ਼ਿਆਦਾ ਡਰਾਈਵਰ ਇੱਦਾਂ ਖਾਣਾ ਡਿਲੀਵਰ ਕਰ ਆਉਂਦੇ ਨੇ, ਉਹ ਗੱਡੀ ਕਦੇ ਗਾਂਹ ਕਦੇ ਪਿਛਾਂਹ ਨਹੀਂ ਲੱਭਦਾ ਉਹਨਾਂ ਨੂੰ, ਤੇ ਹੋ ਸਕਦਾ ਇਹੀ ਹੋਏ ਤਾਂ ਜਿਵੇਂ ਆਪਣੇ ਤਨ ਭੈਣ ਜੀ ਨੇ ਕਿਹਾ ਵੀ ਸਾਡੀ ਬਦਨਾਮੀ ਹੋ ਰਹੀ ਆ, ਤਾਂ ਉਹਨਾਂ ਨੂੰ ਸਪਸ਼ਟੀਕਰਨ ਦੇ ਦੇਣਾ ਚਾਹੀਦਾ ਜੀ। ਥੈਂਕ ਯੂ, ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ। ਪਰ ਸਰ, ਇਹ ਹੈ ਕਿ ਲੇਡੀ ਨੇ ਵੀ ਜਿਸ ਤਰੀਕੇ ਨਾਲ ਅਲਰਟ ਹੋਈ ਆ, ਆਪਾਂ ਉਂਝ ਗੱਲ ਕਰੀਏ ਤਾਂ ਇਸ ਮੌਕੇ ਦੇ ਉੱਤੇ ਅਸਲ ਵਿੱਚ ਜੇ ਕੋਈ ਵਾਕ ਕਰਨ ਜਾਂਦਾ ਤਾਂ ਕੰਨਾਂ ਨੂੰ ਹੈੱਡਫੋਨਸ ਲੱਗੇ ਹੁੰਦੇ ਆ, ਤਾਂ ਆਪਦੇ ਵਾਕ ਦੇ ਵਿੱਚ ਧਿਆਨ ਹੁੰਦਾ ਆ। ਆਪਾਂ ਅੱਗੇ ਗੱਲ ਕੀਤੀ ਹੈ ਤਾਂ ਵੈਸੇ ਇਸ ਮਾਮਲੇ 'ਚ ਕਿ ਲੇਡੀਜ਼ ਨੂੰ ਅਲਰਟ ਜ਼ਰੂਰ ਰਹਿਣਾ ਚਾਹੀਦਾ, ਵੈਸੇ ਜੈਂਟਸ ਨੂੰ ਵੀ ਰਹਿਣਾ ਚਾਹੀਦਾ। ਸਾਡੇ ਇੱਥੇ ਜੀ ਇੱਕ ਸਟੂਡੈਂਟ ਆਇਆ ਸੀਗਾ, ਵਿਚਾਰਾ ਉਹ ਐਲੀਵੇਟ ਸੀਗਾ, ਤੁਹਾਨੂੰ ਆਪਾਂ ਕਵਰ ਕੀਤੀ ਸੀ, ਉਹ ਕਤਲ ਕਰ ਦਿੱਤਾ ਗਿਆ ਸੀ, ਸਟੈਬਿੰਗ ਹੋ ਗਈ ਸੀ, ਰਾਈਟ। ਸੋ ਜਦੋਂ ਵੀ ਸਟਰੀਟ ਸਮਾਰਟਨੈਸ ਹੈ ਜੀ, ਤੁਹਾਨੂੰ ਆਪਣੇ ਆਲੇ ਦੁਆਲੇ ਦਾ ਪਤਾ ਜ਼ਰੂਰ ਹੋਣਾ ਚਾਹੀਦਾ। ਫੋਨ ਵੀ ਠੀਕ ਹੈ, ਅਸੀਂ ਸਾਰੇ ਲਾ ਕੇ ਸੁਣਦੇ ਹਾਂ ਜੀ, ਇੱਕ ਕੰਨ ਤੇ ਲਾ ਲਿਆ ਕਰੋ, ਦੋਨਾਂ ਤੇ ਨਾ ਲਾਇਆ ਕਰੋ। ਮੈਸੇਜ ਮਿਊਜ਼ਿਕ ਸੁਣਦੇ ਆ, ਸਾਨੂੰ ਪ੍ਰੋਬਲਮ ਹੋ ਰਿਹਾ ਤਾਂ ਅਸੀਂ ਮਿਊਜ਼ਿਕ ਲਾਊਡ ਕਰਕੇ ਸੁਣਦੇ ਹਾਂ, ਸਵਾਦ ਨਹੀਂ ਆਉਂਦਾ ਉਦੋਂ ਬਿਨਾਂ, ਉੱਚੀ ਹੁੰਦਾ, ਨਾਲੇ ਅਸੀਂ ਬੋਲੇਪਨ ਵਾਲੇ ਵੱਲ ਜਾ ਰਹੇ ਹਾਂ ਤੇ ਨਾਲੇ ਸਾਨੂੰ ਆਸੇ ਪਾਸੇ ਦਾ ਕੋਈ ਪਤਾ ਨਹੀਂ। ਕਈ ਵਾਰੀ ਐਸੀ ਗੱਲ ਹੁੰਦੀ ਹੈ, ਕੋਈ ਰਸ਼ ਹੋ ਸਕਦਾ ਜੀ, ਤੁਸੀਂ ਫਿਰ ਹੋਰ ਗੱਲ ਹੈ, ਪੈਡੈਸਟਰੀਅਨਸ ਕਈ ਵਾਰੀ ਐਸੀ ਗੱਲ ਹੁੰਦੀ ਹੈ ਜੋ ਟ੍ਰੈਫਿਕ ਲਾਈਟਾਂ ਚੋਂ ਲੰਘਦੇ, ਉਹ ਦੇਖਦੇ ਨਹੀਂ ਕਿ ਇਹ ਰੈੱਡ ਸੀਗੀ ਜਾਂ ਨਹੀਂ ਸੀਗੀ, ਉਹ ਆਪਦੀ ਮੌਜ ਵਿੱਚ ਹੀ ਗੱਲਾਂ ਕਰਦੇ ਕਰਦੇ ਲੰਘੇ ਜਾ ਰਹੇ। ਜੇ ਡਰਾਈਵਰ ਰੈੱਡ ਵਿੱਚ ਵੀ ਲੰਘ ਸਕਦਾ ਤਾਂ ਪੈਡੈਸਟਰੀਅਨ ਵੀ ਰੈੱਡ ਵਿੱਚ ਲੰਘਦੇ ਆ ਜੀ, ਰਾਈਟ। ਸੋ ਜਾਂ ਕਈ ਵਾਰ 1-2 ਸੈਕਿੰਡ ਰਹਿੰਦੇ ਹੁੰਦੇ ਆ, ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਪਹੁੰਚ ਨਹੀਂ ਪਾਉਣਾ, ਤਾਂ ਵੀ ਉਹ ਤੁਰ ਪੈਂਦੇ ਆ। ਸੋ ਇਸ ਕਰਕੇ ਸਟਰੀਟ ਸਮਾਰਟਨੈਸ ਹੋਣੀ ਬਹੁਤ ਜ਼ਰੂਰੀ ਹੈ। ਜੇ ਅਸੀਂ ਸਟਰੀਟ ਤੇ ਫਿਰਦੇ ਹਾਂ ਜੀ, ਘਰੇ ਤੁਸੀਂ ਵੇਸਰੇ ਹੋਣਾ, ਦੈਟਸ ਅ ਡਿਫਰੈਂਟ ਸਟੋਰੀ, ਪਰ ਬਾਹਰ ਸਾਨੂੰ ਜ਼ਰੂਰ ਅਲਰਟ ਰਹਿਣਾ ਚਾਹੀਦਾ ਹੈ। ਸਮਾਰਟਨੈਸ ਹੋਣੀ ਚਾਹੀਦੀ ਹੈ, ਪਰ ਓਵਰ ਸਮਾਰਟਨੈਸ ਨਹੀਂ ਹੋਣੀ ਚਾਹੀਦੀ। ਅਗਲਾ ਜਿਹੜਾ ਮਾਮਲਾ ਆ, ਉਹ ਉਬਰ ਨਾਲ ਸੰਬੰਧਿਤ ਇਹ ਮਾਮਲਾ ਆ। ਅਮਰੀਕਾ ਦੇ ਵਿੱਚ ਬੀਤੇ ਦਿਨੀ ਤੁਹਾਨੂੰ ਵੀ ਯਾਦ ਹੋਣਾ ਹੈ ਕਿ ਇੱਕ ਟੈਕਸੀ ਚਾਲਕ, ਉਬਰ ਚਾਲਕ ਦੇ ਉੱਤੇ 3 ਮਹਿਲਾਵਾਂ ਵੱਲੋਂ ਹਮਲਾ ਕਰ ਦਿੱਤਾ ਗਿਆ ਸੀ।
ਉਹਨਾਂ ਨੇ ਸਿਰਫ ਇਹ ਕਿਹਾ ਸੀ, ਉਬਰ ਡਰਾਈਵਰ ਨੇ ਸਿਰਫ ਇਹ ਕਿਹਾ ਸੀ ਮਹਿਲਾਵਾਂ ਨੂੰ ਕਿ ਤੁਸੀਂ ਮਾਸਕ ਪਾ ਲਵੋ। ਮਾਸਕ ਤੋਂ ਲੈ ਕੇ ਗੱਲ ਇੰਨੀ ਕੁ ਜ਼ਿਆਦਾ ਵਧੀ, ਉਸ ਉਬਰ ਡਰਾਈਵਰ ਨਾਲ ਇੰਨੀ ਕੁ ਜ਼ਿਆਦਾ ਬਦਤਮੀਜ਼ੀ ਨਾਲ ਗੱਲ ਹੋਈ, ਉਹਦੇ ਉੱਤੇ ਅਟੈਕ ਕੀਤਾ ਗਿਆ। ਸੋ ਉਹਦੇ ਵਿੱਚ ਜਿਹੜੀਆਂ 3 ਮਹਿਲਾਵਾਂ ਵਿੱਚੋਂ ਜਿਹੜੀ ਮੇਨ ਮਹਿਲਾ ਜਿਹਨੇ ਅਟੈਕ ਕੀਤਾ ਆ, ਉਹਦੇ ਉੱਤੇ ਵੀ ਕਾਫੀ ਦੋਸ਼ ਹੁਣ ਆਇਦ ਕੀਤੇ ਗਏ ਨੇ। ਜੇਕਰ ਸਾਰੇ ਦੋਸ਼ ਸਾਬਿਤ ਹੋ ਜਾਂਦੇ ਨੇ ਤਾਂ ਉਸ ਨੂੰ 16 ਸਾਲ ਜੇਲ੍ਹ ਦੀ ਸਜ਼ਾ ਹੋ ਸਕਦੀ ਹੈ। ਸਰ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ? ਕਰਨ ਇਹ ਸਾਊਥ ਏਸ਼ੀਅਨ ਡਿਸੈਂਟ ਦਾ ਡਰਾਈਵਰ ਸੀ ਜੀ, ਤੇ ਇਹ ਚੰਗੀ ਗੱਲ ਹੈ ਕਿ ਉਹਦੇ ਅੰਦਰ ਕੈਮਰਾ ਲੱਗਿਆ ਸੀਗਾ। ਬਟ ਇੱਕ ਜਿਹੜੇ ਲੋਕ ਐਪ ਬੇਸਡ ਚੀਜ਼ਾਂ ਨੂੰ ਵਰਤਦੇ ਹੋ, ਤੁਸੀਂ ਬਾਕੀਆਂ ਵਾਸਤੇ ਵੀ ਵਾਰਨਿੰਗ ਹੈ ਇੱਕ ਤਰ੍ਹਾਂ ਦੀ, ਤੁਸੀਂ ਉਹਨਾਂ ਨਾਲ ਬਦਤਮੀਜ਼ ਨਹੀਂ ਹੋ ਸਕਦੇ। ਰੀਜ਼ਨ ਕੀ ਹੈ? ਚਾਹੇ ਤੁਸੀਂ ਕਿੰਨੇ ਚਾਹਮਲੇ ਹੋਏ ਹੋ, ਚਾਹੇ ਤੁਸੀਂ ਕਿੰਨੇ ਕਿਤੇ ਫਨ ਕਰਕੇ ਆਏ ਹੋ, ਤਾਂ ਕਈ ਉਹ ਫਨ ਤੁਸੀਂ ਡਰਾਈਵਰ ਤੇ ਝਾੜ ਲੱਗ ਜਾਂਦੇ ਹੋ। ਇਹ ਪਹਿਲੀ ਗੱਲ ਤਾਂ ਇਹ ਜਾਇਜ਼ ਨਹੀਂ ਹੈ। ਔਨ ਟਾਪ ਆਫ ਦੈਟ ਤੁਹਾਡੀ ਸਾਰੀ ਇਨਫੋਰਮੇਸ਼ਨ ਜਿਹੜੀ ਕੰਪਨੀ ਆ ਉਹਦੇ ਕੋਲ ਹੈਗੀ ਆ, ਹਰ ਚੀਜ਼ ਤੁਹਾਡੇ ਬਾਰੇ ਸਭ ਕੁਝ ਪਤਾ ਉਹਨਾਂ ਨੂੰ। ਜੇ ਡਰਾਈਵਰ ਨੇ ਤੁਹਾਡੇ ਬਾਰੇ ਕੋਈ ਰਿਪੋਰਟ ਕਰਤੀ ਹੈ ਤਾਂ ਕੰਪਨੀ ਤੁਹਾਨੂੰ ਲੱਭ ਲਏਗੀ, ਕਿੱਥੇ ਜਾਓਗੇ ਤੁਸੀਂ? ਬਿਲਕੁਲ। ਇਨਫੈਕਟ ਉਹਨਾਂ ਨੇ ਤਾਂ ਸਗੋਂ ਸਰ ਅੰਦਰ ਆਪਦਾ ਕੈਮਰਾ ਵੀ ਔਨ ਕੀਤਾ ਹੋਇਆ ਸੀ, ਸਾਰਾ ਇਨਸੀਡੈਂਟ ਕੈਮਰੇ ਦੇ ਵਿੱਚ ਕੈਦ ਹੋਇਆ। ਜੋ ਉਹ ਬੋਲੀਆਂ ਨੇ, ਜਿਸ ਤਰੀਕੇ ਨਾਲ ਅਟੈਕ ਕੀਤਾ, ਜਿਵੇਂ ਅਬਿਊਜ਼ ਕੀਤਾ ਉਹਨੂੰ, ਸਾਰਾ ਕੁਝ ਉਹ ਰਿਕਾਰਡ ਹੋ ਚੁੱਕਿਆ। These girls are in big trouble। ਅੱਛਾ, 24 ਸਾਲ ਦੀ ਜਦ ਕਿ ਉਮਰ ਹੈ, ਜਿਹੜੀ ਮੇਨ ਜਿਹੜੀ ਦੋਸ਼ੀ ਇਹਦੇ ਵਿੱਚ ਠਹਿਰਾਈ ਜਾ ਰਹੀ ਹੈ, ਉਹਦੀ 24 ਸਾਲ ਦੀ ਸਾਰੀ ਉਮਰ ਹੈ ਜੀ। ਇਹ ਬੜੀ ਵੱਡੀ ਟਰਬਲ ਚ ਨੇ ਜੀ। ਔਰ ਤੁਸੀਂ ਦੇਖੋ ਇਸ ਲੜਕੀ ਦਾ ਕੈਰੀਅਰ ਖਰਾਬ ਹੋ ਸਕਦਾ ਹੈ ਜਿਹੜੇ ਹਿਸਾਬ ਚ ਉਹਨੇ ਅਬਿਊਸਿਵ ਲੈਂਗੁਏਜ। ਔਨ ਟਾਪ ਆਫ ਦੈਟ ਅੱਜ ਕੱਲ੍ਹ ਟੈਕਨੋਲੋਜੀ ਇੰਨੀ ਜ਼ਿਆਦਾ ਹੋਈ ਹੈ, ਹਰ ਥਾਂ ਤੇ ਕੈਮਰਾ, ਤੁਸੀਂ ਡੈਸ਼ ਕੈਮ ਅੰਦਰ ਵੀ ਦੇਖ ਸਕਦੇ ਹੋ, ਅੱਗੇ ਵੀ ਦੇਖ ਸਕਦੇ ਹੋ, ਤੁਹਾਡੇ ਪਿੱਛੇ ਵੀ ਕੈਮਰਾ ਕਈਆਂ ਲਾਇਆ ਹੋਇਆ ਵੀ ਜਿਹੜਾ ਤੁਹਾਨੂੰ ਟੇਲਗੇਟਿੰਗ ਕਰਦਾ। ਟੇਲਗੇਟਿੰਗ ਨਾ ਅੱਜ ਕੱਲ੍ਹ ਕਰਿਆ ਕਰੋ, ਲੋਕਾਂ ਦੇ ਕੈਮਰੇ ਮਗਲੇ ਪਾਸੇ ਵੀ ਲਾਏ ਹੋਏ ਆ, ਉਹ ਤੁਹਾਡੀ ਰਿਕਾਰਡਿੰਗ ਹੁੰਦੀ ਹੈ ਔਰ ਯੂ ਕੈਨ ਚਾਰਜਡ ਫॉर दैट। ਅਦਰ ਕਿ ਗੁੱਸਾ ਆ ਜਾਂਦਾ ਨਾ ਸਾਨੂੰ। ਗੱਲ ਕਰਾਂਗੇ, ਦਰਸ਼ਕ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਗਿੱਲ ਸਾਹਿਬ ਸਤਿ ਸ਼੍ਰੀ ਅਕਾਲ। ਜਿਹੜੀ ਆਪਣੇ ਬੇਬੈਕ ਦੀ ਗੱਲ ਦੱਸਦੇ ਆ ਜੀ, ਇਹ ਹੋ ਵੀ ਸਕਦਾ ਆ, ਸਾਨੂੰ ਇਹਦੇ ਉੱਪਰ ਪੱਖ ਨਹੀਂ ਲੈਣਾ ਚਾਹੀਦਾ। ਜੇ ਗਲਤੀ ਆ ਤਾਂ ਸਮਾਂ ਕੇ ਸੁਧਾਰ ਲੈ ਲੈ, ਸਾਨੂੰ ਉਹਦੀ ਉਹ ਫੈਕਟ ਨੂੰ ਕਹਿਣਾ ਦੱਸਣਾ ਚਾਹੀਦਾ। ਕਹਿਣ ਦਾ ਮਤਲਬ ਗੋਰੀਆਂ ਇੰਨੀ ਛੇਤੀ ਕਿਸੇ ਦੇ ਬਲੇਮ ਲਾਉਂਦੇ ਨਹੀਂ ਹੁੰਦੇ, ਇੰਨੀ ਛੇਤੀ ਸਟ੍ਰੇਂਜ ਮਤਲਬ ਡਰਦੇ ਨਹੀਂ ਹੈਗੇ ਇੰਨੀ ਛੇਤੀ ਇਹ ਕਹਿਣਾ ਮਤਲਬ। ਤੇ ਜੇ ਟੈਕਸੀ ਵਾਲਾ ਆ ਜਾਂ ਕੋਈ ਹੋਰ ਊਬਰ ਈਟ ਆ, ਤਾਂ ਉਹ ਤਾਂ ਪ੍ਰੋਫੈਸ਼ਨਲ ਬੰਦੇ ਆ, ਉਹਨਾਂ ਨੂੰ ਤਾਂ ਜ਼ਿਆਦਾ ਪਤਾ ਹੋਣਾ ਚਾਹੀਦਾ ਵੀ ਜੇ ਕੋਈ ਬੰਦਾ ਮੇਰੇ ਤੋਂ ਡਰ ਰਿਹਾ ਉਹਦੇ ਪਿੱਛੇ ਜਾਣਾ ਕਿ ਨਹੀਂ ਜਾਣਾ। ਸਹੀ ਗੱਲ ਹੈ, ਜ਼ਿਆਦਾ ਜ਼ਿੰਮੇਵਾਰੀ ਬਣਦੀ ਆ। ਜੀ ਆ ਜੀ ਆ। ਅਸੀਂ ਵੀ ਆਪਾਂ ਵੀ ਗੱਲ ਦੇ ਨਾਲ ਇਹਦਾ ਕੋਈ ਲਿੰਕ ਨਹੀਂ ਜੀ। ਬੰਦੇ ਦੀ ਸੋਚਣੀ ਕਿਸੇ ਦੀ ਵੀ ਕੋਈ ਵੀ ਹੋ ਸਕਦੀ ਆ ਨਾ। ਬਿਲਕੁਲ, ਹਾਂ ਹਾਂ। ਆਪਾਂ ਨੂੰ ਇਹ ਚੀਜ਼ ਮੰਨਣੀ ਪੈਣੀ ਆ। ਪਰ ਪੁਰਾਣੇ ਟਾਈਮਾਂ ਤੋਂ ਜਿੱਦਾਂ ਚੱਲਦਾ ਆਉਂਦਾ ਆ, ਥੋੜਾ ਜਿਹਾ ਤਵੱਜੋ ਜ਼ਰੂਰ ਅਸੀਂ ਵੀ ਸਤਿਕਾਰ ਬਹੁਤ ਕਰਦੇ ਜਦੋਂ ਦਸਤਾਰ ਬੰਦਾ ਵਧੀਆ ਹੁੰਦੀ ਨਾ ਕੁਦਰਤੀ। ਬਿਲਕੁਲ ਜੀ, ਦਸਤਾਰ ਰਿਸਪੈਕਟ ਹੈਗੀ ਆ, ਪਰ ਇਦਾਂ ਨਹੀਂ ਕਿ ਉਹ ਕੁਝ ਕਰ ਨਹੀਂ ਸਕਦਾ। ਹੁਣ ਆਪਣੇ ਕ੍ਰਾਂਤੀ ਦੇ ਤਾਰਾਂ ਦੀ ਪਿੱਛੇ ਜਿਹੜੀ ਖਬਰ ਆਈ ਸੀਗੀ, ਕਹਿਣ ਦਾ ਮਤਲਬ ਹਾਂਜੀ ਹਾਂਜੀ ਇਹਨਾਂ ਕੋਈ ਲਿੰਕ ਨਹੀਂ ਹੈਗਾ ਇੰਡੀਆ ਦਾ ਆਪਣੇ ਪਿੱਛੇ ਜਾਣ ਦਾ। ਜੀ ਸ਼ਾਇਦ ਤੁਹਾਡਾ ਫੋਨ ਵਿੱਚ ਦੀ ਸਰ ਡਿਸਕਨੈਕਟ ਹੋ ਰਿਹਾ ਕਨੈਕਸ਼ਨ। ਗਿੱਲ ਸਾਹਿਬ ਸੌਰੀ ਤੁਹਾਡੀ ਆਵਾਜ਼ ਕੱਟੀ ਗਈ ਹੈ, ਬਟ ਥੈਂਕ ਯੂ, ਥੈਂਕਸ ਫॉर ਕਾਲਿੰਗ। ਪਰ ਉਹਦੀ ਗੱਲ ਐਸੀ ਹੈ ਜੀ, ਅਸੀਂ ਵੀ ਟਰਾਈ ਨਾਟ ਟੂ ਡਿਫੈਂਡ ਐਨੀਬਾਡੀ। ਅਸੀਂ ਦੋਨੇ ਪੱਖ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਦੇ ਵਿੱਚ ਕੋਈ ਵੀ ਕਿਸੇ ਵੀ ਪਾਸੇ ਦੀ ਗੱਲ ਸਹੀ। ਮੈਂ ਇਹੀ ਤਾਂ ਹੀ ਕਹਿੰਦਾ ਹੁੰਦਾ ਕਿ ਆਪਾਂ ਜਿਹੜਾ ਅੱਗੇ ਭੇਜਣਾ ਨਾ ਸੁਨੇਹਾ, ਉਹਨੂੰ ਠਹਿਰ ਜਾ ਕਰੋ, ਥੋੜਾ ਜਿਹਾ ਦੇਖ ਲਿਆ ਕਰੋ, ਉਹਨੂੰ ਪੱਕ ਲੈਣ ਦਿਆ ਕਰੋ, ਰਿੱਝ ਲੈਣ ਦਿਆ ਕਰੋ, ਕੱਚੀ ਦਾਲ ਨਾਲ ਅੱਗੇ ਭੇਜ ਦਿਆ ਕਰੋ, ਉਹਨੂੰ ਦੇਖੋ ਤੁਹਾਡੇ ਕੋਲੇ ਸਿਟ ਆਨ ਦੈਟ ਮੈਸੇਜ। ਐਡੀ ਕਿੱਡੀ ਕਾਲ ਹੋਈ ਪਈ ਹੈ, ਫਿਰ ਉਹਨੂੰ ਅੱਗੇ ਫਾਰਵਰਡ ਕਰੋ। ਇਸੇ ਕਰਕੇ ਮੇਰਾ ਖਿਆਲ ਬਹੁਤੀਆਂ ਪ੍ਰੋਬਲਮਸ ਜਿਹੜੀਆਂ ਸੋਸ਼ਲ ਮੀਡੀਆ ਦੇ ਤਰਨ ਆਉਂਦੀਆਂ ਨੇ, ਉਹਨਾਂ ਦਾ ਬਚਾਅ ਹੋ ਸਕਦਾ ਜੇ ਆਪਾਂ ਥੋੜਾ ਜਿਹਾ ਸਬਰ ਕਰ ਲਈਏ। ਬਿਲਕੁਲ ਸਰ, ਸੋਸ਼ਲ ਮੀਡੀਆ ਤੇ ਭਾਈ ਹਰ ਚੀਜ਼ ਸੱਚੀ ਵੀ ਨਹੀਂ ਹੋ ਸਕਦੀ ਹੈਗੀ, ਤੇ ਉਹੀ ਗੱਲ ਹੈ ਕਿ ਜੇ ਉਹ ਡਰਾਈਵਰ ਖੁਦ ਆ ਕੇ ਆਪਦਾ ਕੋਈ ਬਿਆਨ ਦੇ ਦੇਵੇ ਤਾਂ ਜ਼ਿਆਦਾ ਬੈਟਰ ਹੋਏਗਾ ਕਿ ਸਿਚੁਏਸ਼ਨ ਜਿਹੜੀ ਆ ਉਹ ਕਲੀਅਰ ਹੋਏ। ਹੁਣ ਕੋਈ ਹੋਰ ਕਿਉਂ ਡਿਫੈਂਡ ਕਰ ਰਿਹਾ ਹੈਗਾ? ਗੱਲ ਸਭ ਦੀ ਗੱਲ ਠੀਕ ਹੈ ਜੀ। ਅਸੀਂ ਦੇਖੋ ਇਹਦਾ ਕੱਲ ਤੱਕ ਕੁਝ ਨਾ ਕੁਝ ਹੋਰ ਆਏਗਾ, ਜਿਹੜਾ ਕੁਝ ਵੀ ਆਏਗਾ ਵੀ ਵਿਲ ਸ਼ੇਅਰ ਵਿਦ ਯੂ। ਬਿਲਕੁਲ ਜੀ। ਤੇ ਸਰ ਆਪਾਂ ਉਬਰ ਦੀ ਗੱਲ ਕਰ ਰਹੇ ਸੀ, ਜਿਹੜਾ ਅਮਰੀਕਾ 'ਚ ਇਨਸੀਡੈਂਟ ਹੋਇਆ, 16 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਮਤਲਬ ਕਿ ਲਗਭਗ ਸਾਰੀ ਜਵਾਨੀ ਜੇਲ੍ਹ ਦੇ ਵਿੱਚ ਆ ਸਕਦੀ ਹੈ। ਬਿਲਕੁਲ ਜੀ। ਤੁਸੀਂ ਦੇਖੋ ਆਪਾਂ ਵੀ ਕੋਈ ਇਹੋ ਜਿਹੀ ਗੱਲ ਨਾ ਹੀ ਕੀਤੀ ਜਾਵੇ ਜਿੰਨਾ ਆਪਦੇ ਹੋਸ਼ੋ ਹਵਾਸ 'ਚ ਰਹੋ। ਠੀਕ ਹੈ, ਖੁਸ਼ ਹੋਣ ਨੂੰ ਜੀ ਕਰਦਾ ਉਹ, ਜਾਂ ਇਹ ਨਾ ਸਮਝੋ ਕਿ ਤੁਸੀਂ ਹੋਰ ਕੌਮ ਵਾਲਾ ਤਾਂ ਇਹਨੂੰ ਅਸੀਂ ਮਾੜਾ ਹੀ ਸਮਝਣਾ। ਅਗਲੀ ਖਬਰ ਅਸੀਂ ਇਸੇ ਮਾਮਲੇ 'ਚ ਲੈ ਕੇ ਆ ਰਹੇ ਹਾਂ। ਬਿਲਕੁਲ, ਕਿਉਂਕਿ ਗੱਲ ਇਹ ਹੈ ਕਿ ਦੂਸਰੀ ਕੌਮ ਵਾਲਾ ਕੁਝ ਕਵੇ ਤਾਂ ਬੰਦਾ ਫਿਰ ਵੀ ਹਜੇ ਜਰ ਲੈਂਦਾ, ਆਪਣੀ ਕੌਮ ਦਾ ਵਿਅਕਤੀ ਆਪਣੀ ਕੌਮ ਦੇ ਉੱਤੇ ਕੋਈ ਅਜਿਹਾ ਨਫ਼ਰਤੀ ਹਿੰਸਾ ਵਾਲਾ ਕੋਈ ਸਟੈਪ ਚੱਕੇ ਤਾਂ ਬੰਦਾ ਹੈਰਾਨ ਹੋ ਜਾਂਦਾ। ਮਾਮਲਾ ਅਜਿਹਾ ਸਾਹਮਣੇ ਆਇਆ ਜੀ ਮਾਰਖਮ ਦੇ ਵਿੱਚ ਇੱਕ ਏਸ਼ੀਅਨ ਓਰੀਜਨ ਦੇ ਵਿਅਕਤੀ ਦੇ ਉੱਤੇ ਹੀ
ਏਸ਼ੀਅਨ ਓਰੀਜਨ ਦੇ ਲੋਕਾਂ ਦੇ ਨਾਲ ਨਫ਼ਰਤੀ ਹਿੰਸਾ ਦੇ ਦੋਸ਼ ਲੱਗੇ ਨੇ। 5 ਦੋਸ਼ ਇਹਨਾਂ ਦੇ ਉੱਤੇ ਆਇਦ ਕੀਤੇ ਗਏ ਨੇ ਕਿਉਂਕਿ 5 ਮਾਮਲਿਆਂ 'ਚ ਸ਼ਾਮਿਲ ਪਾਏ ਜਾ ਰਹੇ ਨੇ। ਪੁਲਿਸ ਦਾ ਅਜਿਹਾ ਕਹਿਣਾ ਹੈ। ਸੋ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਨੇ ਜੀ 33 ਸਾਲ ਦੇ ਅਰਜੁਨ ਚੌਧਰੀ। ਸਰ ਕੀ ਕਹੋਗੇ? ਕਰਨ ਇਹ ਸਾਊਥ ਏਸ਼ੀਅਨ ਨੇ ਏਸ਼ੀਅਨ ਦੇ ਨਾਲ ਇਹ ਕੁਛ ਕੀਤਾ ਜੀ। ਸਾਊਥ ਏਸ਼ੀਅਨ ਅਸੀਂ ਆ ਜਾਂਦੇ ਹਾਂ ਜੀ, ਏਸ਼ੀਅਨ ਜਿਹਨੂੰ ਗਿਣਦੇ ਆ ਉਹਨਾਂ ਜਿਹੜੇ ਚਾਈਨੀਜ਼ ਲੋਕ ਹੈਗੇ ਉਹਨਾਂ ਵਰਗੀ ਲੋਕ ਹੈਗੀ ਆ, ਕੋਈ ਵੀ ਹੋ ਸਕਦਾ ਉਹਨਾਂ ਦੇ ਵਿੱਚੋਂ। ਉਹਦੇ ਨਾਲ ਇਹ ਰੇਸ਼ਲੀ ਇਹਨੇ ਇਹ ਜਿਹਾ ਕੀਤਾ ਜੀ। ਹੁਣ ਅਸੀਂ ਆਪਦੇ ਆਪ ਵਿੱਚ ਹੀ ਅਸੀਂ ਰੇਸਿਸਟ ਹਾਂ ਹੈਗੇ ਹਾਂ ਜੀ, ਅਸੀਂ ਬਹੁਤ ਜ਼ਿਆਦਾ ਹਾਂ। ਬਿਲਕੁਲ ਅਸੀਂ ਸਾ ਰੇਸਿਸਟ ਇੰਨੇ ਆ ਜੀ, ਸਾਡੇ ਤਾਂ ਗੁਰੂ ਘਰ ਵੀ ਅੱਡ ਅੱਡ ਨੇ। ਔਰ ਅਸੀਂ ਜਿਹੜਾ ਸਾਨੂੰ ਧਰਮ ਨੇ ਇਹ ਗੱਲ ਕੀਤੀ ਸੀ ਕਿ ਸਭ ਕੁਝ ਖਤਮ ਹੋ ਗਿਆ, ਜ਼ਾਤ ਪਾਤ ਖਤਮ ਹੈ, ਅਸੀਂ ਉਹ ਨਹੀਂ ਕੀਤੀ। ਅਸੀਂ ਗੁਰੂ ਘਰ ਵੀ ਉਸ ਤੇ ਬਣਾਇਆ। ਇਕੱਲੇ ਗੁਰੂ ਘਰਾਂ ਦੀ ਗੱਲ ਨਹੀਂ ਜੀ ਕਰਦਾ ਮੈਂ, ਆਪਣੇ ਹਿੰਦੂਇਜ਼ਮ ਵਿੱਚ ਵੀ ਐਵੇਂ ਹੀ ਆ। ਸਰਟਨ ਮੰਦਰਾਂ ਦੇ ਵਿੱਚ ਸਰਟਨ ਜ਼ਾਤ ਅਲਾਉਡ ਨਹੀਂ ਹੈਗੀ ਆ। ਉਹ ਉਸ ਥਾਂ ਤੋਂ ਪਾਣੀ ਵੀ ਨਹੀਂ ਪੀ ਸਕਦਾ, ਉਹਨਾਂ ਦਾ ਉਹ ਵੀ ਵੱਖਰਾ, ਆ ਵੀ ਨਹੀਂ ਸਕਦੇ, ਦਰਸ਼ਨ ਨਹੀਂ ਕਰ ਸਕਦੇ। ਈਵਨ ਇਹ ਲਿਖਤ ਦੇ ਵਿੱਚ ਆਇਆ ਹੋਇਆ ਕਿ ਇੱਕ ਬਹੁਤ ਵੱਡੇ ਅਵਤਾਰ ਨੇ ਇੱਕ ਨੂੰ ਕਿਹਾ ਤਾਂ ਸੀਗਾ ਕਿ ਉਹਦੇ ਕੰਨਾਂ 'ਚ ਸਿੱਕਾ ਪਾ ਦੇਣਾ ਚਾਹੀਦਾ ਕਿ ਇਹਨੂੰ ਸੁਣਨ ਦਾ ਹੱਕ ਨਹੀਂ ਹੈਗਾ। ਐਸੀਆਂ ਗੱਲਾਂ ਵੀ ਹੈਗੀਆਂ ਨੇ। ਅਸੀਂ ਸਾਡੇ ਵਰਗਾ ਰੇਸਿਸਟ ਮੈਂ ਤਾਂ ਕਹਿੰਦਾ ਕੋਈ ਹੋਣਾ ਹੀ ਨਹੀਂ ਹੈਗਾ। ਅਸੀਂ ਆਪ ਦੇ ਵਿੱਚ ਆਪਸ ਨਾਲ ਇੰਨਾ, ਅਸੀਂ ਜ਼ਾਤ ਦੀ ਤਾਂ ਗੱਲ ਛੱਡੋ, ਅਸੀਂ ਤਾਂ ਅੱਗੇ ਗੱਲ ਕਰਕੇ ਅਸੀਂ ਤਾਂ ਔਰਤ ਨੂੰ ਨਹੀਂ ਬਰਾਬਰ ਦਾ ਸਮਝਦੇ। ਗੱਲਾਂ ਤਾਂ ਛੱਡੋ, ਬਾਕੀ ਦੀਆਂ ਕਿੰਨੀਆਂ ਕਰਨ ਵਾਲੀਆਂ ਹੈਗੀਆਂ ਨੇ। ਔਰ ਇਹ ਅਰਜੁਨ ਚੌਧਰੀ ਸਾਹਿਬ ਨੇ ਵੀ ਇਹ ਕੰਮ ਕੀਤਾ ਜੀ। ਉਹ ਚਾਈਨੀਜ਼ ਵਰਗੇ ਲੋਕ ਸੀਗੇ ਜਿਨ੍ਹਾਂ ਨੂੰ ਇਹਨੇ ਰਜਿਸਟਰੀ ਕੀਤਾ ਔਰ ਇਹ ਚਾਰਜ ਕਰ ਲਿਆ ਗਿਆ ਜੀ, ਔਰ ਇਹਨੂੰ ਭੁਗਤਣਾ ਪਏਗਾ। ਔਰ ਸਾਨੂੰ ਕੁਛ ਵੀ ਹੈ, ਅਸੀਂ ਇਹਨਾਂ ਮੁਲਕਾਂ ਦੇ ਵਿੱਚ ਆਏ ਹਾਂ। ਅਸੀਂ ਬਹੁਤ ਹੀ ਸਾਡੀ ਜਿਹੜੀ ਸਾਡੀ ਕਮਿਊਨਿਟੀ ਆ ਬੜੀ ਕਾਨੂੰਨ ਨੂੰ ਮੰਨਣ ਵਾਲੀ ਆ, ਲੋਕਾਂ ਦੀ ਰਿਸਪੈਕਟ ਕਰਨ ਵਾਲੀ, ਆਪਦੀ ਰਿਸਪੈਕਟ ਕਰਾਉਣ ਵਾਲੀ ਹੈ। ਆਹ ਜਿਹੜੇ ਇੰਸੀਡੈਂਟਸ ਇੱਕ ਦੁੱਕਾ ਐਸੇ ਹੁੰਦੇ ਨੇ, ਸਾਰੀ ਕਮਿਊਨਿਟੀ ਦੇ ਬਹੁਤ ਉਲਟ ਜਾਂਦੇ ਨੇ। ਆਪਾਂ ਨੂੰ ਥੋੜ੍ਹਾ ਜਿਹਾ ਜ਼ਬਾਨ ਨੂੰ ਪਬਲਿਕ ਦੇ ਵਿੱਚ ਕੰਟਰੋਲ ਰੱਖਣਾ ਚਾਹੀਦਾ ਹੈਗਾ। ਇਹੋ ਜਿਹੀਆਂ ਗੱਲਾਂ ਨਾ ਹੋਣ ਤਾਂ ਚੰਗੀ ਗੱਲ ਆ। ਬਿਨਾਂ ਗੱਲੋਂ ਅਸੀਂ ਸਾਡੀ ਨੈਗੇਟਿਵਿਟੀ ਜ਼ਿਆਦਾ ਹੁੰਦੀ ਹੈ ਜਿਹਨੂੰ ਸਾਨੂੰ ਰੋਕਣਾ ਚਾਹੀਦਾ ਹੈ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਜਿਹੜੀ ਹੈਗੀ ਆ ਉਹ ਵੀ ਥੋੜੀ ਜਿਹੀ ਅਜਿਹੀ ਹੀ ਹੈ। ਸਾਵਧਾਨ ਹੋਣ ਦੀ ਬਹੁਤ ਜ਼ਰੂਰਤ ਹੈਗੀ ਹੈ ਕਿਉਂਕਿ ਖਾਸ ਤੌਰ ਤੇ BC ਵਾਲਿਓ ਤੁਸੀਂ ਸਾਵਧਾਨ ਹੋ ਜਾਵੋ। ਪੁਲਿਸ ਤੇ ਯੂਨੀਫਾਰਮ ਪਾ ਕੇ ਕਈ ਵਾਰੀ ਅਜਿਹਾ ਹੁੰਦਾ ਹੈ ਕਿ ਕੋਈ ਪੁਲਿਸ ਆਫੀਸਰ ਹੁੰਦਾ ਨਹੀਂ ਹੈ ਪਰ ਜਾਣ ਕੇ ਪੁਲਿਸ ਦੀ ਯੂਨੀਫਾਰਮ ਪਾ ਕੇ ਤੁਹਾਨੂੰ ਠੱਗਣ ਦੀ ਕੋਸ਼ਿਸ਼ ਕਰਦਾ। ਸੋ ਜੇਕਰ ਕੱਲ ਨੂੰ ਤੁਹਾਨੂੰ ਕੋਈ ਅਜਿਹਾ ਕੋਈ ਵੀ ਪਰਸਨ ਤੁਹਾਨੂੰ ਰਾਸਤੇ 'ਚ ਜਾਂਦੇ ਨੂੰ ਰੋਕਦਾ ਹੈ, ਥੋੜਾ ਜਿਹਾ ਸਾਵਧਾਨ ਜ਼ਰੂਰ ਹੋ ਜਾਓ ਕਿਉਂਕਿ ਅਜਿਹੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਇਹ BC ਦੇ ਵਿੱਚ, ਮਿਡ BC ਦੇ ਵਿੱਚ ਹੀ ਬੋਨਨ ਐਂਡ ਲੰਬੀ ਦਾ ਏਰੀਆ, ਉਸ ਏਰੀਆ ਦੇ ਵਿੱਚ ਕੋਈ ਭੱਦਰਪੁਰ ਹੈ ਜੀ, ਉਹਦੇ ਕੋਲ ਚਿੱਟੇ ਰੰਗ ਦਾ ਟਰੱਕ ਹੈ, ਪਿਕਅਪ ਟਰੱਕ ਹੈ। ਔਰ ਉਹਦੇ ਆਪਦੀਆਂ ਜਿਹੜੀਆਂ ਪੁਲਿਸ ਵਾਲੀਆਂ ਲਾਈਟਸ ਹੁੰਦੀਆਂ ਨੇ ਉਹ ਲਾਈਆਂ ਹੋਈਆਂ ਨੇ ਔਰ ਉਹ ਰੋਕਦਾ ਲੋਕਾਂ ਨੂੰ। ਸੋ ਜੇ ਤੁਹਾਨੂੰ ਕੋਈ ਐਸਾ ਸ਼ੱਕੀ ਹੁੰਦਾ ਤਾਂ ਤੁਹਾਨੂੰ ਬਿਫੋਰ ਯੂ, ਜੇ ਤੁਹਾਨੂੰ ਇਹ 'ਚ ਪਤਾ ਕਿਵੇਂ ਲੱਗੇ ਤਾਂ ਰੀਅਲ ਕੌਪ ਹੈ ਕਿ ਨਹੀਂ ਹੈਗਾ। ਕੌਪਸ ਤਾਂ ਅੱਜ ਕੱਲ੍ਹ ਸਾਰੀਆਂ ਟੋਰਾਂਟੋ ਵਾਲੇ ਜਿਹੜੇ ਅੱਜ ਕੱਲ੍ਹ ਡਰਾਈਵਿੰਗ ਕਰਦੇ ਆ ਬਹੁਤ ਜ਼ਿਆਦਾ ਖਿਆਲ ਰੱਖੋ। ਜਿਹੜੇ ਨੋਰਮਲ ਪਿਕਅਪ ਟਰੱਕਸ ਨੇ ਉਹਨਾਂ ਵਿੱਚ ਵੀ ਕੌਪਸ ਹੈਗੇ ਨੇ ਜੀ। ਹਾਂ, ਆਮ ਹੁਣ ਹੋ ਗਿਆ, ਬੀ ਕੇਅਰਫੁਲ। ਔਰ ਜਿਹੜੀਆਂ ਉਹਨਾਂ ਦੇ ਸਾਇਰਨ ਲਾਈਟਸ ਵਗੈਰਾ ਸਾਰੀਆਂ ਦਿਸਦੀਆਂ ਨਹੀਂ ਹੈਗੀਆਂ, ਜਸਟ ਪ੍ਰਾਈਵੇਟ ਲੱਗਦਾ। ਸੋ ਬੀ ਕੇਅਰਫੁਲ। ਇਹ ਉਹ ਨਾ ਕਰੋ ਵੀ ਲੌਕ ਖੋਲ ਕੇ ਬਾਹਰ ਆ ਜਾਓ। ਵੈਸੇ ਵੀ ਕਰਨ ਇੱਕ ਹੋਰ ਗੱਲ ਵੀ ਹੈ, ਜਦੋਂ ਪੁਲਿਸ ਵਾਲਾ ਕਿਤੇ ਵੀ ਤੁਹਾਨੂੰ ਰੋਕਦਾ, ਸਾਨੂੰ ਆਦਤ ਹੈ ਅਸੀਂ ਡੋਰ ਖੋਲਦੇ ਹਾਂ ਬਾਹਰ ਆ ਜਾਂਦੇ ਹਾਂ, ਬਿਲਕੁਲ ਨਹੀਂ ਜੀ ਆਉਣਾ। ਪੁਲਿਸ ਅਲਾਉ ਨਹੀਂ ਜੀ ਕਰਦੀ। ਪੁਲਿਸ ਇਹ ਸਮਝਦੀ ਹੈ ਕਿ ਤੁਸੀਂ ਅਟੈਕ ਕਰਨ ਵਾਸਤੇ ਬਾਹਰ ਆਏ ਹੋ। ਕਿਤੇ ਰੋਕ ਲਿਆ, ਤੁਸੀਂ ਕਾਰ ਦੇ ਵਿੱਚ ਬੈਠੇ ਰਹਿਣਾ। ਕਾਰ 'ਚ ਬੈਠ ਕੇ ਆਪਣਾ ਜਿਹੜਾ ਤੁਹਾਡਾ ਵਿੰਡੋ ਹੈ ਡਰਾਈਵਰ ਸਾਈਡ ਵਾਲਾ ਉਹਨੂੰ ਥੱਲੇ ਸੱਟ ਲੈਣਾ। ਤੁਹਾਡੇ ਦੋਨੇ ਹੱਥ ਸਟੀਅਰਿੰਗ ਵੀਲ ਤੇ, ਪ੍ਰਮਾਤਮਾ ਕਰੇ ਤੁਹਾਨੂੰ ਪੁਲਿਸ ਵਾਲਾ ਨਾ ਰੋਕੇ, ਤੁਹਾਡੇ ਦੋਨੋਂ ਹੱਥ ਸਟੀਅਰਿੰਗ ਵੀਲ ਤੇ ਹੋਣੇ ਚਾਹੀਦੇ ਆ। ਤੁਹਾਡਾ ਇੱਕ ਹੱਥ ਲੁਕਿਆ ਨਹੀਂ ਹੋਣਾ ਚਾਹੀਦਾ। ਜੇ ਇੱਕ ਹੱਥ ਲੁਕਿਆ ਹੋਇਆ ਤਾਂ ਪੁਲਿਸ ਵਾਲਿਆਂ ਨੂੰ ਸ਼ੱਕ ਹੋ ਸਕਦੀ ਹੈ ਸ਼ਾਇਦ ਤੁਹਾਡੇ ਹੱਥ ਵਿੱਚ ਕੋਈ ਹਥਿਆਰ ਹੈ। ਉਹ ਤੁਹਾਨੂੰ ਤਾਈਓ ਤੁਹਾਡੇ ਤੋਂ ਪਿੱਛੋਂ ਆ ਕੇ ਗੱਲ ਕਰਦਾ ਹੈ, ਉਹ ਤੁਹਾਡੇ ਦੋਨੇ ਹੱਥ 'ਚੋਂ ਦੇਖਦਾ ਸੇਫ ਹੈ, ਦੈਨ ਦੇ ਸਟਾਰਟ ਟਾਕਿੰਗ ਟੂ ਯੂ। ਜੇ ਤੁਸੀਂ ਐਸਾ ਪੋਸਚਰ ਬਣਾਇਆ ਕਿ ਸੇਫ ਨਹੀਂ ਹੈ ਤਾਂ ਪੁਲਿਸ ਵਾਲਾ ਤੁਹਾਡੇ ਨਾਲ ਗੱਲ ਨਹੀਂ ਜੀ ਕਰੇਗਾ, ਤੁਹਾਨੂੰ ਜਾਣ ਵੀ ਨਹੀਂ ਦੇਗਾ ਤੇ ਬੈਕਅਪ ਫੋਰਸ ਸੱਦੇਗਾ। ਇਸ ਹਾਲਤ ਤੱਕ ਆਉਣ ਦੀ ਲੋੜ ਨਹੀਂ ਹੈਗੀ। ਤੁਸੀਂ ਕਾਰ ਦੇ ਵਿੱਚ ਬੈਠੇ ਰਹਿਣਾ। ਜਿਹੜੀ ਕੋਈ ਐਸੀ ਗੱਲ ਨਹੀਂ ਹੈ, ਤੁਸੀਂ ਕਾਰ ਨੂੰ ਫਿਰ ਵੀ ਲੌਕ ਰੱਖੋ ਜੀ। ਤੁਹਾਨੂੰ ਕੀ ਪਤਾ ਇਹ ਸਹੀ ਅਫਸਰ ਹੈਗਾ ਜਾਂ ਨਹੀਂ ਹੈਗਾ। ਇਹ ਸ਼ਹਿਰਾਂ 'ਚ ਤਾਂ ਬਹੁਤ ਘੱਟ ਕਰ ਲਈ ਹੈ। ਆਹ ਵੀ ਰਿਮੋਟ ਗੱਲ ਕਿਤੇ ਕਿਤੇ ਹੁੰਦੀ ਹੈਗੀ ਆ। ਉਹ ਆਪਣੇ ਈਸਟ ਦੇ ਵਿੱਚ ਇੱਕ ਗੱਲ ਹੋਈ ਸੀ ਨਾ, ਜਿਹੜਾ ਉਹਨੇ ਪੁਲਿਸ ਵਾਲੀ ਵਰਦੀ ਰੱਖ ਕੇ ਕਈਆਂ ਲੋਕਾਂ ਦਾ ਕਤਲ ਕਰ ਦਿੱਤਾ ਸੀਗਾ। ਇਹ ਸੈਕੰਡ ਇੰਸਟੈਂਸ ਆ। ਬੀ ਕੇਅਰਫੁਲ ਜੀ। ਜਿਹੜੇ ਲੰਬੀ ਐਂਡ
ਵਰਨਨ ਦਾ ਏਰੀਆ ਹਾਈਵੇ ਹੈਗਾ ਜੀ 6 ਦੇ ਉੱਤੇ ਬੀ ਕੇਅਰਫੁਲ ਇਹ ਵਾਈਟ ਕਲਰ ਦਾ ਟਰੱਕ ਹੈਗਾ ਜੀ ਜਿਹੜਾ ਕਿ ਪੁਲਿਸ ਨੂੰ ਇੰਪਰਸਨੇਟ ਕਰਦਾ ਜੀ ਬਿਲਕੁਲ ਜੀ ਤੇ ਅਗਲਾ ਜਿਹੜਾ ਆ ਉਹ ਵੀ ਥੋੜਾ ਡਰਾਈਵਿੰਗ ਨਾਲ ਰੈਲੇਵੈਂਟ ਹੀ ਜਿਹੜੀ ਖਬਰ ਹੈਗੀ ਉਹ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ। ਇੱਕ ਹੁੰਦੀ ਹੈ ਡਰਾਈਵਿੰਗ, ਇੱਕ ਹੁੰਦਾ ਐਗਰੈਸਿਵ ਡਰਾਈਵਿੰਗ। ਸੋ ਟਰੱਕ ਡਰਾਈਵਰ ਵਾਲਿਆਂ ਨੂੰ ਪੁੱਛਣਾ ਚਾਹਾਂਗੇ ਕਿਸ ਤਰੀਕੇ ਦੀ ਤੁਸੀਂ ਡਰਾਈਵਿੰਗ ਕਰਦੇ ਹੋ, ਕਿਉਂਕਿ ਇੱਕ ਵੀਡੀਓ ਜਿਹੜੀ ਆ ਖਾਸ ਤੌਰ ਤੇ ਓਨਟਾਰੀਓ ਦੀ ਸਾਹਮਣੇ ਆ ਰਹੀ ਆ। ਟਰੱਕ ਵਾਲਾ ਇੱਕ ਕਾਰ ਨੂੰ ਇਸ ਤਰੀਕੇ ਨਾਲ ਲਿਆ ਜਾ ਰਿਹਾ ਜਿਵੇਂ ਕਿ ਰੋਡ ਦਾ ਹੋਇਆ ਲੈ ਕੇ ਜਾ ਰਿਹਾ, ਜਿਵੇਂ ਉਹ ਕਾਰ ਨਹੀਂ ਬਲਕਿ ਕੋਈ ਟੋਏ ਕਾਰ ਹੁੰਦੀ ਆ। ਸੋ ਫੜ ਲਏ ਗਏ ਨੇ ਜੀ, ਉਹਨਾਂ ਦੇ ਉੱਤੇ ਚਾਰजेस ਵੀ ਲੱਗ ਗਏ ਨੇ। ਪਰ ਕੀ ਟਰੱਕ ਵਾਲਿਆਂ ਨੂੰ ਵਾਕਈ ਐਡੇ ਉੱਚੇ ਹੁੰਦੇ ਨੇ ਕਿ ਕਾਰਾਂ ਦਿਖਦੀਆਂ ਨੇ ਕਿ ਸਾਡੇ ਅੱਗੇ ਕੁਛ ਆ ਰਿਹਾ? ਲੈ ਵੀ ਟਰੰਪ ਟਰੱਕ ਵਾਲਿਓ ਗੁੱਸਾ ਨਾ ਕਰਿਓ ਇਸ ਗੱਲ ਦਾ। ਪਹਿਲਾਂ ਤਾਂ ਤੁਹਾਨੂੰ ਇੰਸੀਡੈਂਟ ਦੱਸ ਦਈਏ ਕੀ ਹੋਇਆ। ਜਾਰਵਿਸ ਦੇ ਰੈਂਪ ਤੇ ਹੋਇਆ ਜੀ। ਬਹੁਤਿਆਂ ਨੂੰ ਪਤਾ ਹੋਊਗਾ ਇਹ ਕੀ ਹੋਇਆ। ਜਿਹੜੇ ਡੰਪ ਟਰੱਕ ਦੇ ਬਿਜ਼ਨਸ ਹੈਗੇ ਤੁਹਾਨੂੰ ਆਲਮੋਸਟ ਹਰੇਕ ਨੂੰ ਪਤਾ ਹੋਣਾ ਚਾਹੀਦਾ ਵੀ ਇਹ ਕੀ ਹੋਇਆ। ਰੈਂਪ ਦੇ ਉੱਤੇ ਮੂਹਰੇ ਕਾਰ ਆ, ਮਿਨੀ ਕਾਰ ਆ, ਤੇ ਵੱਡੀ ਕਾਰ ਨਹੀਂ ਹੈ, ਔਰ ਉਸ ਨੂੰ ਕੋਈ ਇੰਸੀਡੈਂਟ ਹੋਇਆ, ਕੁਛ ਵੀ ਹੋਇਆ, ਉਹ ਅਬਾਊਟ ਹਾਫ ਆ ਕਿਲੋਮੀਟਰ ਇੰਨੀ ਦੂਰ ਤੱਕ ਟਰੱਕ ਵਾਲਾ ਕਾਰ ਨੂੰ ਧੱਕੀ ਤੁਰਿਆ ਗਿਆ। ਤੁਸੀਂ ਕੁਐਸਚਨ ਕੀਤਾ ਵੀ ਉਹਨੂੰ ਦੱਸਦਾ ਨਹੀਂ ਹੈ? ਬਹੁਤ ਵਧੀਆ ਦੱਸਦਾ, ਉੱਤੋਂ ਦੱਸਦਾ ਬੈਠਾ ਹੈਗਾ, ਔਰ ਜਿਹਨੇ ਵੀਡੀਓ ਬਣਾਈ ਆ ਉਹ ਉਦੋਂ ਉੱਤੇ ਬੈਠਾ, ਬਿਲਕੁਲ ਅਪਾਰਟਮੈਂਟ ਬਿਲਡਿੰਗ 'ਚ ਬੈਠਾ, ਉਹਨੇ ਉਹਦੀ ਵੀਡੀਓ ਬਣਾਈ ਹੋਈ ਆ। ਇੰਨੇ ਤੋਂ ਪੈਸੇ ਨੂੰ ਚਾਰਜ ਕਰ ਲਿਆ ਗਿਆ। ਮੈਨੂੰ ਪਤਾ ਡੰਪ ਟਰੱਕ ਵਾਲੇ ਤੁਹਾਨੂੰ ਗੇੜੇ ਦੇ ਪੈਸੇ ਮਿਲਦੇ ਆ, ਪਰ ਸਰ ਇਹਨਾਂ ਬਹੁਤ ਰੈਸ਼ ਡਰਾਈਵਿੰਗ ਕਰਦੇ ਆ। ਐਕਸਪੀਰੀਅੰਸ ਖੁਦ ਦਾ ਹੋ ਚੁੱਕਿਆ ਸੀ। ਮੈਂ ਤੇ ਮੇਰੇ ਕੋਲੀਗ ਅਸੀਂ ਇੱਕ ਪ੍ਰੈਸ ਕਾਨਫਰੰਸ ਤੇ ਜਾ ਰਹੇ ਸੀ, ਜੋ ਬੁਰੇ ਤਰੀਕੇ ਨਾਲ ਉਹਨਾਂ ਨੇ ਸਾਨੂੰ ਮਤਲਬ ਕਿ ਗੇੜੇ 'ਚ ਪਾਇਆ ਨਾ ਕਿ ਅਸੀਂ ਸਾਹਮਣੇ ਵਾਲੀ ਟਰੱਕ ਦੇ ਨਾਲ ਆਪੋਜ਼ਿਟ ਸਾਈਡ ਤੋਂ ਆਉਂਦੇ ਹੋਏ ਤੇ ਹਿੱਟ ਕਰ ਸਕਦੇ ਸੀ ਜੇ ਮੇਰਾ ਕੋਲੀਗ ਸਾਈਡ ਦੇ ਉੱਤੇ ਬ੍ਰੇਕ ਨਾ ਲਗਾਉਂਦਾ। ਫਿਰ ਉਹਦੀ ਸ਼ਿਕਾਇਤ ਕੀਤੀ ਗਈ। ਬਹੁਤ ਬੁਰੇ ਤਰੀਕੇ ਨਾਲ ਚਲਾਉਂਦੇ ਆ। ਲਓ ਜੀ, ਅਸੀਂ ਸਕੀਮ ਨਾਲ ਨਹੀਂ ਗੱਲ ਕਰਨ ਲੱਗੇ। ਮੈਂ ਤਾਂ ਹੀ ਪਹਿਲਾਂ ਵਾਰਨਿੰਗ ਦਿੱਤੀ ਸੀ, ਡੰਪ ਟਰੱਕ ਵਾਲਿਓ ਗੁੱਸਾ ਨਾ ਕਰੋ ਇਸ ਗੱਲ ਦਾ। ਇਹ ਬੈਠੇ ਬੈਠੇ ਜਦੋਂ ਦਿਮਾਗ ਦੇ ਵਿੱਚ ਆ ਜਾਂਦਾ ਨਾ ਕਿ ਆਪਦਾ ਐਕਸਪੀਰੀਅੰਸ ਸ਼ੇਅਰ ਕੀਤਾ। ਦੇਖੋ ਗੱਲ ਇਉਂ ਹੈ, ਇਹ ਠੀਕ ਹੈ ਕੰਮ ਕਰਦੇ ਹੋ, ਗੇੜੇ ਦੇ ਪੈਸੇ ਮਿਲਦੇ ਆ, ਆਈ ਐਗਰੀ ਵਿਦ ਯੂ। ਜੇ ਅਖੀਰਲੇ ਗੇੜੇ ਦੇ ਪੈਸੇ ਆ, ਅਖੀਰਲੇ 2 ਲੱਖ ਗਏ, 3 ਲੱਖ ਗਏ, 4 ਲੱਖ ਗਏ, ਵਟਐਵਰ, ਉਹਨਾਂ ਦੇ ਫਿਰ ਤੁਹਾਨੂੰ ਉਦੋਂ ਦੀ ਇਨਕਮ ਵੱਧ ਜਾਂਦੀ ਹੈ। ਪਰ ਤੁਹਾਡੇ 'ਚੋਂ ਬੜੀ ਵੱਡੀ ਪਰਸੈਂਟੇਜ ਆ ਜਿਹੜੀ ਰੈਸ਼ ਚਲਾਉਂਦੀ ਆ। ਇੱਕ ਤਾਂ ਜਿਹੜਾ ਡੰਪ ਟਰੱਕ ਨਾ ਤਰਨ, ਇਹਦੀ ਮੋਟਰ ਬਹੁਤ ਪਾਵਰਫੁਲ ਹੈ। ਪਾਵਰਫੁਲ ਕਿਉਂ ਹੈ? ਕਿਉਂਕਿ ਉਹਨੇ ਪਿੱਛੋਂ ਵੀ ਲਿਫਟ ਕਰਨਾ, ਇਸ ਕਰਕੇ ਟਰੱਕ ਦੇਖਣ ਨੂੰ ਛੋਟਾ, ਉਹਦੀ ਮੋਟਰ ਇੰਨੀ ਪਾਵਰਫੁਲ ਹੈ। ਫਿਰ ਜੀ ਤੁਸੀਂ ਗੁੱਸਾ ਨਾ ਕਰੋ, ਹਾਈਵੇ ਤੇ ਸਪੀਡਿੰਗ ਕਰਦੇ ਹੋ, ਦੋ ਜਾਣੇ ਰਲ ਕੇ ਸਪੀਡਿੰਗ ਕਰਦੇ ਹੋ, ਦੋਨੋਂ ਜਾਣੇ ਅੱਡ ਲੇਨਾਂ 'ਚ ਰੱਖ ਕੇ ਸਪੀਡਿੰਗ ਕਰਦੇ ਹੋ, ਬਾਕੀ ਦੇ ਹਾਈਵੇ ਨੂੰ ਤੁਸੀਂ ਬਲੌਕ ਕਰਦੇ ਹੋ। ਲੋਕਾਂ ਨੂੰ ਬਹੁਤ ਡਰ ਲੱਗਦਾ ਹੈ ਜਦੋਂ ਤੁਹਾਡਾ ਟਰੱਕ ਇੰਨਾ ਤੇਜ਼ ਪਿਛਲੇ ਸ਼ੀਸ਼ੇ 'ਚ ਦਿਸਦਾ ਨਾ, ਪਿੱਛੇ ਮੇਰੇ ਐਡਾ ਵੱਡਾ ਟਰੱਕ ਮੇਰੇ ਨੇੜੇ ਆ ਰਿਹਾ, ਤੁਹਾਨੂੰ ਲੱਗਦਾ ਤੁਸੀਂ ਕੰਟਰੋਲ ਕਰ ਲਓਗੇ, ਤੁਸੀਂ ਕੰਟਰੋਲ ਕਰ ਵੀ ਲੈਂਦੇ ਹੋ, ਆਈ ਐਗਰੀ ਵਿਦ ਯੂ। ਬਟ ਲੋਕਾਂ ਨੂੰ ਜਿਹੜਾ ਡਰ ਲੱਗਦਾ, ਦਹਿਸ਼ਤ ਆਉਂਦੀ ਹੈ, ਤੁਸੀਂ ਪਲੀਜ਼ ਇੰਨਾ ਨਾ ਕਰਿਆ। ਤੁਸੀਂ ਖਾਸ ਕਰਕੇ ਡੰਪ ਟਰੱਕਾਂ ਦੀ ਗੱਲ ਕਰਾਂ, ਮੈਂ ਦੂਜਿਆਂ ਦੀ ਨਹੀਂ ਕਰ ਰਿਹਾ। ਡੰਪ ਟਰੱਕਸ ਇੱਕ ਫਿਰ ਜਦੋਂ ਤੁਸੀਂ ਖਾਲੀ ਨੂੰ ਭਜਾਉਂਦੇ ਹੋ, ਮੋਸਟਲੀ ਤੁਸੀਂ ਕਿਸੇ ਗ੍ਰੈਵਲ ਵਾਲੇ ਏਰੀਏ ਤੇ ਗਏ ਹੁੰਦੇ ਹੋ, ਤੁਹਾਡੇ ਟਾਇਰਾਂ ਦੇ ਵਿੱਚ ਗ੍ਰੈਵਲ ਫਸੀ ਹੋਈ ਹੈ, ਔਰ ਉਹ ਇੰਨੀ ਦੂਰ ਤੱਕ ਜਾਂਦੀਆਂ, ਮਗਲੀਆਂ ਦੀਆਂ ਕਈ ਵਾਰੀ ਵਿੰਡਸ਼ੀਲਡਸ ਕਰੈਕ ਹੋ ਜਾਂਦੀਆਂ ਨੇ। ਸੋ ਬੀ ਕੇਅਰਫੁਲ ਪਲੀਜ਼, ਆਇਆ ਨਾ ਕਰੋ। ਜਿਹੜੇ ਥੋੜੇ ਜਿਹੇ ਭਜਾਉਣੇ, ਮੈਂ ਉਹਨਾਂ ਦੀ ਗੱਲ ਕਰਦਾ, ਬਾਕੀਆਂ ਦੀ ਨਹੀਂ ਗੱਲ ਕਰ ਰਿਹਾ। ਪਰ ਦੇਖੋ ਤੁਹਾਡੀਆਂ ਇਹ ਆਮ ਇਹ ਗੱਲ ਆਉਂਦੀ ਹੈ ਕਿ ਡੰਪ ਟਰੱਕ ਵਾਲੇ ਬਹੁਤ ਰੈਸ਼ ਚਲਾਉਂਦੇ ਆ, ਰਫ ਡਰਾਈਵਰਸ ਨੇ। ਪਲੀਜ਼ ਆਪਦੇ ਰੈਪੂਟੇਸ਼ਨ ਥੋੜਾ ਜਿਹਾ ਚੰਗਾ ਕਰੋ। ਔਰ ਕਿਉਂ ਇਹ 'ਚ ਸਾਡੀ ਕਮਿਊਨਿਟੀ ਬਹੁਤ ਕੰਮ ਕਰਦੀ ਹੈ। ਚਲੋ ਸਰ, ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਨਹੀਂ, ਅਗਲੀ ਖਬਰ ਵੱਲ ਵਧਦੇ ਹਾਂ। ਓਕੇ, ਅਗਲੀ ਖਬਰ ਕਿਸੇ ਨੇ ਕਾਲ ਕਰਨੀ ਹੈ ਇਸ ਮਾਮਲੇ ਤੇ ਪਲੀਜ਼ ਕਰ ਲਓ ਜੀ। ਤੁਹਾਨੂੰ ਮੇਰੀ ਗੱਲ ਚੰਗੀ ਨਹੀਂ ਲੱਗੀ, ਲੈਟਸ ਟਾਕ। ਬਿਲਕੁਲ ਜੀ। ਤੇ ਸਰ ਅਗਲੀ ਖਬਰ ਹੈ ਨਿਊਜ਼ੀਲੈਂਡ ਤੋਂ। ਨਿਊਜ਼ੀਲੈਂਡ ਦੇ ਵਿੱਚ ਜੀ ਵਰਲਡ ਕਲਾਸ ਦਾ ਪਹਿਲਾ ਸਿੱਖ ਸਪੋਰਟਸ ਕੰਪਲੈਕਸ ਜਿਹੜਾ ਸ਼ੁਰੂਆਤ ਹੋਈ ਹੈ। ਉੱਥੋਂ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਇਸ ਦੀ ਸ਼ੁਰੂਆਤ ਕੀਤੀ ਹੈ ਤੇ ਨਾਲ ਉਹਨਾਂ ਨੇ ਸਿੱਖ ਭਾਈਚਾਰੇ ਦੀ ਕਾਫੀ ਸ਼ਲਾਘਾ ਵੀ ਕੀਤੀ ਹੈ। ਕੋਵਿਡ ਦੌਰਾਨ ਵੀ ਸਿੱਖ ਜਿਵੇਂ ਅੱਗੇ ਆਏ ਨੇ, ਲੰਗਰ ਲਗਾਏ ਨੇ, ਕਾਫੀ ਜ਼ਿਆਦਾ ਭਾਈਚਾਰੇ ਦਾ ਸਪੋਰਟ ਕੀਤੀ ਹੈ। ਸਰ ਕੀ ਕਹਿਣਾ ਚਾਹੋਗੇ? ਨਿਊਜ਼ੀਲੈਂਡ ਦੇ ਵਿੱਚ ਪਹਿਲਾ ਇਹ ਵਰਲਡ ਕਲਾਸ ਲੈਵਲ ਦਾ ਸਿੱਖ ਕੰਪਲੈਕਸ ਖੁੱਲਣ ਜਾ ਰਿਹਾ, ਸਪੋਰਟਸ ਕੰਪਲੈਕਸ। ਕਮਾਲ ਦੀ ਗੱਲ ਹੈ। ਚਿਕਨਨੀ ਦੇ ਏਰੀਆ ਦੇ ਵਿੱਚ ਇਹ ਵਧਾਈ ਦੇ ਪਾਤਰ ਹੈ ਜੀ। ਜਿਹੜੀ ਉੱਥੇ ਦੀ ਕਮਿਊਨਿਟੀ ਹੈ, ਇੰਡੀਅਨ ਕਮਿਊਨਿਟੀ ਹੈ, ਜਿਹਨੇ ਇੰਨਾ ਕੁਛ ਕੀਤਾ ਜੀ। ਬੜੀ ਵਧੀਆ ਗੱਲ ਕੀਤੀ ਹੈ। ਅਸੀਂ ਸਪੋਰਟਸ ਕੰਪਲੈਕਸ ਬਣਾਇਆ। ਅੱਛਾ, ਵੱਡੀ ਗੱਲ ਤਾਂ ਇਹ ਹੈ ਗੁਰੂ ਘਰ ਦੇ ਨਾਲ ਹੈ, ਪਰ ਇਹ ਸਾਰਿਆਂ ਵਾਸਤੇ ਅਵੇਲੇਬਲ ਹੈ। ਇਹ ਇਕੱਲੇ ਗੁਰੂ ਘਰ ਵਾਲਿਆਂ ਵਾਸਤੇ ਅਵੇਲੇਬਲ ਨਹੀਂ, ਇਹ ਇਕੱਲੇ ਸਿੱਖੀਜ਼ਮ ਵਾਸਤੇ ਅਵੇਲੇਬਲ ਨਹੀਂ ਹੈ। ਜਿਹੜੀਆਂ ਉੱਥੇ ਗਰਾਊਂਡਸ ਬਣਾਈਆਂ ਗਈਆਂ ਨੇ ਉਹ ਸਾਰੀਆਂ ਕਮਿਊਨਿਟੀਜ਼ ਵਾਸਤੇ ਅਵੇਲੇਬਲ ਹੈ। ਇਸ ਕਰਕੇ ਜਸਿੰਡਾ ਆਰਡਨ ਵੀ ਇਹੀ ਹੈ, ਲੀਡਰ ਆਫ ਦਾ ਆਪੋਜੀਸ਼ਨ ਵੀ ਆ ਕੇ ਗਈ ਹੈ ਜੀ ਉੱਥੇ। ਜਿਹੜੀ ਓਪਨਿੰਗ ਹੋਈ ਹੈ ਦੇਖਣ ਵਾਲਾ ਜੀ। ਹਲੇ ਉੱਥੇ ਸਟੈਂਡਸ ਹੋਰ ਬਣਾਉਣੇ ਆ ਜਿੱਥੇ ਕਿ ਲੋਕੀ ਸਾਰੇ ਬੈਠ ਕੇ ਉਹ ਦੇਖ ਸਕਣ।
ਬੜਾ ਚੰਗਾ ਉਪਰਾਲਾ ਹੈ। ਬਿਲਕੁਲ ਸਾਰੀਆਂ ਕਮਿਊਨਿਟੀਜ਼ ਲਈ ਮੋਰਓਵਰ ਤੇ ਜਦੋਂ ਤੁਸੀਂ ਉੱਥੇ ਦੇਖੋਗੇ ਪ੍ਰਧਾਨ ਮੰਤਰੀ ਸਾਹਿਬਾਨ ਨੂੰ ਤੇ ਪ੍ਰੋਪਰ ਸਿਰ ਤੇ ਦੁਪੱਟਾ ਲਿਆ ਹੋਇਆ ਉਹਨਾਂ ਨੇ ਤੇ ਸਾਰੇ ਬਹੁਤ ਰਿਚੁਅਲਸ ਪੂਰੇ ਫਾਲੋ ਕੀਤੇ ਉਹਨਾਂ ਨੇ। ਸਹੀ ਗੱਲ ਹੈ। ਜਸ਼ਿੰਦਾ ਤਾਂ ਲੱਗਦੀ ਹੈ ਉਹ ਹੈ ਜਿਵੇਂ ਇੰਡੀਆ 'ਚ ਪੈਦਾ ਹੋਈ ਹੁੰਦੀ ਹੈ ਜੀ। ਤੁਸੀਂ ਉਹਦੇ ਜਿਹੜੇ ਹਿਸਾਬ 'ਚ ਉਹਨੇ ਚੁੰਨੀ ਲਈ ਹੈ, ਸਿਰ ਢੱਕਿਆ ਹੋਇਆ, ਚੰਗੀ ਗੱਲ ਹੈ। ਅਸੀਂ ਆਹ ਗੱਲਾਂ ਚਾਹੀਦੀਆਂ ਨੇ ਸਾਡੀ ਕਮਿਊਨਿਟੀ ਨੂੰ, ਇਹਨਾਂ ਗੱਲਾਂ ਵਿੱਚ ਸਾਡਾ ਮੂਹਰੇ ਆਉਣਾ ਚਾਹੀਦਾ, ਸਾਨੂੰ ਪਤਾ ਲੱਗੇ ਵੀ ਹਾਂ ਇਹ ਲੋਕ, ਅਸੀਂ ਇਹਨਾਂ ਲੋਕਾਂ ਨੂੰ ਪਤਾ ਜੀ ਅਸੀਂ ਮਿਹਨਤੀ ਹਾਂ, ਇਹ ਤਾਂ ਗੱਲ ਪੱਕੀ ਹੈ। ਜਿਹੜਾ ਕੋਈ ਇਗਨੋਰ ਕਰਦਾ ਦੈਟਸ ਅ ਡਿਫਰੈਂਟ ਸਟੋਰੀ। ਅਸੀਂ ਬਹੁਤ ਮਿਹਨਤੀ ਲੋਕ ਹਾਂ, ਆ ਕੇ ਮਿਹਨਤ ਕੀਤੀ ਹੈ। ਅਸੀਂ ਜਿੱਥੇ ਵੀ ਜਾਂਦੇ ਹਾਂ ਐਸਟੈਬਲਿਸ਼ ਹੁੰਦੇ ਹਾਂ, ਅਸੀਂ ਆਪਦਾ ਉੱਥੇ ਘਰ ਬਣਾਉਂਦੇ ਹਾਂ, ਅਸੀਂ ਉੱਥੋਂ ਦੇ ਦੇਸ਼ ਦੇ ਵਿੱਚ ਤਰੱਕੀ 'ਚ ਹਿੱਸਾ ਪਾਉਂਦੇ ਹਾਂ, ਅਸੀਂ ਟੈਕਸ ਪੇਅਰ ਹਾਂ, ਅਸੀਂ ਬਹੁਤ ਘੱਟ ਚੋਰੀਆਂ ਕਰਦੇ ਹਾਂ, ਅਸੀਂ ਗਲਤ ਕੰਮ ਘੱਟ ਕਰਦੇ ਹਾਂ, ਥੋੜਾ ਬਹੁਤਾ ਆਨਸਰ ਕਿੱਥੇ ਆ ਜਾਂਦਾ, ਦੈਟਸ ਓਕੇ। ਉਹ ਵੀ ਪਲੀਜ਼ ਨਾ ਕਰਿਆ ਕਰੋ ਇਹੋ ਜਿਹਾ ਕੁਝ। ਮਿਹਨਤ ਨਾਲ ਜਿਹੜੇ ਪੈਸੇ ਬਣਨੇ ਆ, ਮਿਹਨਤ ਦੀ ਜਿਹੜੀ ਕਮਾਈ ਹੈ ਉਹ ਰਹਿੰਦੀ ਹੈ। ਜਿਹੜਾ ਫਾਸਟ ਟਰੈਕ ਵਾਲਾ ਕਹਿੰਦਾ ਵੀ ਛੇਤੀ ਮੈਂ ਅਮੀਰ ਹੋਇਆ, ਉਹ ਛੇਤੀ ਆਤਿਸ਼ਬਾਜ਼ੀ ਵਾਲੀ ਗੱਲ ਹੈ ਜੀ। ਆਤਿਸ਼ਬਾਜ਼ੀ ਚੜ੍ਹਦੀ ਹੈ ਜਾ ਕੇ ਪਟਾਕਾ ਪੈ ਜਾਂਦਾ, ਉਹਦਾ ਥੱਲੇ ਲੈਂਡ ਨਹੀਂ ਕਰਦੀ, ਬੀ ਕੇਅਰਫੁਲ। ਬਿਲਕੁਲ ਜੀ। ਤੇ ਸਰ ਕਾਫੀ ਦੀ ਥੋੜੀ ਜਿਹੀ ਗੱਲ ਜ਼ਰੂਰ ਕਰਨਾ ਚਾਹਾਂਗੇ। ਮਹਿੰਗੀ ਤੋਂ ਮਹਿੰਗੀ ਕਾਫੀ ਤੁਸੀਂ ਕਿੰਨੇ ਕੁ ਦੀ ਪੀਤੀ ਹੋਣੀ ਆ? ਕਾਰਨ ਮੈਂ ਤਾਂ ਕਾਫੀ ਅਫੋਰਡ ਹੀ ਨਹੀਂ ਕਰਦਾ, ਮੈਂ ਤਾਂ ਘਰੇ ਹੀ ਪੀ ਲੈਂਦਾ। ਟਿਮ ਦੀ ਤਾਂ ਪੀਤੀ ਹੋਣੀ ਆ। ਵੈਲ ਜਾਨੀ ਕਿ ਤੁਹਾਡਾ ਮਤਲਬ ਕਹਿਣ ਦਾ ਮਤਲਬ ਇਹ ਹੈ ਵੀ ਤੂੰ ਟਿਮ ਵੀ ਨਹੀਂ ਅਫੋਰਡ ਕਰਦਾ? ਨਹੀਂ, ਮਤਲਬ ਕਿ ਸਾਡੇ ਵਰਗੇ ਟਿਮ ਨਹੀਂ ਪੀਂਦੇ ਆ, ਹਜੇ ਨਵੇਂ ਨਵੇਂ ਆਏ ਪੀ ਰਹੇ ਆ। ਤੁਸੀਂ ਤਾਂ ਇੰਨੇ ਸਾਲ ਦੇ ਰਹਿੰਦੇ ਹੋ। ਟਿਮ ਹੋਰਟਨਸ ਪਹਿਲਾਂ ਜ਼ਿਆਦਾ ਮੌਜਾਂ ਹੁੰਦੀਆਂ ਨੇ, ਜਿਵੇਂ ਸਾਲ ਵੱਧਦੇ ਜਾਂਦੇ ਤਾਂ ਮੌਜਾਂ ਘਟਦੀਆਂ ਜਾਂਦੀਆਂ ਨੇ। ਓਕੇ ਬਿਲਕੁਲ ਜੀ। ਖਬਰ ਕਿਉਂਕਿ ਇਹ ਹੈ ਕਿ ਇੱਕ ਮਹਿਲਾ ਨੇ $5700 ਦੀ ਕਾਫੀ ਪੀਤੀ ਹੈ ਤੇ ਸੁਣ ਕੇ ਮਹਿਲਾ ਦੇ ਤਾਂ ਹੋਸ਼ ਉੱਡੇ, ਪਤਾ ਨਹੀਂ, ਬਟ ਮੇਰੇ ਹੋਸ਼ ਜ਼ਰੂਰ ਉੱਡੇ ਆ ਸਰ। $5700 ਦੀ ਕਾਫੀ ਕੋਲੋਰਾਡੋ 'ਚ ਹੈ ਜੀ। ਇੱਕ ਜਗ੍ਹਾ ਤੇ ਲੇਡੀ ਨੇ ਕਾਫੀ ਲਈ ਹੈ, ਕਾਫੀ ਲੈ ਕੇ ਉਹਨੇ ਕ੍ਰੈਡਿਟ ਕਾਰਡ ਦੇ ਨਾਲ ਉਹਦੇ ਪੈਸੇ ਦਿੱਤੇ ਆ। ਜਦੋਂ ਉਹਨੂੰ ਬਿੱਲ ਆਇਆ, ਬਿੱਲ ਤੋਂ ਪਹਿਲਾਂ ਉਹਦਾ ਮੈਸੇਜ ਆਇਆ ਵੀ ਭਾਈ ਸਾਹਿਬ ਤੁਹਾਡੇ, ਮੈਡਮ ਜੀ ਤੁਹਾਡੇ ਅਕਾਊਂਟ ਦੇ ਵਿੱਚ ਜਿੰਨਾ ਤੁਸੀਂ ਖਰਚਾ ਕਰ ਲਿਆ ਉਹਨਾਂ ਤੁਹਾਨੂੰ ਅਲਾਉਡ ਨਹੀਂ ਹੈ। ਉਹ ਕਹਿੰਦੀ ਮੈਂ ਤਾਂ ਸਾਰਾ ਹਿਸਾਬ ਕਿਤਾਬ ਰੱਖਦੀ ਹਾਂ ਵੀ ਪੈਸੇ ਇੰਨੇ ਮੈਂ ਕਿੱਥੇ ਖਰਚਦੇ। ਕਹਿੰਦੇ ਜੀ $5700 ਫਲਾਣੇ ਰੈਸਟੋਰੈਂਟ 'ਚ ਖਰਚਿਆ ਤੁਸੀਂ। ਉਹਨੂੰ ਫਿਰ ਯਾਦ ਆ ਗਿਆ, ਕਹਿੰਦੀ ਮੈਂ ਤਾਂ ਇੱਕ ਕਾਫੀ ਲਈ ਸੀ $5.70 ਦੀ। ਉਹ ਕਿਸੇ ਹਿਸਾਬ 'ਚ ਨੰਬਰਾਂ ਦਾ ਹੀ ਫਿਰ ਹੋ ਗਿਆ, ਬਟਨ ਕਿਤੇ ਵੱਧ ਦੱਬਿਆ ਗਿਆ, ਇਹਨੂੰ ਕੰਮ ਨੂੰ ਵੀ ਨਾ ਹੋ ਗਿਆ। ਉਹ ਹੁਣ ਜਿਹੜੀ ਹੈਗੀ ਆ ਕਾਫੀ ਵਾਲੀ ਦੁਕਾਨ ਹੈ, ਉਹ ਰੈਸਟੋਰੈਂਟ ਆ ਵੱਡਾ, ਉਹਨਾਂ ਨੂੰ ਕਹਿੰਦੇ ਭਾਈ ਤੁਸੀਂ ਮੈਨੂੰ ਓਵਰਚਾਰਜ ਕੀਤਾ। ਉਹਨਾਂ ਨੇ ਅਜੇ ਤੱਕ ਉਹਦਾ ਮਾਮਲਾ ਸੈਟਲ ਕੀਤਾ, ਕਹਿੰਦੇ ਅਸੀਂ ਤੈਨੂੰ ਹੌਲੀ ਹੌਲੀ ਦੱਸਾਂਗੇ। ਸੋ ਹੁਣ ਉਹ ਵਿਚਾਰੀ ਆਪਦਾ ਕ੍ਰੈਡਿਟ ਕਾਰਡ ਵਰਤਨੋਂ ਗਈ ਹੋਈ ਹੈ। ਸੋ ਕਈ ਵਾਰੀ ਆਪਾਂ ਨੂੰ ਪਤਾ ਗੱਲ ਕੀ ਹੈ, ਕਈ ਵਾਰੀ ਕੋਸ਼ਿਸ਼ ਕਰਦੇ ਹਾਂ ਅਸੀਂ, ਹੁਣ ਅੱਜ ਕੱਲ੍ਹ ਤਾਂ ਟੈਪ ਵਾਲਾ ਹੀ ਕੰਮ ਹੈ। ਬਿਲਕੁਲ ਠੀਕ ਹੈ, ਟੈਪ ਕਰ ਦਿੰਦੇ ਹਾਂ ਆਪਾਂ। ਇਹ ਸਮਟਾਈਮਸ ਛੱਡੋ ਪਰੇ, ਤੁਸੀਂ ਕਿੰਨੀ ਕੁ ਵਾਰੀ ਦੇਖਦੇ ਹੋ ਤਰਨ ਜਦੋਂ ਆਪਦਾ ਕਾਰਡ ਟੈਪ ਕਰਦੇ ਹੋ ਵੀ ਬਿੱਲ ਇਹ ਉਨਾ ਹੀ ਆਇਆ ਸੀ ਜਿੰਨਾ ਖਰਚਾ, ਜਾਂ ਪਰਚੀ ਕੰਮ ਛੱਡ ਪਰੇ, ਪਰਚੀ ਵੀ ਰਹਿਣ ਦੇ, ਇਹ ਵੀ ਹੈ ਆਫ ਕੋਰਸ ਹੋਇਆ, ਕਈ ਵਾਰੀ ਹੋਇਆ, ਜਾਂ ਜੇ ਰਸੀਦ ਨੇ ਚੱਕ ਕੇ ਜੇਬ 'ਚ ਪਾ ਲਈ। ਠੀਕ ਹੈ, ਅਸੀਂ ਦੇਖਦੇ ਨਹੀਂ ਹੈ, ਇਹ ਬਹੁਤ ਘੱਟ ਹੁੰਦਾ। ਪਰ ਜੇ ਉਹ ਦੇਖ ਲੈਂਦੀ ਤਾਂ ਹੁਣ ਉਹਨੂੰ ਇਹ ਕੰਮ ਤਾਂ ਨਹੀਂ ਸੀ ਹੋਣਾ। ਹੁਣ ਕਿੰਨੇ ਚੱਕਰ 'ਚ ਪਈ ਹੋਈ ਹੈ, ਮਹੀਨਾ ਆਪਦਾ ਕ੍ਰੈਡਿਟ ਕਾਰਡ ਨਹੀਂ ਵਰਤ ਸਕਦੀ। ਉਹਦਾ ਇਹ ਪ੍ਰੋਗਰਾਮ ਹਾਲੇ ਤੱਕ ਸੈਟਲ ਨਹੀਂ ਹੋਇਆ। ਗੱਲ ਕਰਾਂਗੇ ਜੀ, ਦਰਸ਼ਕ ਜੁੜ ਗਏ ਨੇ। ਸਤਿ ਸ੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਬੀਬਾ ਜੀ, ਮੈਂ ਪ੍ਰੋਫੈਸਰ ਹਰਜਾਲ ਸਿੰਘ ਬੋਲਦਾ, ਮਰੀਨ ਤੋਂ ਮੈਂ ਗੱਲ ਕਰਦਾ ਸੀ। ਕਾਫੀ ਦੀ ਗੱਲ, ਜਿਹੜੀ ਕਾਫੀ ਦੀ ਗੱਲ ਹੈ ਨਾ, ਉਹ ਆਪਾਂ ਅੰਗਰੇਜ਼ੀ ਦੀ ਪੋਇਮ 'ਚ ਪੜ੍ਹਦੇ ਹੁੰਦੇ ਆ, ਕਾਫੀ ਦੈਟ ਮੇਕਸ ਪੋਲੀਟੀਸ਼ੀਅਨ ਵਾਈਜ਼ ਐਂਡ ਸੀ ਥਰੂ ਥਿੰਗ ਵਿਦ ਹਾਫ ਸ਼ਟ ਆਈਜ਼। ਕਾਫੀ ਦੀ ਕੋਈ ਵੈਲਿਊ ਨਹੀਂ ਹੁੰਦੀ, ਪੋਲੀਟੀਸ਼ੀਅਨ ਨੂੰ ਵਾਈਜ਼ ਜ਼ਰੂਰ ਬਣ ਦਿੰਦੀ ਹੈ। ਥੈਂਕ ਯੂ। ਸ਼ੁਕਰੀਆ ਜੀ, ਸ਼ੁਕਰੀਆ। ਇਹ ਜੀ ਪ੍ਰੋਫੈਸਰ ਹਰਜਾਲ ਸਿੰਘ ਜੀ ਮੇਰੇ, ਮੈਂ ਇਹਨਾਂ ਤੋਂ ਪੜ੍ਹਿਆ ਜੀ। ਸੁਧਾਰ ਚੰਦ ਸਾਰੀ ਉਮਰ ਇਹਨਾਂ ਨੇ ਹਜ਼ਾਰਾਂ ਸਟੂਡੈਂਟਸ ਨੂੰ ਇਹਨਾਂ ਨੇ ਪੜ੍ਹਾਇਆ ਜੀ। ਔਰ ਇਹਨਾਂ ਦੀ ਖਾਸੀਅਤ ਹੈ ਇੱਕ ਤਰ੍ਹਾਂ, ਇਹ ਖਾਸੀਅਤ ਹੋਣੀ ਬੜੀ ਔਖੀ ਹੈ। ਇਹਨਾਂ ਕੋਲੇ ਜਿਹੜਾ ਸਟੂਡੈਂਟ ਪੜ੍ਹ ਕੇ ਚਲਾ ਗਿਆ, ਮੇਰੇ ਖਿਆਲ ਸ਼ਾਇਦ ਹੀ ਹੋਵੇਗਾ ਜਿਨ੍ਹਾਂ ਦੇ ਨਾਂ ਨਹੀਂ ਜਾਣਦੇ। ਓਕੇ, ਹਜ਼ਾਰਾਂ ਸਟੂਡੈਂਟ ਸਾਰੀ ਉਮਰ ਇਹਨਾਂ ਨੇ ਉੱਥੇ ਪੜ੍ਹਾਇਆ, ਔਰ ਸ਼ਾਇਦ ਹੀ ਮੈਂ ਤੁਹਾਨੂੰ ਦੱਸਦਾ ਵੀ ਸ਼ਾਇਦ, ਅੱਛਾ ਛੱਡੋ ਪਰੇ ਸਟੂਡੈਂਟ ਦੇ ਨਾਂ ਦੀ ਗੱਲ, ਜੇ ਤੁਸੀਂ ਮੇਰੀ ਗੱਲ ਕਰੋਗੇ ਫੋਰ ਐਗਜ਼ਾਮਪਲ, ਤਾਂ ਇਹ ਮੇਰੇ ਅਗਲਿਆਂ ਨੂੰ ਵੀ ਜਾਣਦੇ ਆ। ਓਕੇ, ਅਸੀਂ ਜਿੱਥੇ ਪੜ੍ਹੇ ਜਿਹੜੀਆਂ ਇੰਸਟੀਟਿਊਸ਼ਨ 'ਚ, ਉੱਥੇ ਸਾਡੇ ਪਰਿਵਾਰਾਂ ਨੂੰ ਜਾਣਿਆ ਜਾਂਦਾ ਸੀਗਾ। ਕਿਉਂ? ਸਾਨੂੰ ਡਰ ਸੀਗਾ ਇਸ ਗੱਲ ਦਾ, ਪਤਾ ਵੀ ਸਾਹਿਬ ਤਾਂ ਘਰਦਿਆਂ ਨੂੰ ਜਾਣਦੇ ਆ, ਜਦੀ ਕਹਿਣਾ ਤੁਹਾਡਾ ਤਾਂ ਐਂ ਕਰਦਾ ਫਿਰਦਾ ਸੀਗਾ। ਔਰ ਇਹ ਉਹਨਾਂ ਪਿੰਡੂ ਪਿੰਡਾਂ ਦੀ ਇਹ ਖਾਸੀਅਤ ਹੈ। ਔਰ ਮੈਂ ਤਾਂ ਹੀ ਕਹਾਂ ਇਹ ਅੱਗੇ ਘਰਦਿਆਂ ਨੂੰ ਵੀ ਜਾਣਦੇ ਆ, ਐਸੀ ਹੁਣ ਤੱਕ ਵੀ ਜਾਣਦੇ ਹੋਵੇਂ। ਗੱਲ ਕਰਾਂਗੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ?
ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੋਨਾਂ ਨੂੰ ਹੱਥ ਜੋੜ ਕੇ ਜੀ ਤੇ ਆਪਣਾ ਮੈਂ ਨਹੀਂ ਆ ਤਾਂ ਬੋਲਦਾ ਤੁਹਾਡੀਆਂ ਖਬਰ ਸੁਣੀ ਜਿਹੜੀ 5700 ਵਾਲੀ ਕੋਵਿਡ ਨਹੀਂ ਵਾਕਈ ਆਪਣਾ ਦੇਖ ਲੈਣਾ ਚਾਹੀਦਾ। ਮੈਂ ਅੱਜ ਕੱਲ ਆਪਾਂ ਆਨਲਾਈਨ ਚੀਜ਼ਾਂ ਮੰਗਾਉਂਦੇ ਹਾਂ ਜੀ ਹਾਂ ਤੇ ਪਿੱਛੇ 2 ਵੀਕ ਹੋਇਆ ਤੇ ਮੈਂ ਏਦਾਂ ਹੀ ਦੇਖ ਰਿਹਾ ਸੀ ਫੋਨ ਦੇ ਉੱਤੇ ਤੇ ਮੈਂ ਦੇਖ ਬੰਦਾ ਮੇਰੇ ਕੋਲ 2 ਚੀਜ਼ਾਂ ਐਵੇਂ ਟੱਚ ਹੋ ਗਈਆਂ ਤੇ ਉਹ ਮੈਂ ਮੰਗਾਈਆਂ ਨਹੀਂ। ਇੱਕ ਮੈਂ ਸ਼ਰਟ ਪਸੰਦ ਆ ਗਈ ਤੇ ਮੈਂ ਉਹ ਆਰਡਰ ਕਰਤੀ ਹੈ ਨਾ ਕਾਰ ਚਾਰਜ ਕਰਤਾ। ਉਹ ਕਾਰਾਂ ਡਾਲਣ ਦੀ ਸੀ ਸਾਰੀ ਤੇ ਜਦੋਂ ਕਾਰ ਚਾਰਜ ਕਰਤਾ ਮੇਰੇ ਬੇਟੇ ਦਾ ਫੋਨ ਆ ਗਿਆ। ਉਹ ਵੀ ਮੈਸੇਜ ਆਉਂਦਾ ਕਹਿੰਦਾ ਪਾਪਾ ਤੁਸੀਂ ਕੀ ਖਰੀਦਿਆ $78 ਮੈਂ ਚਾਰਜ ਕਰ ਦਿੱਤਾ। ਮੈਂ ਬਸ $17 ਦਾ ਆਪਣਾ ਮਤਲਬ ਕਿ ਸ਼ਰਟ ਦੇਖੀ ਸੀ ਬਸ ਉਹ ਕੀਤੀ ਆ। ਏਦਾਂ ਉਹਨਾਂ ਨੇ $78 ਮੈਂ ਵੀ ਜਿਹੜੀਆਂ ਮੈਂ 2 ਚੀਜ਼ਾਂ ਓਦਾਂ ਵੀ ਦੇਖੀਆਂ ਨਾ ਉਹ ਵੀ ਉਹਨਾਂ ਨੇ ਇਨਕਲੂਡ ਕਰ ਹਾਂ ਦੈਟਸ ਰਾਈਟ। ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਪਣੇ ਸਾਂਝੇ ਕਰਨ ਲਈ। ਇਹਦੇ ਚ ਇੱਕ ਹੋਰ ਗੱਲ ਵੀ ਹੁੰਦੀ ਹੈ ਸਰ ਕਰਾਂਗੇ ਗੱਲ। ਇੱਕ ਦਰਸ਼ਕ ਜੁੜ ਗਏ ਨੇ ਹੋਰ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਮੈਂ ਮਹਿੰਦਰ ਸਿੰਘ ਬੋਲ ਰਿਹਾ ਜੀ ਵਿੰਡਸਰ ਸ਼ਹਿਰ ਤੋਂ। ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਮੈਂ ਵਿੰਡਸਰ ਸ਼ਹਿਰ ਹਾਂਜੀ ਹਾਂਜੀ ਵਿੰਡਸਰ ਤੁਹਾਡਾ ਬਿਲਕੁਲ ਸਰ ਤੁਸੀਂ ਟੀਵੀ ਤੇ ਨਾ ਸੁਣੋ ਸਾਨੂੰ ਫੋਨ ਤੇ ਸਾਡੇ ਨਾਲ ਗੱਲ ਕਰੋ ਜੀ। ਕੀ ਕਹਿਣਾ ਚਾਹੁੰਦੇ ਹੋ? ਥੋੜਾ ਹੌਲੀ ਕਰ ਲਓ। ਓਕੇ ਹਾਂਜੀ ਮੈਂ ਇਹ ਪੁੱਛਣਾ ਸੀਗਾ ਕਿ ਜਿਹੜੀ ਪਹਿਲੀ ਡੋਜ਼ ਲੱਗ ਗਈ ਆ ਜੀ ਕਿਸੇ ਵੀ ਵੈਕਸੀਨ ਦੀ ਆਇਆ ਦੂਸਰੀ ਡੋਜ਼ ਉਸੇ ਵੈਕਸੀਨ ਦੀ ਲੱਗੂਗੀ ਕਿ ਜਾਂ ਕੋਈ ਡਿਫਰੈਂਟ ਹੋਊਗਾ? ਤੁਹਾਡਾ ਬੜਾ ਵਧੀਆ ਸਵਾਲ ਹੈ ਜੀ। ਇਹਦਾ ਹਜੇ ਤੱਕ ਜਿਹੜੀ ਸਰਕਾਰ ਆ ਉਹਨੇ ਵੀ ਨਹੀਂ ਕਲੀਅਰ ਕੀਤਾ ਜੀ ਕਿ ਦੂਸਰੀ ਡੋਜ਼ ਕਿਹੜੇ ਲੱਗੇ। ਚਾਂਸਸ ਇਹੀ ਹੈ ਜੀ ਕਿ ਤੁਹਾਡੀ ਉਸੇ ਦੀ ਡੋਜ਼ ਲੱਗੇਗੀ। ਚਾਂਸਸ ਇਹੀ ਹੈਗੇ ਆ ਕਿਉਂਕਿ ਤੁਹਾਨੂੰ ਜਿਹੜਾ ਉਹਨਾਂ ਲਾਉਂਦੇ ਆ ਤਾਂ ਤੁਹਾਨੂੰ ਰੈਕਰਡ 'ਚੋਂ ਰੱਖ ਲੈਂਦੇ ਆ ਕਿ ਤੁਹਾਨੂੰ ਪਹਿਲੀ ਡੋਜ਼ ਕਿਹੜੀ ਦਿੱਤੀ ਗਈ ਹੈ। ਚਾਂਸਸ ਉਹੀ ਆ ਬਟ ਵੀ ਆਰ ਨਾਟ 100% ਸ਼ੋਰ ਅਬਾਊਟ ਦੈਟ ਵੀ ਕਿਹੜੀ ਡੋਜ਼ ਦੂਜੀ ਲੱਗੇਗੀ। ਜੀ ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ ਤੁਹਾਡਾ। ਤੇ ਸਰ ਹੁਣ ਕਾਫੀ ਤੋਂ ਬਾਅਦ ਥੋੜਾ ਜਿਹਾ ਹੁਣ ਆਪਾਂ ਬ੍ਰੇਕ ਲਗਾਉਂਦੇ ਆ ਖਬਰਾਂ ਨੂੰ ਕਿਉਂਕਿ ਸਮਾਂ ਆਪਣਾ ਲਗਭਗ ਇਜਾਜ਼ਤ ਲੈਣ ਦਾ ਹੋ ਰਿਹਾ। ਅਗਲੇ ਪ੍ਰੋਗਰਾਮ ਦੀ ਵੀ ਸ਼ੁਰੂਆਤ ਹੋਣੀ ਹੈ। ਸੋ ਦਰਸ਼ਕਾਂ ਲਈ ਹਮੇਸ਼ਾ ਇੱਕ ਸਵਾਲ ਹੁੰਦਾ। ਅੱਜ ਦਾ ਸਵਾਲ ਫਿਰ ਦਰਸ਼ਕਾਂ ਲਈ ਕੀ ਹੈ? ਉਹ ਜੀ ਤੁਸੀਂ ਹੁਣ ਨਾਲ ਤੁਸੀਂ ਕਾਫੀ ਦਾ ਕੱਪ ਪੀਓ ਤੇ ਨਾਲ ਤੁਸੀਂ ਸਵਾਲ ਦੱਸੋ। ਉਧਰੋਂ ਤੁਸੀਂ ਸਵਾਲ ਦੀ ਗੱਲ ਕਰ ਦਿੱਤੀ ਹੈਗੀ ਹੈ ਜੀ ਤੇ ਉਧਰੋਂ ਫਿਰ ਮੈਂ ਉਹ ਵੀ ਕੱਢ ਲਾਂ ਜੀ। ਤਾਂ ਹੀ ਕਰੀਏ ਨਾਲ ਤੁਸੀਂ ਇੱਕ ਕਾਫੀ ਦਾ ਕੱਪ ਪੀਓ ਨਾਲ ਦੀ ਨਾਲ ਤੁਸੀਂ ਸਾਨੂੰ ਸਵਾਲ ਦੱਸੋ। ਲਓ ਜੀ ਸਵਾਲ ਹੈ ਜੀ। ਅੱਜ ਬਿਲਡਿੰਗ ਹੈ। ਬਿਲਡਿੰਗ ਓਕੇ। ਬਿਲਡਿੰਗ ਜੀ ਇਹ ਕਿਸੇ ਵੇਲੇ ਉੱਥੇ ਰਾਜਧਾਨੀ ਹੁੰਦੀ ਸੀਗੀ ਜੀ। ਇਹ ਕਿਸੇ ਵੇਲੇ ਰਾਜਧਾਨੀ ਦੀ ਬਿਲਡਿੰਗ ਆ। ਇਹ ਰਾਜਧਾਨੀ ਦੀ ਬਿਲਡਿੰਗ ਨਹੀਂ ਆ। ਓਕੇ ਮੈਂ ਇਹ ਥੋੜਾ ਸ਼ੋਰ ਕਰਦਾ ਠੀਕ ਹੈ ਜੀ। ਇਹਨੂੰ 100 ਸਾਲ ਹੋ ਗਏ ਜੀ ਬਣੀ ਨੂੰ। ਇਹ ਕਿਸੇ ਰਾਣੀ ਦੇ ਵਾਸਤੇ ਬਣਾਈ ਗਈ ਸੀਗੀ। ਜਿਹੜਾ ਜਾਰਜ 5 ਹੈ ਜਾਰਜ ਪੰਚਮ ਜਿਹਨੂੰ ਕਹਿੰਦੇ ਹੋ ਜੀ ਜਦੋਂ ਇੰਡੀਆ 'ਚ ਆਇਆ ਸੀਗਾ ਉਹਨੇ ਇਸ ਗੱਲ ਦਾ ਇਸ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਸੀਗਾ। ਲਾਰਡ ਕਰਜ਼ਨ ਨੇ ਇਹ ਬਣਾਉਣ ਵਾਸਤੇ ਗੱਲ ਕੀਤੀ ਸੀਗੀ ਜੀ। ਔਰ ਪੈਸੇ ਪਤਾ ਕਿਸ ਲਏ ਸੀ ਸਰ? ਜਿੰਨੇ ਰਾਜੇ ਹੈਗੇ ਉਹਨਾਂ ਤੋਂ ਲਓ। ਅੱਗੇ ਵਧ ਕੇ ਦਿੰਦੇ ਸੀ। ਮੈਂ ਕਿਹੜਾ ਵੱਡਾ ਚਮਚਾ। ਸਾਰਿਆਂ ਨੇ ਉਹਦੇ ਪੈਸੇ ਦਿੱਤੇ ਜੀ। ਇਹਦੇ ਤੇ ਮਕਰਾਣੇ ਦਾ ਮਾਰਬਲ ਲੱਗਿਆ ਜੀ ਚਿੱਟਾ। ਮੇਰੇ ਖਿਆਲ ਮਕਰਾਣੇ ਦਾ ਮਾਰਬਲ ਤਾਜ ਮਹਿਲ ਉੱਤੇ ਵੀ ਲੱਗਿਆ ਚਿੱਟਾ ਮਾਰਬਲ ਲੱਗਿਆ ਜੀ। ਇਸ ਬਿਲਡਿੰਗ ਦੇ ਆਸੇ ਪਾਸੇ ਬਹੁਤ ਵੱਡੇ ਗਾਰਡਨ ਹੈ ਜੀ। ਬੰਗਾਲ 'ਚ ਹੈ ਜੀ। ਤੁਹਾਨੂੰ ਪਤਾ ਹੀ ਬੰਗਾਲ ਤੇ ਪਹਿਲਾਂ ਰਾਜਧਾਨੀ ਸੀਗੀ ਜੀ ਅੰਗਰੇਜ਼ਾਂ ਦੀ। ਉਸ ਜਗ੍ਹਾ ਤੇ ਹੈਗੀ ਹੈ ਜੀ। ਫਿਰ ਇਹਦਾ ਜੀ ਜਿਹੜਾ ਕਾਲਰ ਜੁੜ ਗਏ ਨੇ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੈਂ ਰਾਜ ਬਰਾੜ ਬੋਲ ਰਿਹਾ ਸਰੀ ਤੋਂ। ਹਾਂਜੀ ਬਰਾੜ ਸਾਹਿਬ। ਮੇਰੇ ਹਿਸਾਬ ਨਾਲ ਤੁਸੀਂ ਵਿਕਟੋਰੀਆ ਮੈਮੋਰੀਅਲ ਦੀ ਗੱਲ ਕਰ ਰਹੇ ਹੋ ਕੈਲਕਟਾ। ਵਿਕਟੋਰੀਆ ਮੈਮੋਰੀਅਲ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਥੈਂਕ ਯੂ ਬਰਾੜ ਸਾਹਿਬ ਜੀ। ਤਰਨ ਇਹਦਾ ਸਾਈਜ਼ ਜਿਹੜੀ ਬਿਲਡਿੰਗ ਦਾ ਸਾਈਜ਼ ਹੈ ਨਾ 338 ਬਾਈ 228 ਫੁੱਟ ਆ ਤੇ ਇਹਦੀ 184 ਫੁੱਟ ਹਾਈਟ ਹੈ। ਨੈਕਸਟ ਕਾਲਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਰਜਿੰਦਰ ਸਚਦੇਵਾ ਬੋਲ ਰਿਹਾ। ਹਾਂਜੀ ਸਚਦੇਵਾ ਸਾਹਿਬ ਜੀ ਆ। ਤੁਸੀਂ ਵਿਕਟੋਰੀਆ ਮੈਮੋਰੀਅਲ ਦੀ ਗੱਲ ਕਰ ਰਹੇ ਹੋ ਕਲਕੱਤੇ ਵਾਲੀ? ਹਾਂਜੀ ਥੈਂਕ ਯੂ ਜੀ। ਆਈ ਹੋਪ ਆਈ ਐਮ ਨਾਟ ਰੌਂਗ। ਇਹਦੇ ਵਿੱਚ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਸ਼ੁਕਰੀਆ। ਇਹ 'ਚ 25 ਗੈਲਰੀਜ਼ ਨੇ ਆਰਟ ਗੈਲਰੀਜ਼ ਨੇ ਜਿਹ ਹਰ ਇੱਕ ਵੱਖਰਾ ਥੀਮ ਹੈ। ਇਹਦੇ 'ਚ ਬਹੁਤ ਸਾਰੀਆਂ ਐਸੀਆਂ ਪੇਂਟਿੰਗਸ ਨੇ ਜਿਹੜੀਆਂ ਲੰਡਨ ਦੇ ਮਿਊਜ਼ੀਅਮ 'ਚ ਪਈਆਂ ਨੇ ਇੰਗਲਿਸ਼ ਦੇ ਨਾਲ ਸੰਬੰਧਿਤ। ਉਹਦੀਆਂ ਕਾਪੀਜ਼ ਆਇਲ ਪੇਂਟਿੰਗਸ ਹੋਈ ਇੱਥੇ ਵੀ ਰੱਖੀਆਂ ਗਈਆਂ ਨੇ। ਔਰ ਇਹ ਇਸ ਵੇਲੇ ਹੈਰੀਟੇਜ ਬਿਲਡਿੰਗ ਹੈਗੀ ਇਸ ਜੀ। ਇਹਦੇ 'ਚ ਬਿਲਕੁਲ ਕਲਕੱਤੇ ਦੇ ਵਿੱਚ ਹੈਗੇ ਜੀ ਇਹ। ਤੇ ਇਹਦੇ ਆਸੇ ਪਾਸੇ ਤਾਂ ਇੰਨੇ ਵੱਡੇ ਗਾਰਡਨਸ ਬਣੇ ਹੋਏ ਨੇ ਕਮਾਲ ਦੀ ਗੱਲ ਆ। ਔਰ ਸ਼ਹਿਰ ਦੇ ਵਿੱਚ ਇੰਨਾ ਵੱਡਾ ਖੁੱਲਾ ਤਾਂ ਹੋਣਾ
ਕਿਸੇ ਸ਼ਹਿਰ 'ਚ। ਜਿਹੜਾ ਸ਼ਹਿਰ ਦੀ ਆਬਾਦੀ ਇੰਨੀ ਜ਼ਿਆਦਾ ਹੈ ਕਿ ਤਿਲ ਸਿੱਟਣ ਨੂੰ ਥਾਂ ਨਹੀਂ ਹੈ, ਉੱਥੇ ਇੱਥੇ ਬਿਲਡਿੰਗ ਬਣੀ ਹੈ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? Hello. Hi Navneet, how are you? It's Victoria Memorial. Victoria Memorial. Thank you. Yes. Thank you so ਜੀ nice sir. of you। ਦੇਖੋ ਜੀ, ਆਪਾਂ ਨੂੰ ਜਿਹੜੀਆਂ ਇੱਥੇ ਵੀ ਆ ਰਹੀਆਂ ਨੇ ਵਿਕਟੋਰੀਆ ਮੈਮੋਰੀਅਲ ਆ ਰਿਹਾ, ਇਹ ਜਾਰਜ ਫਿਫਥ ਨੇ ਇਹਦੀ ਰੱਖੀ ਸੀਗੀ ਨਿਓ ਜੀ। ਇਹ ਜਾਰਜ ਫਿਫਥ ਉਹੀ ਹੈ ਜਿਹਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਰਵਿੰਦਰਨਾਥ ਟੈਗੋਰ ਨੇ ਇੱਕ ਨਜ਼ਮ ਲਿਖੀ ਸੀਗੀ, ਇਹਦੇ ਆਉਣ ਦੇ ਵਾਸਤੇ ਲਿਖੀ ਸੀ, ਓਕੇ, ਇਹਦੀ ਸ਼ੁਰਤ ਵਿੱਚ ਲਿਖੀ ਸੀਗੀ, ਜਿਹੜੀ ਅਖੀਰ ਇੰਡੀਆ ਦਾ ਨੈਸ਼ਨਲ ਓਕੇ ਨੈਸ਼ਨਲ ਐਂਥਮ ਬਣਿਆ। ਹਾਂਜੀ, ਉਹ ਐਕਚੁਅਲੀ ਇਸ ਤੇ ਪੰਜਾਬ ਸਿੰਧ ਗੁਜਰਾਤ ਦਾ ਜੋ ਕੁਝ ਵੀ ਹੈ ਉਹ ਇਹਦੀ ਸਿਫਤ ਵਿੱਚ ਲਿਖੀ ਗਈ ਹੈਗੀ ਹੈ, ਇਹ ਕਿਹਾ ਜਾਂਦਾ ਹੈ। 100% ਸ਼ੋਰ ਨਹੀਂ ਹੈ, ਪਰ ਲੱਗਦਾ ਵੀ ਜਦੋਂ ਤੁਸੀਂ ਸਾਰੇ ਨੂੰ ਪੜ੍ਹਦੇ ਹੋ ਆਪਣੇ ਰਾਸ਼ਟਰਗਾਨ ਨੂੰ, ਤਾਂ ਜ਼ਰੂਰ ਲੱਗਦਾ ਵੀ ਕਿਸੇ ਇੱਕ ਦੀ ਸਿਫਤ ਕੀਤੀ ਗਈ ਹੈਗੀ ਹੈ। ਜਾਰਜ ਦਾ ਫਿਫਥ ਰਵਿੰਦਰਨਾਥ ਟੈਗੋਰ ਨੇ ਲਿਖਿਆ ਸੀਗਾ, ਕਿਸੇ ਨੇ ਉਹਦੀ ਸਭਾ ਦੇ ਵਿੱਚ ਜਾਣਾ ਸੀਗਾ, ਉਹ ਕਹਿੰਦਾ ਉਹ ਕੁਛ ਦੇ ਸਾਨੂੰ, ਉਹਨੇ ਲਿਖ ਕੇ ਫੜਾਦਾ, ਕਹਿੰਦਾ ਚੰਗਾ ਜਾ ਕੇ ਪੜ੍ਹ ਦਿਓ। ਅੱਛਾ, ਭਾਰਤ ਭਾਗਯ ਵਿਧਾਤਾ, ਭਾਰਤ ਦਾ ਭਾਗਯ ਵਿਧਾਤਾ, ਠੀਕ ਹੈ ਨਾ। ਭਾਰਤ ਦੇ ਭਾਗਯ ਦਾ ਵਿਧਾਤਾ ਕੌਣ ਹੈ? ਜਾਰਜ ਦਾ ਫਿਫਥ ਐਟ ਦੈਟ ਟਾਈਮ। ਇਹ ਇਸ ਚੀਜ਼ ਦਾ ਸੰਬੰਧ ਹੈਗਾ ਜੀ। ਸਾਨੂੰ ਕੁਝ ਦਰਸ਼ਕ ਜਿਹੜੇ ਫੇਸਬੁੱਕ ਤੇ ਕਮੈਂਟ ਕਰ ਰਹੇ ਨੇ ਜੀ, ਸਾਨੂੰ ਲਖਨ ਕੇ ਪੱਡਾ ਜੀ ਕਰ ਰਹੇ ਨੇ, ਵਿੰਕੀ ਜੀ ਬਰਾਜ ਬਰਾੜ, ਰੁਪਿੰਦਰ ਬਾਜਵਾ ਜੀ, ਸਰਬ ਸਿੰਘ, ਸਾਰੇ ਕਰ ਰਹੇ ਨੇ ਵਿਕਟੋਰੀਆ ਮੈਮੋਰੀਅਲ। ਬਿਲਕੁਲ ਜੀ, ਤੁਸੀਂ ਸਾਰਿਆਂ ਨੇ ਬਿਲਕੁਲ ਸਹੀ ਪੁੱਛਿਆ ਜੀ। ਅੱਜ ਥੋੜਾ ਜਿਹਾ ਕੱਲ ਵਾਲੇ ਦਾ ਮੈਨੂੰ ਥੋੜਾ ਅਫਸੋਸ ਹੋਇਆ, ਬਟ ਦੈਟਸ ਓਕੇ। ਅੱਜ ਤੁਸੀਂ ਉਹ ਕਸਰ ਕੱਢ ਦਿੱਤੀ ਹੈ ਜੀ, ਚੰਗੀ ਗੱਲ ਕੀਤੀ ਹੈ, ਤੇ ਕੱਲ ਨੂੰ ਕੁਝ ਹੋਰ ਫਿਰ ਲੈ ਕੇ ਆਵਾਂਗੇ। ਅਗਲਾ ਪ੍ਰੋਗਰਾਮ ਰੈਡੀ ਹੈ, ਇਜਾਜ਼ਤ ਲਈਏ ਫਿਰ ਆਪਾਂ। ਬਿਲਕੁਲ ਜੀ, ਇਜਾਜ਼ਤ ਦਿਓ ਜੀ, ਫਿਰ ਕੱਲ ਨੂੰ ਫਿਰ ਮਿਲਾਂਗੇ। ਸੋ ਜੇਕਰ ਤੁਸੀਂ ਸੰਗੀਤ ਦੇ ਦੀਵਾਨੇ ਕਿਤੇ ਪ੍ਰੋਗਰਾਮ ਚੇਂਜ ਨਾ ਕਰਿਓ, ਕਿਉਂਕਿ ਇਸ ਵਕਤ ਮੀਤਾ ਖੰਨਾ ਜੀ ਹਾਜ਼ਰ ਹੋ ਰਹੇ ਨੇ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ ਅੰਦਾਜ਼ ਆਪਣਾ। ਫਿਲਹਾਲ ਦਿਓ ਇਜਾਜ਼ਤ ਸਾਨੂੰ, ਸਤਿ ਸ਼੍ਰੀ ਅਕਾਲ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਜ਼ਰੂਰ ਦਬਾਓ।